ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰੀ ਫਿਰ ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਮਰਤਾ ਪ੍ਰੀਤਮ ਹੋਣਾ ਬਾਰੇ ਗੱਲਬਾਤ ਹੋਣ ਜਾ ਰਹੀ ਹੈ ਤੇ ਜਿਨ੍ਹਾਂ ਨੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਵੀ ਇਸ ਵੇਲੇ ਇੰਡੀਆ ਤੋਂ ਉਹ ਤੜਕੇ ਦੇ ਸਮੇਂ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ। ਮੈਂ ਬਹੁਤ-ਬਹੁਤ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਇੱਕ ਬੇਨਤੀ ਦੇ ਉੱਤੇ ਉਹਨਾਂ ਨੇ ਆਪਣਾ ਇੰਨਾ ਕੀਮਤੀ ਸਮਾਂ ਮੇਰੇ ਲਈ ਕੱਢਿਆ, ਸਾਡੇ ਸੁਣਨ ਵਾਲਿਆਂ ਦੇ ਲਈ ਸਮਾਂ ਕੱਢਿਆ ਹੈ। ਅਮਰਤਾ ਪ੍ਰੀਤਮ ਹੋਣਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਜਿਹੜੇ ਕਿੱਸੇ ਨੇ ਉਹ ਸੁਣਨ ਨੂੰ ਮਿਲਦੇ ਆ। ਪਰ ਜਿਸ ਕਰਕੇ ਉਹਨਾਂ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਹੈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਇਹ ਹੈ ਕਿ ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਜਿਹੜੀ ਥਾਂ ਹੈ। ਅਮਰਤਾ ਪ੍ਰੀਤਮ ਨੂੰ ਸਿਰਫ ਨਾ ਭਾਰਤ ਦੇ ਲੋਕ, ਨਾ ਸਿਰਫ ਪੰਜਾਬ ਦੇ, ਨਾ ਸਿਰਫ ਪਾਕਿਸਤਾਨ ਦੇ ਲੋਕ, ਦੁਨੀਆ ਭਰ ਦੇ ਵਿੱਚ ਜਿਹੜੇ ਲਿਟਰੇਚਰ ਨੂੰ ਪਿਆਰ ਕਰਨ ਵਾਲੇ ਲੋਕ ਉਹ ਪਸੰਦ ਕਰਦੇ ਆ। ਤੁਹਾਨੂੰ ਯਾਦ ਹੋਣਾ ਕਿ ਜਦੋਂ 2019 ਦੇ ਵਿੱਚ ਗੂਗਲ ਵਾਲਿਆਂ ਨੇ ਵੀ ਉਹਨਾਂ ਦੇ 100ਵੇਂ ਜਨਮ ਦਿਨ ਤੇ ਡੂਡਲ ਦੇ ਜ਼ਰੀਏ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ, ਉਹਨਾਂ ਨੂੰ ਯਾਦ ਕੀਤਾ ਸੀ। ਪਿਛਲੀ ਸਦੀ ਦੀਆਂ ਮਹਾਨ ਸ਼ਖਸੀਅਤਾਂ ਦੇ ਵਿੱਚ ਅਮਰਤਾ ਪ੍ਰੀਤਮ ਦਾ ਨਾਮ ਲਿਆ ਜਾਂਦਾ, ਜਿਹੜੀ ਲਿਟਰੇਚਰ ਨੂੰ ਉਹਨਾਂ ਦੀ ਦੇਣ ਹੈ। 100 ਦੇ ਕਰੀਬ ਕਿਤਾਬਾਂ, ਹੋ ਸਕਦਾ ਹੈ 100 ਤੋਂ ਵੱਧ ਕਿਤਾਬਾਂ ਹੋਣਗੀਆਂ, ਜਿਨ੍ਹਾਂ ਦੇ ਵਿੱਚ ਪੋਇਟਰੀ, ਕਹਾਣੀਆਂ, ਨਾਵਲ, ਵਾਰਤਕ ਦੀਆਂ ਕਿਤਾਬਾਂ ਉਹਨਾਂ ਦੀਆਂ। ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਵੀ ਕੀਤੀਆਂ ਗਈਆਂ। ਜਦੋਂ ਮੈਂ ਟਰਾਂਸਲੇਸ਼ਨ ਦੀ ਗੱਲ ਕਰ ਰਹੀ ਹਾਂ, ਅੱਜ ਦੇ ਜਿਹੜੇ ਮੇਰੇ ਮਹਿਮਾਨ ਨੇ, ਉਹਨਾਂ ਨੇ ਅਮਰਤਾ ਪ੍ਰੀਤਮ ਦੀਆਂ 30 ਤੋਂ 35 ਜਿਹੜੀਆਂ ਕਿਤਾਬਾਂ ਨੇ, 30 ਤੋਂ 35 ਦੇ ਕਰੀਬ ਕਿਤਾਬਾਂ ਨੂੰ ਟਰਾਂਸਲੇਟ ਕੀਤਾ ਗੁਰਮੁਖੀ ਤੋਂ ਦੇਵਨਾਗਰੀ ਦੇ ਵਿੱਚ। ਜ਼ਾਹਿਰ ਹੈ ਕਿ ਉਹਨਾਂ ਨੇ ਲੰਬਾ ਸਮਾਂ ਅਮਰਤਾ ਪ੍ਰੀਤਮ ਉਹਨਾਂ ਦੇ ਨਾਲ ਇੰਟਰੈਕਸ਼ਨ ਕੀਤੀ ਹੋਏਗੀ, ਉਹਨਾਂ ਦੇ ਨਾਲ ਉਹ ਜੁੜੇ ਰਹੇ ਕਾਫੀ ਲੰਬਾ ਸਮਾਂ। ਮੈਂ ਗੱਲ ਕਰ ਰਹੀ ਹਾਂ ਅੰਵਿਆ ਕੁੰਵਰ ਹੁਣਾਂ ਦੀ। ਅੰਵਿਆ ਕੁੰਵਰ ਹੁਣੀ ਦਿੱਲੀ ਦੇ ਵਿੱਚ ਇਹ ਖਾਲਸਾ ਕਾਲਜ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਰਹੇ ਨੇ। ਜਿੰਨੀ ਇਹਨਾਂ ਦੀ ਪੰਜਾਬੀ 'ਤੇ ਕਮਾਂਡ ਹੈ, ਓਨੀ ਹੀ ਇਹਨਾਂ ਦੀ ਬਰਾਬਰ ਦੀ ਕਮਾਂਡ ਹਿੰਦੀ ਦੇ ਉੱਤੇ ਰਹੀ ਹੈ। ਇਸੇ ਕਰਕੇ ਇਹਨਾਂ ਨੇ ਜਿਹੜੀਆਂ ਬਹੁਤ ਸਾਰੀਆਂ ਕਿਤਾਬਾਂ ਨੇ, ਉਹ ਪੰਜਾਬੀ ਦੇ ਵਿੱਚ ਵੀ ਲਿਖੀਆਂ ਨੇ, ਹਿੰਦੀ ਦੇ ਵਿੱਚ ਵੀ ਲਿਖੀਆਂ ਨੇ। ਖੁਦ ਵੀ ਲਿਖਦੇ ਨੇ, ਆਲੋਚਕ ਵੀ ਨੇ, ਅਨੁਵਾਦਕ ਵੀ ਨੇ। ਅਤੇ ਅੱਜ ਮੈਂ ਬਹੁਤ-ਬਹੁਤ ਸਵਾਗਤ ਕਰ ਰਹੀ ਹਾਂ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੰਵਿਆ ਕੁੰਵਰ ਹੁਣਾਂ ਦਾ। ਅੰਵਿਆ ਜੀ, ਵੈਲਕਮ, ਸਵਾਗਤ ਹੈ ਤੁਹਾਡਾ। ਸ਼ੇਰੇ ਪੰਜਾਬ 'ਤੇ ਜੀ ਆਇਆਂ ਨੂੰ ਕਹਿੰਦੀ ਹਾਂ। ਸ਼ੁਕਰੀਆ। ਅੰਵਿਆ ਜੀ, ਕੁਝ ਗੱਲਾਂ ਮੈਂ ਹੁਣ ਤੱਕ ਕਰ ਚੁੱਕੀ ਹਾਂ, ਪਰ ਕਿਉਂਕਿ ਤੁਸੀਂ ਅਮਰਤਾ ਹੁਣਾਂ ਦੇ ਨਾਲ ਲੰਬਾ ਸਮਾਂ ਜੁੜੇ ਰਹੇ ਹੋ, ਤੁਸੀਂ ਉਹਨਾਂ ਦੀਆਂ ਇੰਨੀਆਂ ਕਿਤਾਬਾਂ ਜਿਹੜੀਆਂ ਟਰਾਂਸਲੇਟ ਕੀਤੀਆਂ, ਜ਼ਾਹਿਰ ਜਿਹੀ ਗੱਲ ਹੈ ਕਿ ਤੁਸੀਂ ਉਹਨਾਂ ਦੇ ਨਾਲ ਸਮਾਂ ਵੀ ਗੁਜ਼ਾਰਿਆ ਹੋਏਗਾ। ਸਾਡੇ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਇਹੀ ਦੱਸੋ ਕਿ ਤੁਹਾਡੇ ਔਰ ਅਮਰਤਾ ਜੀ ਦੇ ਆਪਸ ਦੇ ਵਿੱਚ ਕਿਹੋ ਜਿਹੇ ਸੰਬੰਧ ਸਨ ਤੇ ਤੁਹਾਡਾ ਆਪਸ ਦੇ ਵਿੱਚ ਜਿਹੜਾ ਉਮਰ ਦਾ ਫਰਕ ਸੀ ਉਹ ਕਿੰਨਾ ਕੁ ਫਰਕ ਸੀ ਤੇ ਕਿਵੇਂ ਤੁਸੀਂ ਕੰਟੈਕਟ ਦੇ ਵਿੱਚ ਆਏ? ਅਮਰਤਾ ਜੀ ਨਾਲ ਮੈਂ ਅਗਰ ਸੋਚਾਂ, ਸ਼ੁਰੂਆਤ ਤੇ ਇੱਕ ਅਨੁਵਾਦਕ ਦੇ ਸੰਬੰਧਕ ਹੋਈ ਸੀ। ਉਸ ਤੋਂ ਵੀ ਵੱਧ ਇੱਕ ਪ੍ਰਸ਼ੰਸਕ ਦੇ ਤੌਰ ਤੇ ਜਦੋਂ ਮੈਂ ਅਮਰਤਾ ਜੀ ਨੂੰ ਮਿਲੀ ਸਾਂ, ਉਸ ਤੋਂ ਸਾਲਾਂ ਬਾਅਦ ਮੈਂ ਮਿਲੀ। ਮੈਂ ਕੀ ਮਿਲੀ, ਉਹਨਾਂ ਨੇ ਹੀ ਮੈਨੂੰ ਕੰਟੈਕਟ ਕੀਤਾ। ਪਤਾ ਨਹੀਂ ਉਹਨੂੰ ਕਿੰਨੇ ਦੱਸ ਪਾਈ ਸੀ ਕਿ ਮੇਰੀ ਹਿੰਦੀ ਤੇ ਪੰਜਾਬੀ ਦੋਹਾਂ 'ਚ ਬਰਾਬਰ ਦੀ ਮੁਹਾਰਤ ਹੈ। ਇੱਕ ਦਿਨ ਅਚਾਨਕ ਫੋਨ ਆਇਆ, ਤੁਸੀਂ ਅਮਰਜੀਤ ਬੋਲਿਓ? ਉਦੋਂ ਜੀ ਮੈਂ ਅਮਰਜੀਤ ਹੀ ਹੁੰਦੀ ਸੀ, ਇਹੀ ਮੇਰਾ ਅਕਾਦਮਿਕ ਨਾਮ ਹੈ। ਮੈਂ ਕਿਹਾ ਹਾਂਜੀ। ਤੇ ਕਹਿਣ ਲੱਗੇ ਮੈਨੂੰ ਇੱਕ ਪਰਸਨਲ ਟਰਾਂਸਲੇਟਰ ਦੀ ਲੋੜ ਹੈ, ਮੈਂ ਸੁਣਿਆ ਤੁਹਾਡੀ ਹਿੰਦੀ ਪੰਜਾਬੀ ਦੋਹਾਂ 'ਚ ਬਰਾਬਰ ਦੀ ਮੁਹਾਰਤ ਹੈ। ਮੈਂ ਕਿਹਾ ਜੀ ਤੁਸੀਂ ਕੌਣ ਬੋਲੇ? ਕਹਿੰਦੇ ਨਾ ਅਮਰਤਾ ਪ੍ਰੀਤਮ। ਅੱਛਾ, ਮਤਲਬ 4-5 ਸਾਲ ਤੋਂ ਮੈਂ ਉਹਨਾਂ ਦੇ ਘਰ ਦੇ ਨੇੜੇ ਹੀ ਵਿਆਹ ਤੋਂ ਬਾਅਦ ਆਈ ਸਾਂ। ਉਹ ਹੋਸਖਾਸ ਰਹਿੰਦੇ ਸੀ, ਕੋਨੇ ਉਹਨਾਂ ਦਾ ਘਰ ਤੇ ਦੂਜੇ ਕੋਨੇ ਸਫਦਰਜੰਗ ਡਿਵੈਲਪਮੈਂਟ ਏਰੀਆ 'ਚ ਮੇਰਾ ਘਰ। ਤੇ ਕਹਿਣ ਲੱਗੇ ਮੈਨੂੰ ਮਿਲੋ। ਅਗਲੇ ਦਿਨ ਮੈਂ ਉਹਨਾਂ ਵੱਲ ਗਈ। ਬਸ ਉਸ ਦਿਨ ਤੋਂ ਬਾਅਦ ਐਸਾ ਸੰਬੰਧ ਬਣਿਆ ਕਿ ਸਾਡੇ ਕਈ ਰਿਸ਼ਤੇ ਬਣੇ। ਇੱਕ ਅਨੁਵਾਦਕ ਤੋਂ ਸ਼ੁਰੂ ਹੋ ਕੇ ਉਹਨਾਂ ਦੀ ਮੈਂ ਦੋਸਤ ਬਣੀ, ਬੇਟੀ ਬਣੀ। ਕਦੀ ਲਾਡ ਵਿੱਚ ਆ ਕੇ ਮੈਨੂੰ ਕਹਿ ਦਿੰਦੇ ਸੀ, ਨੂੰਹ ਦੇ ਲੈਵਲ ਤੇ ਵੀ, ਕਿ ਹਾਂ ਤੂੰ ਉਦੋਂ ਕਿੱਥੇ ਸੈਂ, ਐਸਾਂ ਦੀ ਗੱਲਾਂ ਕਰਨੇ ਜਾਂ ਕਿਸੇ ਅੱਗੇ ਮਜ਼ਾਕ ਕਹਿ ਦੇਣਾ। ਉਹਨਾਂ ਦੀ ਨੂੰ ਬਹੁਤ ਪਿਆਰੀ, ਹਲਕਾ, ਬਹੁਤ ਸੇਵਾ ਕੀਤੀ। ਪਰ ਆਪਣਾ ਸਾਡਾ ਜਿਹੜਾ ਇੱਕ ਧਰਾਤਲ ਤੇ ਅਸੀਂ ਜਿਹੜੇ ਵਿਚਰ ਰਹੇ ਸੀ, ਅਦਬ ਤੇ ਸਾਹਿਤ ਦੀ ਜਗਤ ਤੇ, ਲੇਖਨੀ ਦੇ ਤੌਰ ਤੇ, ਭਾਸ਼ਾ ਦੇ ਤੌਰ ਤੇ, ਉਹ ਇੱਕ ਸਾਂਝ ਵਿੱਚ ਉਹ ਮੇਰੇ ਨਾਲ ਕਈ ਰਿਸ਼ਤੇ ਸਥਾਪਿਤ ਕਰ ਲੈਂਦੇ ਸਨ। ਅਸੀਂ ਇੱਕ ਦੂਜੇ ਨਾਲ ਬਹੁਤ ਨਾ ਕਿਤਾਬਾਂ ਦੀ ਗੱਲਾਂ ਕੀਤੀਆਂ, ਨਾ ਬੂਟਿਆਂ ਦੀ ਗੱਲਾਂ ਕੀਤੀਆਂ, ਕਈ ਅਣਕਿੱਤੇ ਇਸ਼ਕਾਂ ਦੀਆਂ ਵੀ ਗੱਲਾਂ ਕੀਤੀਆਂ। ਮਤਲਬ ਐਂਡ ਤੱਕ ਉਹ ਮੇਰੇ ਨਾਲ ਜਿਹੜੀ ਸਾਂਝ ਉਹਨਾਂ ਦੀ ਸਥਾਪਿਤ ਰਹੀ। ਤੇ ਉਸ ਤੋਂ ਬਾਅਦ ਉਹਨਾਂ ਦੇ ਘਰਦਿਆਂ ਨਾਲ ਉਹੀ ਮੋਹ ਪਿਆਰ ਉਹਨਾਂ ਨੇ ਬਰਾਬਰ ਰੱਖਿਆ ਤੇ ਮੈਨੂੰ ਘਰ ਦੀ ਧੀ ਵਾਲਾ ਮਾਣ ਹਮੇਸ਼ਾ ਦਿੱਤਾ ਹੈ। ਕੋਈ ਵੀ ਤਿਉਹਾਰ ਹੋਏ, ਸਗਨ ਦੇਣਾ ਜਾਂ ਕੋਲ ਰਹਿਣਾ
ਜਾਂ ਹੂੰ, ਮੇਰੀ ਹੂੰ। ਬੇਟੀ ਵੇਲੇ, ਇਸ ਤਰ੍ਹਾਂ ਦੇ ਕਈ ਰਿਸ਼ਤੇ ਜੁੜੇ ਹੋਏ ਨੇ ਉਹਨਾਂ ਨਾਲ। ਅੱਛਾ, ਮੈਨੂੰ ਇਹ ਵੀ ਪਤਾ ਲੱਗਾ ਕਿ ਜਿਹੜਾ ਤੁਹਾਨੂੰ ਨਾਮ ਦਿੱਤਾ ਗਿਆ, ਇਹ ਵੀ ਉਹਨਾਂ ਵੱਲੋਂ ਹੀ ਦਿੱਤਾ ਗਿਆ ਸੀ ਅਮੀਆ। ਹਾਂਜੀ, ਏਦਾਂ ਹੈ, ਨਾਂ ਤੇ ਮੇਰੇ ਕੋਲ ਪਹਿਲੇ ਸੀ ਅੰਮੀਆਂ, ਹਾਂ, ਹਾਂ। ਮੇਰੇ ਕਈ ਦੋਸਤ ਪਿਆਰ ਮਿੱਤਰ ਨਾਲ ਕੋਈ ਅੰਮੂ, ਕੋਈ ਐਮੀ, ਕੋਈ ਅੰਮੀਆਂ ਕਹਿੰਦਾ ਸੀ। ਮੇਰੀ ਇੱਕ ਦੋਸਤ ਕੁਲਦੀਪ ਕਹਿੰਦੀ ਸੀ, ਹੁਣ ਵੀ ਮੇਰੇ ਨਾਲ ਉਹ ਨੌਕਰੀ ਕਰਦੀ ਏ। ਵਿਆਹ ਤੋਂ ਬਾਅਦ ਹਸਬੈਂਡ ਨੂੰ ਇਹ ਨਾਮ ਬੜਾ ਪਸੰਦ ਆਇਆ। ਉਹਨਾਂ ਨੇ ਅੱਛਾ। ਮੈਨੂੰ ਅੰਮੀਆਂ ਕਹਿਣਾ ਸ਼ੁਰੂ ਕਰ ਦਿੱਤਾ। ਤੇ ਹਾਂ, ਇੱਕ ਹਾਂ। ਦਿਨ ਅੰਮ੍ਰਿਤਾ ਜੀ ਦੇ ਘਰ ਮੈਂ ਕੰਮ ਕਰ ਰਹੀ ਸਾਂ ਇਹੀਓ ਟ੍ਰਾਂਸਲੇਸ਼ਨ ਦਾ, ਤੇ ਹੂੰ, ਹੂੰ। ਉਦੋਂ ਮੋਬਾਈਲ ਤੇ ਹੁੰਦੇ ਨਹੀਂ ਸੀ, ਲੈਂਡਲਾਈਨ ਤੇ ਅੰਮ੍ਰਿਤਾ ਜੀ ਕੋਲ ਫੋਨ ਆਇਆ ਕਿ ਇੱਥੇ ਅੰਮੀਆਂ ਆਈ ਹੋਏਗੀ, ਮੈਨੂੰ ਉਹਨੂੰ ਫੋਨ ਦੇ ਦਿਓ। ਅੱਛਾ। ਅੰਮ੍ਰਿਤਾ ਜੀ ਕਹਿੰਦੇ ਨੇ ਇੱਥੇ ਤੇ ਕੋਈ ਅੰਮੀਆਂ ਨਹੀਂ ਆਈ। ਕਹਿਣ ਹਾਂ। ਲੱਗੇ ਘਰੋਂ ਤੇ ਇਹੀਓ ਕਹਿ ਕੇ ਗਈ ਏ। ਕਹਿੰਦੇ ਹਾਂ, ਹਾਂ। ਅੱਛਾ, 1 ਮਿੰਟ ਰੁਕੋ। ਮੇਰੇ ਕੋਲ ਆਏ, ਅਮਰਜੀਤ ਤੈਨੂੰ ਕੁਛ ਹੋਰ ਨਾਮ ਨਾਲ ਵੀ ਸੱਦਦੇ ਨੇ? ਮੈਂ ਕਿਹਾ ਕਿਉਂ, ਕੀ ਹੋਇਆ? ਕਹਿੰਦੇ ਕੋਈ ਅੰਮੀਆਂ ਪੁੱਛਿਆ। ਮੈਂ ਕਿਹਾ ਜੀ ਮੇਰਾ ਹੀ ਨਾਂ ਹੈ। ਹਾਂ, ਹੱਸ ਹਾਂ। ਪਏ, ਕਹਿੰਦੇ ਅੰਮੀਆਂ ਇੰਨਾ ਖੂਬਸੂਰਤ ਨਾਮ। ਅਮਰਜੀਤ ਤੇ ਸਾਡੇ ਲਿਟਰੇਚਰ ਵਿੱਚ 22 ਹੈਗੇ ਨੇ, ਅਮਰਜੀਤ ਕਸਕ, ਅਮਰਜੀਤ ਗੋਰਕੀ, ਅਮਰਜੀਤ ਸੋ ਤੁਹਾਨੂੰ ਪਹਿਲਾਂ ਚੰਦਨ। ਉਹ ਅਮਰਜੀਤ ਕਰਕੇ ਜਾਣਦੇ ਸੀ? ਹਾਂ, ਕਹਿੰਦੇ ਹਾਂ, ਤੂੰ ਤੇ ਹਾਂ। ਗਵਾਚ ਜਾਏਂਗੀ। ਤੇ ਅੱਛਾ। ਅੰਮੀਆਂ ਲੱਗ, ਪਰ ਅੰਮੀਆਂ ਬੜਾ ਛੋਟਾ ਹੈ। ਹੂੰ। ਉਹ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਲਿਆਏ ਲਾਇਬ੍ਰੇਰੀ ਚੋਂ। ਕਹਿੰਦੇ ਦੇਖ ਇਹ ਨਾ ਅੰਮੀਆਂ ਛੋਟਾ ਲੱਗਦਾ, ਕੋਰ ਇਹਦੇ ਨਾਲ ਜੱਚਦਾ ਨਹੀਂ। ਤੇ ਅੱਛਾ। ਕੁੰਵਰ ਕੋਰ ਇੱਕੋ ਮਾਇਨਾ ਹੈ। ਤੇ ਹਾਂ, ਮੇਰੇ ਹਾਂ। ਨਾਲ ਉਹਨਾਂ ਨੇ ਅੰਮੀਆਂ ਕੌਰ ਲਾ ਦਿੱਤਾ। ਤੇ ਮੇਰਾ ਵਾਹ! ਪਹਿਲਾ ਆਰਟੀਕਲ 10 ਕਦਮ ਉਹਨਾਂ ਨੇ ਨਾਗਮਣੀ ਚ ਅੰਮੀਆਂ ਕੌਰ ਦੇ ਨਾਮ ਤੇ ਛਾਪਿਆ। ਹੂੰ, ਬਸ ਹੂੰ। ਉਸ ਤੋਂ ਬਾਅਦ ਇਹੀ ਨਾਮ ਸਾਰੀ ਦੁਨੀਆ ਚ ਮਕਬੂਲ ਹੋ ਗਿਆ। ਜੀ। ਸੋ ਅਮੀਆ ਜੀ, ਪਹਿਲੀ ਕਿਹੜੀ ਕਿਤਾਬ ਸੀ ਜਿਹੜੀ ਤੁਸੀਂ ਉਹਨਾਂ ਦੀ ਟ੍ਰਾਂਸਲੇਟ ਕੀਤੀ? ਉਹ ਯਾਦ ਹੋਏਗਾ ਤੁਹਾਨੂੰ? ਪਹਿਲੀ ਕੀਤੀ ਤੇ ਲਗਾਤਾਰ ਚੱਲੀਆਂ ਸੀ, ਕਾਇਨਾਤ, ਕਿੱਸੇ ਆਗੇ, ਹਰੇ ਧਾਗੇ ਕਾ ਰਿਸ਼ਤਾ। ਪਰ ਜਿਹੜੀ ਪਹਿਲੀ ਮਤਲਬ ਜਿਵੇਂ ਮੈਂ 30-35 ਦੱਸਿਆ ਕਿਤਾਬਾਂ ਕੀਤੀਆਂ, ਲੇਕਿਨ ਹੂੰ। ਪਤਾ ਨਹੀਂ ਪ੍ਰਕਾਸ਼ਕ ਦੀ, ਲੇਖਕ ਦੀ ਕੀ ਮਜਬੂਰੀ ਹੁੰਦੀ, ਉਹਨਾਂ ਤੇ ਮੇਰੇ ਨਾਂ ਨਹੀਂ ਆਏ। ਜਿਹੜਾ ਹੂੰ, ਹੂੰ। ਇਹ ਦੱਸ ਰਹੀ ਹਾਂ ਪਹਿਲੀ ਕਿਤਾਬ ਜਿਹਦੇ ਤੇ ਮੇਰਾ ਨਾਂ ਆਇਆ, ਉਹ ਉਹਨਾਂ ਦੀ ਉਹ ਸੀ ਤਿਕ ਭਵਨੋਂ ਕੀ ਗਾਥਾ, ਜਿਹੜੀ ਹੂੰ, ਹੂੰ। ਕ੍ਰਿਸ਼ਨ ਅਸ਼ਾਂਤ ਜੀ ਨਾਲ ਉਹਨਾਂ ਨੇ ਮਿਲ ਕੇ ਜੋਤਿਸ਼ ਵਿਦਿਆ ਤੇ ਕੀਤੀ ਸੀ। ਅੱਛਾ। ਉਹਦੇ ਹਾਂ, ਕਈ ਹਾਂ। ਐਡੀਸ਼ਨ ਛਪ ਚੁੱਕੇ ਨੇ, ਉਹ ਬੜੀ ਪਸੰਦ ਕੀਤੀ ਜਾਂਦੀ ਹੈ। ਹੂੰ, ਉਹ ਹੂੰ, ਹੂੰ। ਪਹਿਲੀ ਕਿਤਾਬ ਮਤਲਬ ਪਹਿਲਾ ਨਾਮ ਮੇਰਾ ਆਇਆ ਸੀ 1992 ਚ। ਤੁਸੀਂ ਗੱਲ ਕੀਤੀ, ਤੁਸੀਂ 89 ਕਿਹਾ ਤੋਂ ਕਿ ਮੈਂ ਆਨੰਦ ਪਹਿਲਾਂ ਕਾਰਜ ਸੀ। ਹੂੰ। ਹਾਂਜੀ, ਤੁਸੀਂ ਕਹਿ ਰਹੀ ਸੀ ਕਿ ਵੀ ਮੇਰਾ ਜਿਹੜਾ ਉਹਨਾਂ ਦੇ ਨਾਲ ਸਭ ਤੋਂ ਪਹਿਲਾ ਨਾਤਾ ਸੀ ਇੱਕ ਪ੍ਰਸ਼ੰਸਕ ਦੇ ਤੌਰ ਤੇ ਸੀ, ਹੈ ਹੂੰ। ਨਾ? ਕਿਹੜੀ ਗੱਲੋਂ ਤੁਸੀਂ ਉਹ ਪ੍ਰਸ਼ੰਸਕ ਬਣ ਗਏ ਸੀ ਉਹਨਾਂ ਦੇ? ਮੈਂ ਬੜੀ ਛੋਟੀ ਉਮਰੇ ਕਿਤਾਬਾਂ ਸਾਡੇ ਘਰ ਸਾਰੇ 5 ਭੈਣਾਂ ਸਾਰੇ ਪੜ੍ਹਦੇ ਸੀ, ਕਿਉਂਕਿ ਮੇਰੇ ਫਾਦਰ ਮਦਰ ਨੂੰ ਬੜਾ ਪੜ੍ਹਨ ਦਾ ਸ਼ੌਂਕ ਸੀ। ਤੇ ਹੂੰ, ਅਸੀਂ ਹੂੰ। ਸਾਹਮਣੇ ਕਿਰਾਏ ਤੋਂ ਲਿਆ ਕੇ ਪੜ੍ਹਦੇ ਸੀ। ਲਾਇਬ੍ਰੇਰੀ ਉਦੋਂ ਸਕੂਲਾਂ ਤੇ ਘੱਟ ਹੁੰਦੀ ਸੀ। ਤੇ ਉਹ ਇੱਕ ਕਿਤਾਬ ਉਹਨਾਂ ਦੀ ਮੈਂ ਅਨੁਵਾਦਿਤ ਹੀ ਪੜ੍ਹੀ ਸੀ ਹਿੰਦੀ ਚ, ਕਾਲਾ ਗੁਲਾਬ। ਅੱਛਾ। ਔਰ ਇੱਕ ਪੜ੍ਹੀ ਸੀ ਦਿੱਲੀ ਦੀ ਗਲੀਆਂ। ਹੂੰ। ਬੰਦ ਦਰਵਾਜ਼ਾ ਵੀ ਪੜ੍ਹੀ। ਤੇ ਮੈਨੂੰ ਇੰਨੀ ਇੰਨੀ ਖਾਸ ਕਰਕੇ ਕਾਲਾ ਗੁਲਾਬ ਇੰਨੀ ਸਮਝ ਨਹੀਂ ਸੀ ਉਦੋਂ, ਮੇਰਾ ਲੈਵਲ ਇਹ ਨਹੀਂ ਸੀ, 7ਵੀਂ 8ਵੀਂ ਚ ਪੜ੍ਹਦੀ ਹੋਵਾਂਗੀ। ਪਰ ਹੂੰ, ਮੈਨੂੰ ਹੂੰ। ਇੰਨੀ ਪਸੰਦ ਆਈ ਨਾ ਸਮਝ ਆਉਣ ਦੇ ਬਾਵਜੂਦ। ਤੇ ਮੈਂ ਮੇਰੇ ਖਿਆਲ 9ਵੀਂ 10ਵੀਂ ਚ ਹੋਵਾਂਗੀ, ਜਦੋਂ ਹੂੰ, ਮੈਂ ਹੂੰ। ਅੰਮ੍ਰਿਤਾ ਜੀ ਦਾ ਫੋਨ ਉਹ ਨਾਲ ਨੰਬਰ ਦਿੱਤਾ ਹੁੰਦਾ ਸੀ ਕਰ ਦਿੱਤਾ, ਹੂੰ, ਹੂੰ। ਜਾਂ ਡਾਇਰੈਕਟਰੀ ਚੋਂ ਦੇਖਿਆ ਸੀ। ਤੇ ਜੀ। ਅੰਮ੍ਰਿਤਾ ਜੀ ਨੇ ਵੀ ਮੈਨੂੰ ਸਮਾਂ ਦੇ ਦਿੱਤਾ ਮਿਲਣ ਦਾ। ਅੱਛਾ, ਅੱਛਾ। ਉਹਨਾਂ ਦਿਨਾਂ ਤੇ ਨਾ ਇੰਨੀ ਸੁਵਿਧਾ ਹੁੰਦੀ ਸੀ, ਕੋਈ ਕਾਰਾਂ ਦੀ, ਟੈਕਸੀਆਂ ਦੀ। ਤੇ ਮੈਂ ਕਿਸੇ ਦੋਸਤ ਨਾਲ ਹੀ ਜਾਣਾ ਸੀ। ਉਹ ਹੂੰ, ਹੂੰ। ਕਿਸਮਤ ਐਸੀ ਹੋਈ ਕਿ ਉਸੀ ਦਿਨ ਮੇਰੀ ਦੋਸਤ ਦੇ ਬ੍ਰਦਰ ਦੀ ਇਲੈਕਟ੍ਰਿਕ ਸ਼ੌਕ ਨਾਲ ਡੈਥ ਹੋ ਗਈ ਤੇ ਅਸੀਂ ਨਹੀਂ ਜਾ ਸਕੇ। ਇਸ ਗੱਲ ਹੂੰ। ਨੂੰ 2 ਸਾਲ ਲੰਘ ਗਏ ਤੇ ਮੈਂ ਕਾਲਜ ਆ ਗਈ। ਹੂੰ, ਹੂੰ। ਕਾਲਜ ਉਹਨਾਂ ਦਿਨਾਂ ਸ਼ਿਵ ਕੁਮਾਰ ਬਟਾਲਵੀ ਦੀ ਡੈਥ ਹੋਈ ਸੀ 73 ਚ। ਤੇ ਉਹ ਭਰੀਆਂ ਹੋਈਆਂ ਸੀ ਮੈਗਜ਼ੀਨਾਂ। ਉਦੋਂ ਹੀ ਮੈਂ ਅੰਮ੍ਰਿਤਾ ਜੀ ਦੇ ਨਾਗਮਣੀ ਨਾਲ ਪਰਿਚਿਤ ਹੋਈ। ਤੇ ਹੂੰ, ਹੂੰ। ਉੱਥੇ ਵੀ ਇਹੋ ਸੀ, ਮੈਂ ਫਿਰ ਅੰਮ੍ਰਿਤਾ ਜੀ ਨੂੰ ਫੋਨ ਕਰਤਾ। ਔਰ ਅੰਮ੍ਰਿਤਾ ਜੀ ਜਿਵੇਂ ਲੋਕ ਕਹਿੰਦੇ ਨਖਰੇ ਦਿਖਾਣਾ ਜਾਂ ਇੰਨੀ ਉੱਚੀ ਪੈਡੈਸਟਲ ਤੇ ਨਹੀਂ, ਉਹਨਾਂ ਨੇ ਮੈਨੂੰ ਫਿਰ ਟਾਈਮ ਦੇ ਦਿੱਤਾ। ਹੂੰ, ਮੈਂ ਹੂੰ। ਜਿਹੜੀਆਂ 2 ਦੋਸਤਾਂ ਨਾਲ ਜਾਣਾ ਸੀ, ਉਹ ਫਿਰ ਅਗਲੇ ਦਿਨ ਨਹੀਂ ਆਈਆਂ। ਪਰ ਐਤਕੀ ਮੈਂ ਹਿੰਮਤ ਕੀਤੀ, ਕਿਉਂਕਿ ਮੈਂ ਕਮਲਾ ਨਹਿਰੂ ਪੜ੍ਹੀ ਸੀ, ਆਨੰਦ ਲੋਕੀ ਸੀ, ਤੇ ਉਹ ਹੋਸ ਖਾਸ ਤੋਂ ਇੰਨੀ ਦੂਰ ਨਹੀਂ ਸੀ। ਤੇ ਮੈਂ ਅੱਛਾ। ਪੁੱਛਦੇ ਪੁਛਾਂਦੇ ਪੋਸਟ ਆਫਿਸ ਉਹਨਾਂ ਦੇ ਘਰ ਪਹੁੰਚ ਗਈ। ਹੂੰ, ਹੂੰ। ਤੇ ਬਸ ਉਹ ਮਿਲ ਕੇ ਆਈ। ਉਦੋਂ ਹਲੇ ਇੰਨੀ ਉਹ ਵੀ ਨਹੀਂ ਸੀ, ਛੁੱਟ-ਪੁੱਟ ਗੱਲਾਂ ਕਰਦੀ ਰਹੀ, ਰੋਜ਼ ਹੀ ਚਾਹ ਬਣਾ ਕੇ ਲਿਆਏ। ਲੇਕਿਨ ਮੈਂ ਅੱਛਾ। ਇੰਨੀ ਨਰਵਸ, ਮੈਨੂੰ ਲੱਗਿਆ ਕਿ ਮੈਂ ਇੰਨਾ ਅੱਛਾ ਨਹੀਂ ਗੱਲ ਕਰ ਸਕੀ। ਮੈਨੂੰ ਯਾਦ ਉਹਨਾਂ ਨੇ ਸਗੋਂ ਖੁਸ਼ ਹੋ ਕੇ ਕਿਹਾ ਵੀ, ਉਹਨਾਂ ਨੇ ਕਿਹਾ ਕਿੱਥੋਂ ਪੜ੍ਹੇ ਹੋ? ਮੈਂ ਕਿਹਾ ਕਮਲਾ ਨਹਿਰੂ ਕਾਲਜ ਤੋਂ। ਹੂੰ। ਇਮਰੋਜ਼ ਜੀ ਨੂੰ ਆਵਾਜ਼ ਮਾਰੀ, ਈਮਾ ਇਹ ਆਪਣੀ ਕ੍ਰਿਸ਼ਨਾ ਦੇ ਕਾਲਜ, ਕ੍ਰਿਸ਼ਨਾ ਗਰੋਵਰ ਸਾਡੀ ਜਿਹੜੀ ਪ੍ਰਿੰਸੀਪਲ ਸੀ, ਉਹਨਾਂ ਨੇ ਹਾਂ, ਉਹਦੀ ਹਾਂ। ਕਿਤਾਬ ਵੀ ਅਨੁਵਾਦ ਕੀਤੀ ਸੀ, ਅੱਛੀ ਦੋਸਤ ਸੀ, ਉਹਦੇ ਜੀ। ਕਾਲਜ ਤੋਂ ਆਈ। ਹੂੰ, ਬਸ ਉਹ ਹੂੰ। ਮੁਲਾਕਾਤ ਤੋਂ ਬਾਅਦ ਮੈਂ ਮੁੜ ਕੇ ਨਹੀਂ, 1-2 ਸੈਮੀਨਾਰ ਰਸ਼ੀਅਨ ਅੰਬੈਸੀ ਦੇ ਦੇਖੇ, ਲੇਕਿਨ ਮੈਂ ਮਿਲੀ ਨਹੀਂ। ਇਸ ਗੱਲ ਨੂੰ ਸਾਲਾਂ ਦੇ ਸਾਲ ਲੰਘ ਗਏ। ਲੇਕਿਨ 84 ਵਿੱਚ ਜਦੋਂ ਮੇਰਾ ਵਿਆਹ ਆਇਆ, ਉਹਨਾਂ ਦੇ ਘਰ ਦੇ ਨੇੜੇ, ਤੇ ਮੈਂ ਸੈਰ ਕਰਦੇ ਹੋਏ ਹਸਰਤ ਨਾਲ ਦੇਖਿਆ ਕਰਦੀ ਸੀ, ਇਹ ਉਸ ਸ਼ਾਨੀ ਦਾ ਘਰ ਹੈ ਜਿਹਨੂੰ ਮੈਂ ਬਹੁਤ ਪਿਆਰ ਕਰਨੀ ਆ, ਪਰ ਮੇਰੀ ਹਿੰਮਤ ਨਹੀਂ ਹੋਈ ਸੀ। ਅੱਛਾ, ਹੂੰ, ਇਹ ਹੂੰ। ਖੂਬਸੂਰਤ ਗੱਲ ਇੱਕ ਹੋਰ ਸੀ
ਕਿ ਉਹਨਾਂ ਦੇ ਜੀ। ਨਾਲ ਮੈਂ ਸਕੂਲ ਵਿੱਚ ਨੌਕਰੀ ਕਰਦੀ ਸੀ ਤੇ ਹੂੰ, ਮੇਰੇ ਹੂੰ। ਸਾਡਾ ਘਰ ਜਿਹੜਾ ਸੀ ਉਹਦੇ ਘਰ ਦੇ ਸਾਹਮਣੇ, ਹੁਣ ਸਭ ਦੇ ਘਰ ਛੋਟੇ-ਮੋਟੇ ਲਾਨ, ਅੱਛਾ ਉਹ ਗ੍ਰੀਨਰੀ ਵਾਲਾ ਕਾਫੀ ਪਾਸ਼ ਇਲਾਕਾ ਮੰਨਿਆ ਜਾਂਦਾ ਹੈ, ਪਰ ਸਾਡੇ ਘਰ ਦੇ ਸਾਹਮਣੇ ਇੱਕ ਬਹੁਤ ਵੱਡਾ ਪਾਰਕ ਸੀ, ਜਿਹੜਾ ਅੱਛਾ। ਉਧਰ ਨਹੀਂ ਸੀ। ਤੇ ਹੂੰ, ਸਵੇਰੇ ਹੂੰ। ਸੈਰ ਕਰਦੇ ਅੰਮ੍ਰਿਤਾ ਜੀ ਇਮਰੋਜ਼ ਦੇ ਮੋਢੇ ਦਾ ਸਹਾਰਾ ਲੈ ਕੇ ਨਜ਼ਰ ਆਉਂਦੇ ਸੀ, ਪੰਜਾਬੀ ਰਾਈਟਰ ਕਰਤਾਰ ਸਿੰਘ ਦੁੱਗਲ ਨਜ਼ਰ ਆਉਂਦੇ ਸੀ, ਹੂੰ, ਹੂੰ। ਪ੍ਰਕਾਸ਼ਕ ਪਾਪਾ ਪ੍ਰੀਤਮ ਸਿੰਘ ਦਿਖਦੇ ਸੀ, ਜਸਵੰਤ ਆਰਟਿਸਟ ਦਿਖਦੇ ਸਨ, ਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਤੇ ਮੈਂ ਅਕਸਰ ਬਾਹਰ ਜਾ ਕੇ ਖੜੀ ਹੋ ਕੇ ਦੇਖਿਆ ਕਰਦੀ ਸਾਂ। ਤੇ ਬਸ ਇਹ ਉਸ ਤੋਂ ਬਾਅਦ ਇੰਨੇ ਸਾਲਾਂ ਬਾਅਦ 5 ਸਾਲਾਂ ਬਾਅਦ ਇਹਨਾਂ ਦਾ ਮੈਨੂੰ ਫੋਨ ਆਇਆ, ਸੌਰੀ, ਤੇ ਜਦੋਂ ਹੂੰ। ਤੋਂ ਫਿਰ ਮੇਰਾ ਉਹਨਾਂ ਨਾਲ ਲਗਾਤਾਰ ਮੁਲਾਕਾਤ ਦਾ ਸਿਲਸਿਲਾ ਬਣਦਾ ਗਿਆ। ਅਮੀਆ ਜੀ, ਅੱਜ ਕਿਉਂਕਿ ਆਪਾਂ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਗੱਲ ਕਰ ਰਹੇ ਹਾਂ, ਮੈਂ ਥੋੜ੍ਹੀ ਦੇਰ ਪਹਿਲਾਂ ਵੀ ਜ਼ਿਕਰ ਕੀਤਾ ਕਿ ਗੂਗਲ ਵਾਲਿਆਂ ਨੇ ਡੂਡਲ ਦੇ ਜ਼ਰੀਏ 2019 ਦੇ ਵਿੱਚ ਜਦੋਂ ਉਹਨਾਂ ਦਾ 100ਵਾਂ ਜਨਮ ਦਿਨ ਸੀ, ਉਹਨਾਂ ਨੂੰ ਉਸ ਵੇਲੇ ਯਾਦ ਕੀਤਾ ਸੀ। ਮੈਨੂੰ ਮੌਕਾ ਮਿਲਿਆ, ਮੈਂ ਕੁਝ ਗੱਲਾਂ ਉਹਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਉਹਨਾਂ ਨੂੰ ਗਿਆਨਪੀਠ ਪੁਰਸਕਾਰ ਦਿੱਤਾ ਗਿਆ, ਉਸ ਵੇਲੇ ਉਹਨਾਂ ਨੇ ਕੁਝ ਗੱਲਬਾਤ ਕਿਸੇ ਨੇ ਕੀਤੀ ਸੀ ਉਹਨਾਂ ਦੇ ਨਾਲ, ਤੇ ਉਹਨਾਂ ਨੇ ਆਪਣੇ ਜਨਮ ਬਾਰੇ ਕੁਝ ਗੱਲਬਾਤ ਸਾਂਝੀ ਕੀਤੀ। ਮੈਂ ਚਾਹੁੰਦੀ ਹਾਂ ਕਿ ਆਪਾਂ ਉਹ ਗੱਲਬਾਤ ਸੁਣਨ ਵਾਲਿਆਂ ਨੂੰ ਸੁਣਾਈਏ। जी। दोस्तों, अक्सर याद आता है जब मैं बहुत छोटी थी। नानी कहा करती थी, अरे जब तू पैदा हुई वर्षा ऋतु में 15 भादों को, तब देवता सो रहे थे। बाद में जाना कि शिशिर, वसंत और ग्रीष्म, ये 3 ऋतुएं देवताओं का दिन होती हैं, तब देवता जागते रहते हैं। और वर्षा, शरद और हेमंत उनकी रात होती हैं, तब देवता सोए रहते हैं। लगता है मैं जिंदगी भर जो सोचती रही, लिखती रही, वो सब देवताओं को जगाने का यत्न था, जो इंसान के भीतर सो गए हैं। वे- ਸੋ ਅਮੀਆ ਜੀ, ਇਹ ਅਮਰਤਾ ਜੀ ਦੀ ਆਪਣੀ ਆਵਾਜ਼ 'ਚ ਆਪਾਂ ਸੁਣੀ। हाँ जी। ਗਿਆਨਪੀਠ ਪੁਰਸਕਾਰ ਜਿਸ ਵੇਲੇ ਉਹਨਾਂ ਨੂੰ 1983 ਦੇ ਵਿੱਚ ਮਿਲਿਆ, ਉਦੋਂ ਇਹ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਕਿ ਉਹਨਾਂ ਦੀ ਨਾਨੀ ਉਹਨਾਂ ਬਾਰੇ ਕੀ ਕਿਹਾ ਕਰਦੀ ਸੀ। ਪਰ ਮੈਨੂੰ ਇਹ ਪਤਾ ਕਿ ਜਦੋਂ ਉਹਨਾਂ ਨੇ ਆਪਣਾ ਆਖਰੀ ਜਨਮ ਦਿਨ ਮਨਾਇਆ, ਉਸ ਮੌਕੇ ਤੇ ਤੁਸੀਂ ਮੌਜੂਦ ਸੀ। ਮੈਂ ਚਾਹੁੰਦੀ ਹਾਂ जी। ਕਿ ਸਾਡੇ ਸੁਣਨ ਵਾਲਿਆਂ ਦੇ ਨਾਲ ਤੁਸੀਂ ਉਹ ਪਲ ਵੀ ਸਾਂਝੇ ਕਰੋ। ਅਮਰਤਾ ਜੀ ਦਾ ਜਨਮ ਦਿਨ ਵੈਸੇ ਤੇ ਹਰ ਸਾਲ ਆਪਣੇ ਆਪ ਕੋਈ ਇਨਵਾਈਟ ਨਹੀਂ ਕਰਦੇ ਸੀ, ਹੂੰ, ਹੂੰ। ਕਿੱਥੋਂ ਕਿੱਥੋਂ ਲੋਕ ਆ ਜਾਂਦੇ ਸੀ। ਕਈ ਲੋਕ ਤੇ ਬਾਹਰ ਦਾ ਪਲਾਨ ਹੀ ਉਹੀ ਕਰਦੇ ਸੀ ਕਿ ਉਹਨਾਂ ਦਾ ਜਨਮ ਦਿਨ ਮਨਾਇਆ ਜਾਏ। ਹੂੰ, ਹੂੰ। ਖੁਸ਼ਵੰਤ ਸਿੰਘ ਦੇ, ਮੋਹਨਜੀਤ, ਬਹੁਤ ਬਹੁਤ ਲੋਕ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਸੀ। ਤੇ ਮੈਂ ਵੀ 89 ਤੋਂ ਬਾਅਦ ਇਸ ਜਨਮ ਦਿਨ ਵਿੱਚ ਸ਼ਾਮਿਲ ਹੋ ਗਈ। ਹੂੰ, ਬੜਾ ਹੂੰ। ਜਸ਼ਨ ਵਾਲਾ ਮਾਹੌਲ ਹੁੰਦਾ ਸੀ, ਕਵਿਤਾਵਾਂ ਸੁਣਾਉਣਾ, ਖਾਣਾ ਪੀਣਾ, ਹੱਸਣਾ, ਸਾਰਾ ਕੁਝ ਚੱਲਦਾ ਸੀ। ਲੇਕਿਨ ਫਿਰ ਜਦੋਂ ਅਮਰਤਾ ਜੀ ਬਿਮਾਰ ਰਹਿਣ ਲੱਗ ਪਏ ਗਿਰਨ ਤੇ ਇੱਕ ਹਾਦਸੇ ਕਾਰਨ, ਤੇ ਬਿਸਤਰ ਤੇ ਉਹਨਾਂ ਦਾ ਆਸਤਾ ਆਸਤਾ ਉਹਨਾਂ ਦੀਆਂ ਥੋੜੀ ਐਕਟੀਵਿਟੀਜ਼ ਘਟਦੀਆਂ ਗਈਆਂ। ਪਰ ਹੂੰ, ਮੈਨੂੰ ਹੂੰ। ਯਾਦ ਹੈ ਕਿ 2002 ਵਿੱਚ ਉਹਨਾਂ ਨੇ ਆਪਣਾ ਆਖਰੀ ਜਨਮ ਦਿਨ ਜਿਹੜਾ ਮਨਾਇਆ, ਉਹ ਇੱਕ ਅਲੱਗ ਹੀ ਚਾਅ ਸੀ ਉਹਨਾਂ ਨੂੰ, ਕਿਉਂਕਿ ਮੈਂ ਉਸ ਸਮੇਂ ਲਲਾਰੀ ਕੋਲ ਚੁੰਨੀ ਰੰਗਵਾ ਰਹੀ ਸੀ ਜਦ ਅਮਰਤਾ ਜੀ ਦਾ ਫੋਨ ਆਇਆ, ਹੂੰ, ਹੂੰ। ਅਮੀਆਂ ਮੈਂ ਬਹੁਤ ਬੰਦੇ ਨਹੀਂ ਇਕੱਠੇ ਕਰ ਰਹੀ ਕਿਉਂਕਿ ਹੁਣ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਤੇ ਹੂੰ, ਹੂੰ। ਮੈਨੂੰ ਇੰਨੀ ਖੇਚਲ ਨਹੀਂ ਦੇਣਾ ਚਾਹੁੰਦੀ, ਪਰ ਤੂੰ ਜ਼ਰੂਰ ਆਈ ਜਨਮ ਦਿਨ ਤੇ। ਅੱਛਾ। ਤੇ ਮਤਲਬ ਉਸ ਦਿਨ ਸਪੈਸ਼ਲ ਕਿਉਂ, ਕਿਉਂਕਿ ਉਹਨਾਂ ਨੇ ਕਿਹਾ ਉਹ ਸਾਈਂ ਕਾਕਾ ਨੂੰ ਬੜੇ ਮੰਨਦੇ ਸੀ, ਕਈ ਜੋਸ਼ੀਆਂ ਕਈ ਸਾਧੂਆਂ ਨੂੰ ਬਹੁਤ ਮੰਨਦੇ ਸੀ, ਤੇ ਹੂੰ, ਹੂੰ। ਉਹਦੇ ਚ ਸਾਈਂ ਕਾਕਾ ਇੱਕ ਸਨ। ਕਹਿੰਦੇ ਨੇ ਕੱਲ ਸਾਈਂ ਕਾਕਾ ਦਾ ਵੀ ਜਨਮ ਦਿਨ ਹੈ। ਸਾਈਂ ਹੂੰ, ਹੂੰ। ਕਾਕਾ ਨੂੰ ਆਪਣਾ ਜਨਮ ਦਿਨ ਯਾਦ ਨਹੀਂ, ਲੇਕਿਨ ਉਹ ਜਨਮ ਅਸ਼ਟਮੀ ਵਾਲੇ ਦਿਨ, ਸ਼ਾਇਦ ਪੈਦਾ ਹੋਣ ਵੇਲੇ ਜਨਮ ਅਸ਼ਟਮੀ ਹੋਏਗੀ, ਉਹ ਆਪਣਾ ਜਨਮ ਦਿਨ ਮਨਾਉਂਦੇ ਸੀ। ਤੇ ਹੂੰ। ਸੰਜੋਗ ਨਾਲ 2002 ਚ ਜਨਮ ਅਸ਼ਟਮੀ ਸੀ, ਕਾਕਾ ਜੀ ਦਾ ਜਨਮ ਦਿਨ ਸੀ, ਅਮਰਤਾ ਦਾ ਜਨਮ ਦਿਨ ਸੀ ਤੇ ਕ੍ਰਿਸ਼ਨ ਜੀ ਦਾ ਜਨਮ ਦਿਨ ਸੀ, ਤੇ ਤਿੰਨ ਓਕੇ। ਮਹਾਨ ਸ਼ਖਸੀਅਤਾਂ ਦੇ ਜਨਮ ਇੱਕੋ ਵੇਲੇ। ਤੇ ਅਮਰਤਾ ਜੀ ਨੇ ਕਿਹਾ ਉਹ ਮੇਰਾ ਹਾਲੇ ਤੱਕ ਸਭ ਤੋਂ ਖੂਬਸੂਰਤ ਪ੍ਰਾਪਤੀ, ਉਹਨਾਂ ਨੇ ਬੜਾ ਕੁਝ ਮੈਨੂੰ ਦਿੱਤਾ, ਬੜੇ ਹੂੰ, ਉਹਨਾਂ ਹੂੰ। ਦੇ ਨਾਲ ਮੇਰੇ ਨਾਮ ਹੋਏ, ਲੇਕਿਨ ਉਹ ਪ੍ਰਾਪਤੀ ਮੈਨੂੰ ਇਸ ਕਰਕੇ ਵੇ ਕਿ ਮੈਂ ਜਦੋਂ ਅਗਲੇ ਦਿਨ ਉਹਨਾਂ ਦੇ ਘਰ ਗਈ, ਅਸਮਾ ਸਲੀਮ, ਇੱਕ ਹੋਰ ਮੁੰਡਾ ਉਹਨਾਂ ਦੇ ਨਾਲ ਚਾਹੁੰਦਾ ਸੀ, ਰਾਜੇਸ਼, ਮੋਹਨਜੀਤ, ਅਸੀਂ ਸਾਰੇ ਇਕੱਠੇ ਸਾਂ, ਬਸ ਥੋੜੀ ਜਿਹੀ ਲੋਕ ਸਾਂ। ਹੂੰ। ਤੇ ਉਹ ਜਦੋਂ ਕਾਕਾ ਜੀ ਐਂਡ ਪਹਿਲੀ ਤਿਆਰੀ ਸੀ, ਮੈਂ ਇੱਕ ਵੱਡੇ ਜੀ ਗਣੇਸ਼ ਜੀ ਦੀ ਮੂਰਤੀ ਲੈ ਕੇ ਗਈ ਸੀ ਨਗਾਂ ਜਿਹੜੀ, ਉਹ ਉਹਨਾਂ ਦਿੱਤੀ ਅਮਰਤਾ ਨੂੰ, ਕਹਿੰਦੇ ਨਹੀਂ ਇਹ ਸਾਈਂ ਕਾਕਾ ਨੂੰ ਦੇਣੀ, ਉਹਨਾਂ ਨੇ ਰੱਖ ਲਈ। ਤੇ ਜਦੋਂ ਅੰਦਰ ਆਏ ਸਾਈਂ ਕਾਕਾ ਨਾਲ ਹੱਥ ਫੜ ਕੇ ਅਮਰਤਾ ਜੀ, ਤੇ ਸਾਰਿਆਂ ਨੂੰ ਉਹਨਾਂ ਨੇ
ਫੁੱਲਾਂ ਦੀ, ਗੁਲਾਬ ਦੇ ਪੰਖੜੀਆਂ ਦੀ ਸੋਟ ਕੀਤੀ, ਉਹਨਾਂ ਤੇ ਸੁੱਟ ਗਏ। ਬੜਾ ਖੂਬਸੂਰਤ ਸਮਾਂ ਸੀ। ਤੇ ਬੈੱਡ ਤੇ ਜਦੋਂ ਮਾਤਾ ਜੀ ਸਹਾਰਾ ਲੈ ਕੇ ਬੈਠੇ, ਮੈਨੂੰ ਕੋਲ ਬੁਲਾ ਲਿਆ, ਮੈਂ ਬੈਠ ਗਈ। ਤੇ ਉਦੋਂ ਅਸਮਾ ਸਲੀਮ ਤੇ ਹੋਰ ਲੋਕਾਂ ਨੇ ਨਾ ਉਹਨਾਂ ਦੇ ਗਲੇ 'ਚ ਉਹ ਹਾਰ ਪਾਇਆ, ਅੱਛਾ। ਗੇਂਦੇ ਦੇ ਫੁੱਲਾਂ ਦਾ। ਹਾਂ, ਹਾਂ। ਤੇ ਅੰਮ੍ਰਿਤਾ ਜੀ ਨੇ ਪਹਿਲੇ ਤੇ ਮੇਰੀ ਵਾਲੀ ਗਣੇਸ਼ ਜੀ ਦੀ ਮੂਰਤੀ ਦੱਸ ਦਿੱਤਾ ਉਹਨਾਂ ਨੂੰ ਕਿ ਅੰਮੀਆਂ ਮੇਰੇ ਲਈ ਲਿਆਈਏ ਤੋਹਫਾ। ਸਾਈਂ ਕਾਕਾ ਦਿੱਤੀ। ਸਾਈਂ ਕਾਕਾ ਮੇਰੇ ਵੱਲ ਦੇਖ ਕੇ ਹੱਸ ਪਏ, ਦੇਖੋ ਤੁਮਾਰਾ ਤੋਹਫਾ ਮੇਰਾ ਬਣ ਗਿਆ। ਮੈਂ ਕਿਹਾ ਅੱਛਾ। ਹਾਂਜੀ। ਤੇ ਫਿਰ ਅੰਮ੍ਰਿਤਾ ਜੀ ਨੇ ਜਿਹੜਾ ਆਪਣੇ ਗਲੇ 'ਚੋਂ ਹਾਰ ਕੱਢ ਕੇ ਮੇਰੇ ਗਲੇ 'ਚ ਪਾਉਂਦੇ ਕਿਹਾ, ਇਹ ਹਾਰ ਤਾਂ ਦੋਸਤਾਂ ਦੇ ਗਲੇ ਸੌਂਪਦੇ ਨੇ। ਉਹ ਅੱਛਾ। ਖੂਬਸੂਰਤ ਪਲ ਜਿਹੜੇ ਕੈਮਰੇ ਨੇ ਕੈਦ ਕਰ ਲਈ, ਉਹ ਮੇਰੇ ਲਈ ਸਭ ਤੋਂ ਵੱਡੀ ਅਚੀਵਮੈਂਟ ਅੱਗੇ। ਤੇ ਉਹ ਜਿਹੜਾ ਜਸ਼ਨ ਸੀ, ਉਹ ਇੱਕ ਅਲੱਗ ਸੀ। ਥੱਕ ਗਏ ਸਨ, ਲੇਕਿਨ ਉਹ ਜਿਹੜਾ ਚਾਅ ਸੀ, ਉਹ ਨਾਲ ਜਿਹੜਾ ਬੈਠਣਾ ਸੀ, ਔਰ ਬਹੁਤ ਘੱਟ ਲੋਕ, ਨਹੀਂ ਤਾਂ ਉਹਨਾਂ ਦੇ ਘਰ ਇੱਕ ਹਜੂਮ ਬਣ ਜਾਂਦਾ ਸੀ। ਲੋਕੀ ਮੌਕੇ ਲੱਭਦੇ ਸੀ ਉਹਨਾਂ ਨੂੰ ਮਿਲਣ ਦੇ, ਬਹਾਨੇ ਲੱਭਦੇ ਸੀ। ਤੇ ਮਤਲਬ ਉਹ ਇੱਕ ਯਾਦਗਾਰੀ। ਉਸ ਤੋਂ ਬਾਅਦ ਉਹਨਾਂ ਨੇ 2005 ਤੇ ਉਹਨਾਂ ਦੀ ਡੈਥ ਹੋਈ ਆਪਣੇ ਬਰਥਡੇ ਤੋਂ ਪੂਰੇ 2 ਮਹੀਨੇ ਬਾਅਦ। ਲੇਕਿਨ ਉਹ 2-3 ਬਰਥਡੇ ਮੈਂ ਬਰਾਬਰ ਜਾਂਦੀ ਰਹੀ। ਹੁਣ ਵੀ ਕੱਲ ਮੈਂ, ਕਿਉਂਕਿ ਉਹ ਬੰਬੇ ਨੇ ਉਹਨਾਂ ਦੀ ਫੈਮਿਲੀ, ਤੇ ਮੈਂ ਇਸ ਵੇਲੇ ਕਸ਼ਮੀਰ ਹਾਂ, ਤੇ ਮੈਂ ਫੋਨ ਤੇ ਮੁਬਾਰਕ ਦਿੱਤੀ ਅਲਕਾ ਨੂੰ। ਤੇ ਅਸੀਂ ਹਰ ਸਾਲ ਮਿਲਦੇ ਰਹੇ। ਤੇ ਉਹ ਉਸ ਦਿਨ ਹਲਵਾ ਬਣਾਉਂਦੀ ਸੂਜੀ ਦਾ ਉਹਨਾਂ ਦੀ ਨੂੰ, ਤੇ ਉਹ ਕਰਦੀ। ਤੇ ਬਿਮਾਰੀ ਦੇ ਦਿਨਾਂ 'ਚ ਵੀ 2-3 ਸਾਲ ਜਿਹੜੇ ਲੰਘੇ, ਮੈਂ ਬਰਾਬਰ ਉੱਥੇ ਫਿਰ ਫੋਨ ਅਟੈਂਡ ਕਰਦੀ ਸੀ। ਕਦੀ ਕਿੱਦਾਂ ਫੋਨ ਆ ਗਿਆ ਉਹਨਾਂ ਨੂੰ ਵਿਸ਼ ਕਰਨ ਲਈ, ਕਦੀ ਕਿੰਨਾ ਆ ਗਿਆ। ਤੇ 2019 ਦੀ ਖੂਬਸੂਰਤ ਗੱਲ ਹੈ ਵੀ ਜਿਹੜਾ ਤੁਸੀਂ ਦੱਸਿਆ ਗੂਗਲ ਵਾਲਿਆਂ ਨੇ ਵੀ ਮਨਾਇਆ ਸਪੈਸ਼ਲ। ਉਹ ਲੋਕ ਦਿੱਲੀ ਆਏ, ਜਿਹੜਾ ਉਹਨਾਂ ਨੇ ਨਵਾਂ ਕਰ ਲਿਆ, ਉਸ ਖਾਸ ਛੱਡ ਕੇ ਗ੍ਰੇਟਰ ਲਾਇਆ। ਉੱਥੇ ਥੋੜੇ ਜਿਹੇ ਅੰਮ੍ਰਿਤਾ ਜੀ ਦੇ ਜਿਨ੍ਹਾਂ ਨਾਲ ਅੰਮ੍ਰਿਤਾ ਪਿਆਰ ਕਰਦੇ ਸੀ, ਹਾਲਾਂਕਿ ਕਈ ਲੋਕ ਨਹੀਂ ਵੀ ਆ ਸਕੇ, ਚਾਂਸ ਨਾਲ ਲੱਭਦੇ ਨਹੀਂ ਸੀ, ਉਹ ਉਹਨਾਂ ਨੇ ਅੱਛੇ ਢੰਗ ਨਾਲ ਜਨਮ ਦਿਨ ਮਨਾਇਆ ਕਿ ਅੰਮ੍ਰਿਤਾ ਜੀ ਅੱਜ ਹੁੰਦੇ ਤੇ 100 ਸਾਲ ਦੇ ਹੁੰਦੇ। ਤੇ ਬਿਲਕੁਲ। ਅਮੀ ਜੀ, ਮੈਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਗੱਲ ਜਿਹੜੀ ਉਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਅੰਮ੍ਰਿਤਾ ਜੀ ਬਹੁਤ ਸਪਿਰਿਚੁਅਲ ਵੀ ਸਨ, ਜਾਂ ਰਿਲੀਜੀਅਸ, ਕੀ ਕਹੋਗੇ ਤੁਸੀਂ ਕਿ ਕਿਹੋ ਜਿਹੀ ਸ਼ਖਸੀਅਤ ਸਨ ਉਹ? ਰਿਲੀਜੀਅਸ ਤੇ ਨਹੀਂ ਸਨ, ਪਰ ਹੂੰ, ਮਤਲਬ ਸਪਿਰਿਚੁਅਲ ਤੇ ਉਮਰ ਵਧਣ ਨਾਲ ਇਹ ਕੁਛ ਇੱਕ ਤੇ ਵੈਸੇ ਹੀ ਅਧਿਆਤਮਕ ਰੁਚੀ ਵਧਦੀ, ਇੱਕ ਤੁਹਾਡਾ ਲੈਵਲ ਜਿਹੜਾ ਮੈਂਟਲ ਦਾ ਹੋਰ ਤਰ੍ਹਾਂ ਉੱਚਾ ਹੁੰਦਾ ਹੈ। ਦੂਜੇ ਹੂੰ, ਪਤਾ ਨਹੀਂ ਕੀ ਹੁੰਦਾ ਹੈ ਕਿ ਤੁਸੀਂ ਇੰਨਾ ਵਿਸ਼ਵ ਦਾ ਸਾਹਿਤ ਪੜ੍ਹ ਲੈਂਦੇ ਹੋ, ਕਦੀ ਉਹਦੇ ਤੋਂ ਉਪਰਾਮ ਹੋ ਜਾਂਦੇ, ਕਦੀ ਉਹਦੇ 'ਚ ਭਿੱਜ ਜਾਂਦੇ ਹੋ। ਤੇ ਉਹਦੇ 'ਚ ਫਿਰ ਇੱਕ ਮਤਲਬ ਇਹੋ ਜਿਹੀ ਚੀਜ਼ਾਂ 'ਚ ਵੀ ਯਕੀਨ ਹੋਣ ਲੱਗ ਪੈਂਦਾ ਹੈ ਕਿ ਦੂਜਾ ਜਨਮ ਹੈ। ਅੰਮ੍ਰਿਤਾ ਜੀ ਬਹੁਤ ਮੰਨਦੇ ਸਨ, ਕਿਉਂਕਿ ਉਹਨਾਂ ਨੇ ਹਰ ਇੰਨਾ ਧਰਮ, ਹਿੰਦੂ ਮਿਥੋਲੋਜੀ, ਉਹਨਾਂ ਨੇ ਮਤਲਬ ਕਿਸੇ ਤਰ੍ਹਾਂ ਦੇ ਵੀ ਇੰਨੇ, ਉਹਨਾਂ ਨੇ ਵੇਦ ਸਾਰੇ ਪੜ੍ਹੇ ਹੋਏ ਸਨ ਕਿ ਆਸਤਾ ਆਸਤਾ ਉਹਨਾਂ ਨੂੰ ਆਪਣੇ ਰਚਾ ਲਿਆ। ਤੇ ਅਸੀਂ ਕਈ ਵਾਰੀ ਖੁਦ ਨੂੰ ਆਇਡੈਂਟੀਫਾਈ ਕਰਨ ਲੱਗ ਪੈਂਦੇ ਹਾਂ ਨਾ। ਉਹ ਜਿਵੇਂ ਉਹ ਗਿਆਨਗੰਜ ਕਹਿੰਦੇ ਸੀ, ਰੂਹਾਂ ਮਿਲਦੀਆਂ, ਮੈਂ ਹੂੰ, ਉੱਥੇ ਸਾਰੇ ਮਿਲ ਜਾਂਦੇ ਨੇ, ਮੈਂ ਮਿਲ ਕੇ ਆਈ ਹਾਂ ਫਲਾਣਾ, ਇਸ ਤਰ੍ਹਾਂ ਦਾ। ਇਹੋ ਜਿਹੇ ਵੇਲੇ ਥੋੜਾ ਜਿਹਾ ਮੈਂ ਇਸ ਚੀਜ਼ 'ਚ ਇੰਨਾ ਨਹੀਂ ਕੀਤਾ ਸੀ ਬਲੀਵ। ਉਦੋਂ 1-2 ਲੋਕ ਇਸ ਬਹਾਨੇ ਵੀ ਉਹਨਾਂ ਨਾਲ ਜੁੜੇ ਕਿ ਉਹਨਾਂ ਨਾਲ ਗੱਲਾਂ ਕਰਨ, ਇਸ ਚੀਜ਼ ਦੀਆਂ, ਫਲਾਣਾ ਹੈ ਵੇ ਇੱਧਰ ਹੈ, ਮਤਲਬ ਇਸ ਤਰ੍ਹਾਂ ਦੀ ਦੇਵੀ ਦੇਵਤਿਆਂ ਦੀ ਜਾਂ ਅਧਿਆਤਮਿਕ। ਪਰ ਅੰਮ੍ਰਿਤਾ ਜੀ ਨੇ ਬਹੁਤ ਖੂਬਸੂਰਤ ਕਿਤਾਬਾਂ ਉਹਨਾਂ ਦੇ ਮਤਲਬ ਤਾਰਕਿਕ ਢੰਗ ਨਾਲ ਲਿਖੀਆਂ, ਜਿਹਦੇ 'ਚ ਐਤਿਕ ਭਵਨੋਂ ਕੀ ਗਾਥਾ ਪਹਿਲੀ ਕਿਤਾਬ ਸੀ ਉਹ, ਹੂੰ, ਉਸ ਤੋਂ ਮਤਲਬ ਮੇਰੇ ਨਾਮ ਵਾਲੀ। ਲੇਕਿਨ ਇਹ ਸਾਰੀਆਂ ਜਿਹੜੀਆਂ ਮਨ ਮਿਰਜ਼ਾ, ਤਨ ਸਾਹਿਬਾਂ, हुजरे दी मिट्टी, कायनात से आगे, हरे धागे का रिश्ता, लाल धागे का रिश्ता, अज्ञात का निमंत्रण, ऐसा दी बहुत सारी उन्होंने किताबां लिखियां। ते ਹੂੰ। मतलब उन्हां दा यकीन सी। ਜਿਹੜੀ ਉਹਨਾਂ ਦੀ ਰਚਨਾ ਸੀ, ਆਖਾਂ ਵਾਰਿਸ ਸ਼ਾਹ ਨੂੰ, हम्म, ਦੁਨੀਆ ਦੇ ਵਿੱਚ ਧੁੰਮਾਂ ਪੈ ਗਈਆਂ ਉਸ ਰਚਨਾ ਤੋਂ ਬਾਅਦ। हाँ जी, ਅ, ਹੁਣ ਤੱਕ ਵੀ ਕਹਿੰਦੇ ਕਿ ਉਹ ਵਾਰਿਸ ਸ਼ਾਹ ਦੀ ਮਜ਼ਾਰ ਦੇ ਉੱਤੇ ਗਾਈ हाँ जी, ਜਾਂਦੀ ਹੈਗੀ ਆ। हाँ ਪਰ जी, ਇਹ हाँ ਗੱਲ जी, ਹੈ ਕਿ ਜਦੋਂ ਕਹਿੰਦੇ ਕਿ ਇਹ ਰਚਨਾ ਉਹਨਾਂ ਵੱਲੋਂ ਲਿਖੀ ਗਈ ਸੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ਕਿ ਇਹ ਤਾਂ ਆਵਾਜ਼ ਕਿਸੇ ਪੀਰ ਪੈਗੰਬਰ ਨੂੰ ਦਿੱਤੀ ਜਾਣੀ ਚਾਹੀਦੀ ਸੀ, ਇਹ ਤਾਂ ਕਿਸੇ ਗੁਰੂ ਨੂੰ ਆਵਾਜ਼ ਮਾਰੀ ਜਾਣੀ ਚਾਹੀਦੀ ਸੀ। ਇਹ ਜਿਹੜਾ ਆਵਾਜ਼ ਦਿੱਤੀ ਗਈ ਆ ਵਾਰਿਸ ਸ਼ਾਹ ਨੂੰ, ਇਹ ਕਿਸ ਆਧਾਰ ਦੇ ਉੱਤੇ ਦਿੱਤੀ ਗਈ ਹੈ? ਥੋੜਾ ਜਿਹਾ ਮੈਂ ਇਹਦੇ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇੱਕ ਪਾਸੇ ਤਾਂ ਉਸ ਰਚਨਾ ਦੀ ਇੰਨੀ ਜ਼ਿਆਦਾ ਮਕਬੂਲੀਅਤ, ਇੰਨਾ ਪਿਆਰ, ਦੂਜਾ ਉਸ ਚੀਜ਼ ਤੇ ਇਤਰਾਜ਼। ਕਦੇ ਅੰਮ੍ਰਿਤਾ ਜੀ ਨਾਲ ਗੱਲਬਾਤ ਹੁੰਦੀ ਸੀ ਇਸ ਮਸਲੇ ਦੇ ਉੱਤੇ? हाँ जी। ਉਹ ਹੂੰ, ਪਤਾ ਨਹੀਂ ਲੋਕਾਂ 'ਚ ਕੀ ਸੀ, ਇੱਕ ਐਕਚੁਅਲੀ ਕਿਸੇ ਔਰਤ ਨੂੰ ਇੰਨਾ ਉੱਚੇ ਦੇਖਣਾ ਉਹ ਬਰਦਾਸ਼ਤ ਨਹੀਂ ਹੁੰਦਾ। ਹਲੇ ਵੀ ਹੂੰ, ਹੂੰ, ਪਿਤਰੀ ਸੱਤਾ ਸਾਡੀ ਆਪਣੀ ਉਹਦੀ ਹੋਮੇ ਵਿੱਚ ਕਹਿ ਨਾ ਕੇ, ਤੇ ਖਾਸ ਕਰਕੇ ਅੰਮ੍ਰਿਤਾ ਨੂੰ ਨਿਮਿਆਣ ਦੇ ਵੀ ਕਾਰਨ ਹੁੰਦੇ ਨੇ, ਬਹਾਨੇ ਲੱਭਣੇ। ਇਹ ਹੂੰ, ਨਾਨਕ ਨੂੰ ਲਿਖਣੀ ਚਾਹੀਦੀ, ਸੰਬੋਧਿਤ ਹੋਣੀ ਚਾਹੀਦੀ ਸੀ, ਇਹ ਲੈਨਿਨ ਨੂੰ ਸੰਬੋਧਿਤ ਹੋਣੀ ਚਾਹੀਦੀ ਸੀ।
मतलब ਕਾਫੀ ਇਹਦਾ ਹੋਇਆ, ਪਰ ਇਸ ਦੇ ਬਾਵਜੂਦ ਉਹਨਾਂ ਦਿਨਾਂ 'ਚ ਕਹਿੰਦੇ ਨੇ ਲੋਕ ਆਪਣੀ ਜੇਬ ਵਿੱਚ ਪਾ ਕੇ ਰੱਖਦੇ ਸੀ ਇਹ ਕਵਿਤਾ। ਮੈਂ ਵੀ ਪਹਿਲੀ ਵਾਰ ਆਪਣੀ ਮਾਂ ਦੇ ਮੂੰਹੋਂ ਸੁਣੀ ਸੀ, ਹਾਲਾਂਕਿ ਮੇਰੀ ਮਾਂ ਨੇ 1947 ਦੀ ਵੰਡ ਨਹੀਂ ਦੇਖੀ, ਉਹ ਜੀ। ਈਰਾਨ ਦੀ ਹੈਗੀ ਹੈ, ਵਿਆਹ ਤੋਂ ਬਾਅਦ 1950 'ਚ ਪਹਿਲੀ ਵਾਰ ਇੰਡੀਆ ਆਏ, ਲੇਕਿਨ ਇਹ ਉਹਨਾਂ ਨੂੰ ਇੰਨੀ ਪਸੰਦ ਸੀ, ਉਹ ਗਾਉਂਦੇ ਹੋਏ ਰੋਂਦੇ ਰੋਂਦੇ ਗਾਇਆ ਕਰਦੇ ਸਨ। ਮੇਰੇ ਫਾਦਰ ਬੜੇ ਫੈਨ ਸਨ ਅੰਮ੍ਰਿਤਾ ਦੇ, ਤੇ ਐਸਾ, ਲੇਕਿਨ ਕਹਿਣ ਵਾਲਿਆਂ ਦਾ ਕਹਿਣਾ ਹੈ, ਲੇਕਿਨ ਇਸ ਦੇ ਬਾਵਜੂਦ ਇਹਨੇ ਹੱਦਾਂ ਸਰਹੱਦਾਂ ਟੱਪੀਆਂ ਇਸ ਗੀਤ ਨੇ, ਔਰ ਇਹ ਇੱਕ ਕਾਰਨ ਹੀ ਅੰਮ੍ਰਿਤਾ ਪਛਾਣੀ ਜਾਂਦੀ। ਉਸ ਤੋਂ ਬਾਅਦ ਮੈਂ ਤੈਨੂੰ ਫੇਰ ਮਿਲਾਂਗੀ ਨੂੰ ਇਹੋ ਜਿਹੀ ਮਕਬੂਲੀਅਤ ਮਿਲੀ ਜੋ ਉਹਨਾਂ ਨੇ ਬਿਲਕੁਲ। ਡੈਥ ਦੇ ਨੇੜੇ ਲਿਖੀ। ਤੇ ਹੂੰ। ਇਹ ਮਤਲਬ ਉਹਨਾਂ ਦੀ ਇਹ ਕਹਿੰਦੇ ਨੇ ਕਿ ਦੇਖੋ ਵੀ ਮੈਂ ਜਿਹੜਾ ਨਾਨਕ ਵਗੈਰਾ ਠੀਕ ਹੈ, ਉਹਨਾਂ ਨੇ ਵੀ ਔਰਤ ਦੇ ਹੱਕ ਲਈ ਆਵਾਜ਼ ਉਠਾਈ, ਲੇਕਿਨ ਮੈਨੂੰ ਜਿਹੜਾ ਇੱਕਦਮ ਝਟਕਾ ਪਿਆ ਕਿ ਇੱਕ ਹੀਰ ਕਰਕੇ ਵਾਰਿਸ ਸ਼ਾਹ ਨੇ ਇੱਕ ਉਹਦਾ ਦਰਦ ਵਿੱਚ ਭਿੱਜ ਕੇ ਇੰਨੀ ਗੱਲ ਕੀਤੀ ਸੀ। ਉਹ ਜਦੋਂ ਦੇਹਰਾਦੂਨ ਦੇ ਰਸਤੇ ਚੋਂ ਆ ਰਹੇ ਸੀ 19 ਸਾਲ, ਜੋ ਉਹਨਾਂ ਨੇ ਮਾਰ ਕਾਟ ਤੱਕੀ, ਜੋ ਔਰਤਾਂ ਦੀ ਬੇਪਤ ਹੁੰਦੀ ਦੇਖੀ, ਜੋ ਲਹੂ ਦੀ ਉਹ ਦੇਖੀ, ਤੇ ਕਹਿੰਦੇ ਮੈਨੂੰ ਇੱਕਦਮ ਹੀ ਉਹਦਾ ਧਿਆਨ ਹੈ। ਇਹ ਤੇ ਜੋ ਆਉਂਦਾ ਉਸ ਸਮੇਂ, ਬੰਦਾ ਇਹ ਨਹੀਂ ਸੋਚਦਾ ਮੈਂ ਇਹਨੂੰ ਸੰਬੋਧਿਤ ਹੋ ਕੇ ਲਿਖਾਂ ਤੇ ਉਹਨੂੰ ਕਰਾਂ, ਤੇ ਉਹਨਾਂ ਨੇ ਮਤਲਬ ਸਹਿਜ ਸੁਭਾਅ ਲਿਖਿਆ ਸੀ, ਉਹਦੇ ਚ ਉਹਨਾਂ ਦੇ ਕੋਈ ਪਲੈਨਿੰਗ ਤੇ ਸੀ ਨਹੀਂ ਕਿ ਉਹ ਨਾ ਕੋਈ ਠੇਕੇ ਤੇ ਕਵਿਤਾ ਲਿਖੀ ਗਈ ਸੀ, ਇਹ ਤੇ ਉਹਨਾਂ ਦੇ ਉਹਨਾਂ ਦੇ ਅੰਦਰੋਂ ਉਮੜੀ ਸੀ, ਤੇ ਉਹਨਾਂ ਨੂੰ ਇੱਕਦਮ ਵਾਰਿਸ ਹੀ ਨਜ਼ਰ ਆਇਆ ਕਿ ਜਿਹਨੂੰ ਸੰਬੋਧਿਤ ਕਰ ਸਕਦੇ ਨੇ, ਜਿਹਨੂੰ ਉਹ ਕਹਿ ਸਕਦੇ ਨੇ ਕਿ ਤੂੰ ਕਿਹੜੀ ਕਬਰ ਸੋ ਗਿਆ ਕਿ ਅੱਜ ਇੰਨੀਆਂ ਹੀਰਾਂ ਰੁਲ ਰਹੀਆਂ ਨੇ, ਇੰਨੀਆਂ ਬੇਪਤ ਹੋ ਰਹੀਆਂ। ਆਪਾਂ ਅੰਮ੍ਰਿਤਾ ਹੁਣਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇਹ ਰਚਨਾ ਸੁਣਦੇ ਹਾਂ ਜੀ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਬੈਣ, ਵੀ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ, ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ। ਇਸ ਜ਼ਰਖੇਜ਼ ਜ਼ਮੀਨ ਤੇ ਲੂੰ ਲੂੰ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ। ਵਿਹੋ ਬਲਿੱਸੀ ਵਾਹ ਫਿਰ ਵਣ ਵਣ ਬੱਗੀ ਜਾ, ਉਹਨੇ ਹਰ ਇੱਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ। ਨਾਗਾ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਵੇ ਗਲਿਓਂ ਟੁੱਟੇ ਗੀਤ ਫਿਰ, ਤਰਕਲਿਓਂ ਟੁੱਟੀ ਤੰਦ, ਤ੍ਰਿੰਜਨੋਂ ਟੁੱਟੀਆਂ ਸੇਲੀਆਂ, ਚਰਖੜੇ ਕੂਕਰ ਬੰਦ। ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਗ ਅੱਜ ਪਿਪਲਾਂ ਦਿੱਤੀ ਤੋੜ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਉਹ ਵੰਝਲੀ ਗਈ ਗੁਆਚ। ਵੇ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਉਹ ਵੰਝਲੀ ਗਈ ਗੁਆਚ। ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ। ਧਰਤੀ ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ। ਧਰਤੀ ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ। ਅੱਜ ਸਭੇ ਕੈਦੋਂ ਬਣ ਗਏ, ਵੇ ਅੱਜ ਸਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ।
अज कित्थों लियाइए लब के वारिस शाह एक होर, अज आखां वारिस शाह नूं कितों कबरां विचों बोल, ते अज किताबे इश्क दा कोई अगला बरका बोल। ਸੋ ਅਮੀਆ ਜੀ, ਅੱਜ ਅੰਮ੍ਰਿਤਾ ਜੀ ਨੂੰ ਆਪਾਂ ਯਾਦ ਕਰ ਰਹੇ ਹਾਂ। ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਰਚਨਾ ਸੁਣੀ ਸਾਡੇ ਸੁਣਨ ਵਾਲਿਆਂ ਨੇ। ਮੈਂ ਉਮੀਦ ਕਰਦੀ ਹਾਂ ਕਿ ਚੰਗਾ ਲੱਗਾ ਹੋਵੇਗਾ। ਅਮੀਆ ਜੀ, ਜਦੋਂ ਮੈਂ ਅੰਮ੍ਰਿਤਾ ਹੁਣਾਂ ਬਾਰੇ ਰਿਸਰਚ ਕਰਨ ਦੀ ਸੋਚ ਰਹੀ ਸੀ, ਕੁਝ ਕੁ ਇਨਫੋਰਮੇਸ਼ਨ ਮੈਂ ਉਹਨਾਂ ਬਾਰੇ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਦੇ ਵਿੱਚ ਇੱਕ ਮੈਨੂੰ ਬੜੀ ਇੰਟਰਸਟਿੰਗ ਗੱਲਬਾਤ ਲੱਗੀ ਕਿ ਸੋਵੀਅਤ ਰੂਸ ਤੋਂ ਇੱਕ ਵਾਰੀ ਕੁਝ ਲੇਖਕਾਂ ਨੂੰ, ਭਾਰਤ ਦੇ ਲੇਖਕਾਂ ਨੂੰ ਸੱਦਾ ਆਇਆ, ਉੱਥੇ ਇਨਵੀਟੇਸ਼ਨ ਆਇਆ ਤੇ ਕੁਝ ਲੇਖਕਾਂ ਨੇ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤੀ ਕਿ ਜੇ ਅੰਮ੍ਰਿਤਾ ਪ੍ਰੀਤਮ ਸਾਡੇ ਨਾਲ ਜਾਊਗੀ ਤਾਂ ਸਾਡੀਆਂ ਪਤਨੀਆਂ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਣੀ, ਇਸ ਕਰਕੇ ਅੰਮ੍ਰਿਤਾ ਪ੍ਰੀਤਮ ਸਾਡੇ ਨਾਲ ਨਹੀਂ ਜਾਣੀ ਚਾਹੀਦੀ। ਪਰ ਕੁਝ ਅੰਮ੍ਰਿਤਾ ਜੀ ਦੇ ਦੋਸਤ ਸਨ ਜਿਹੜੇ ਇਹ ਚੀਜ਼ ਚਾਹੁੰਦੇ ਸੀ ਕਿ ਅੰਮ੍ਰਿਤਾ ਵੀ ਨਾਲ ਜਾਣੇ ਚਾਹੀਦੇ ਹੈਗੇ ਆ। ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਦੋਸਤ ਸਯਾਦ ਜ਼ਹੀਰ ਉਹਨਾਂ ਦੇ ਕੋਲ ਆਏ ਤੇ ਆ ਕੇ ਉਹਨਾਂ ਨੇ ਬੜੇ ਅਫਸੋਸ ਨਾਲ ਭਰੇ ਮਨ ਦੇ ਨਾਲ ਅੰਮ੍ਰਿਤਾ ਹੁਣਾਂ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਤੁਸੀਂ ਜਿਹੜੀ ਕਮੇਟੀ ਹੈ ਜਿਹਨੇ ਇਹ ਫਾਈਨਲਾਈਜ਼ ਕਰਨਾ ਹੈ ਕਿ ਕਿਹੜੇ-ਕਿਹੜੇ ਲੇਖਕਾਂ ਨੇ ਜਾਣਾ, ਤੁਸੀਂ ਉਹਨਾਂ ਨੂੰ ਬੇਨਤੀ ਕਰ ਦਿਓ ਕਿ ਵੀ ਮੈਂ ਜਾਣਾ ਚਾਹੁੰਦੀ ਹਾਂ। ਤੇ ਅੰਮ੍ਰਿਤਾ ਜੀ ਨੇ ਬੜੇ ਨਮਰਤਾ ਦੇ ਨਾਲ ਇਸ ਗੱਲ ਦਾ ਜਵਾਬ ਦਿੱਤਾ। ਕਹਿੰਦੇ ਕਿ ਨਹੀਂ, ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਮੈਂ ਜਾਣਾ ਚਾਹੁੰਦੀ ਹਾਂ? ਕਹਿੰਦੇ ਮੈਂ ਤੁਹਾਡੀ ਸਤਿਕਾਰ ਕਰਦੀ ਹਾਂ, ਇੱਜ਼ਤ ਕਰਦੀ ਹਾਂ, ਤੁਸੀਂ ਮੇਰੇ ਕੋਲ ਆਏ, ਪਰ ਮੈਂ ਜਦ ਵੀ ਜਾਵਾਂਗੀ ਮੈਂ ਇਕੱਲੀ ਜਾਵਾਂਗੀ। ਉਸ ਸਮੇਂ ਨਾ ਕਿਸੇ ਪਾਠਕ ਨੂੰ, ਨਾ ਕਿਸੇ ਲੇਖਕ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਹਾਂ, ਇਹ ਔਰਤ ਦੁਨੀਆ ਭਰ ਦੇ ਵਿੱਚ ਜਾਏਗੀ, ਇਹਨੂੰ ਦੁਨੀਆ ਭਰ ਤੋਂ ਸੱਦੇ ਆਉਣਗੇ ਕਾਨਫਰੰਸਿਸ ਤੋਂ, ਚਾਹੇ ਉਹ ਯੂਨੈਸਕੋ ਹੈ ਜਾਂ ਰਸ਼ੀਆ ਹੈ, ਕਿਹੜੀ ਵੀ ਜਗ੍ਹਾ ਹੈ, ਫਰਾਂਸ ਹੈ, ਜਰਮਨੀ ਹੈ, ਇਹ ਜਾਵੇਗੀ, ਆਪਣੇ ਬਲਬੂਤੇ ਤੇ ਜਾਏਗੀ ਔਰ ਇਕੱਲੀ ਜਾਏਗੀ। ਇਹ ਚੀਜ਼ ਸੱਚ ਵੀ ਹੋਈ। ਕੀ ਗੱਲ ਸੀ? ਇਹੋ ਜਿਹੀ ਜਿਹੜੀ ਲੇਖਕਾਂ ਦੇ ਵਿੱਚ ਵੀ ਇੱਕ ਡਰ ਭੈ ਸੀ ਜਾਂ ਕਿਸੇ ਤਰ੍ਹਾਂ ਦੀ ਨਫ਼ਰਤ ਸੀ ਅੰਮ੍ਰਿਤਾ ਦੇ ਲਈ, ਇਹ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਸਾਡੀ ਬਹੁਤ ਸਾਰੇ ਸੁਣਨ ਵਾਲੇ ਹੋ ਸਕਦਾ ਅੱਜ ਪਹਿਲੀ ਵਾਰੀ ਇਹ ਇਨਫੋਰਮੇਸ਼ਨ ਤੁਹਾਡੀ ਜ਼ੁਬਾਨੀ ਸੁਣ ਰਹੇ ਹੋਣ। ਥੋੜ੍ਹਾ ਖੁੱਲ੍ਹ ਕੇ ਦੱਸੋ ਕਿਉਂਕਿ ਤੁਸੀਂ ਕਰੀਬ ਤੋਂ ਦੇਖਿਆ ਉਹਨਾਂ ਨੂੰ। एक्चुअली मतलब खास करके उस जमाने च एक औरत जहनी और जिस्मी दोनों तौर ते इन्नी खूबसूरत होए, ਉਹ ਹੂੰ, ਕਿੱਥੇ ਬਰਦਾਸ਼ਤ ਹੁੰਦਾ ਹੈ। ਮਰਦਾਂ ਨਹੀਂ ਬਰਦਾਸ਼ਤ ਹੁੰਦਾ ਤੇ ਸਾਡੀ ਜਿਹੜੀ ਸੋ ਕਾਲਡ ਸਾਦੀਆਂ ਦੀਆਂ ਔਰਤਾਂ ਜਿਹੜੀਆਂ ਘਰਾਂ ਨੂੰ ਜਕੜਨ ਦੀ ਕੋਸ਼ਿਸ਼ 'ਚ ਹੈਗੀਆਂ, ਸਾਡੇ ਘਰ ਨਾ ਟੁੱਟਣ ਤੇ ਕਿੱਥੇ ਹੂੰ, ਇਨਸਿਕਿਉਰ ਮਹਿਸੂਸ ਕਰਦੀਆਂ, ਕਿਉਂਕਿ ਅਮਰਤਾ ਦੇ ਲੈਵਲ ਤੱਕ ਨਹੀਂ ਪਹੁੰਚ ਸਕਦੀਆਂ। ਲੇਕਿਨ ਉਹਨਾਂ ਨੂੰ ਲੱਗਦਾ ਸੀ ਕਿ ਇਹਦਾ ਇੰਨਾ ਮਤਲਬ ਇੱਕ ਮਿਕਨਾਤੀਸੀ ਜਿਹੜੀ ਚੁੰਬਕੀ ਆਕਰਸ਼ਣ ਸੀ ਨਾ ਅਮਰਤਾ ਦਾ, ਇੰਨੀ ਸੋਹਣੀ, ਇੰਨੇ ਮੈਂ ਜਦੋਂ ਉਹਨਾਂ ਨੂੰ ਮਿਲੀ ਹਾਂ ਉਦੋਂ ਹੀ ਉਹਨਾਂ ਦਾ ਇੰਨਾ ਤੇਜ਼ ਸੀ ਤੇ ਜਵਾਨੀ ਵੇਲੇ ਕੀ ਦੌਰ ਹੋਏਗਾ ਉਹਨਾਂ ਦਾ। ਮੈਂ ਇੰਨੀ ਖੂਬਸੂਰਤ ਲੱਗਦੇ ਸੀ ਜਦੋਂ ਇਸ ਤਰ੍ਹਾਂ ਕਰਦੇ ਸੀ ਨਾ, ਪੂਰਾ ਇੱਕ ਤ੍ਰਿਸ਼ੂਲ ਬੰਦਾ ਸੀ ਮੱਥੇ ਤੇ ਉਹਨਾਂ ਦਾ। ਤੇ ਹੂੰ, ਇਹ ਚੀਜ਼ ਮੈਂ ਕਿਸੇ ਦੇ ਨਹੀਂ ਦੇਖੀ ਕਿ ਉਹ ਜਦੋਂ ਮੈਂ ਉਸ ਜ਼ਮਾਨੇ 'ਚ ਵੀ ਦੇਖਿਆ ਬਹੁਤ ਸਾਰੇ ਉਹਨਾਂ ਦੇ ਜਿਹੜੇ ਲੇਖਕ ਆਉਂਦੇ ਸਨ, ਜੇ ਅਮਰਤਾ ਨੇ ਚਾਹ ਦਿੱਤੀ ਤੇ ਉਹਦੇ ਚਾਹ ਤੇ ਉਹਨਾਂ ਨੇ ਕਵਿਤਾ ਲਿਖ ਦਿੱਤੀ, ਜੇ ਹੂੰ, ਉਹਦੀ ਮੈਂ ਤੇਰੀ ਇੱਕ ਚਿੱਤਰਕਾਰ ਆਂ, ਮੈਂ ਤੇਰੀ ਖਿੜਕੀ ਪੇਂਟ ਕਰ ਦਾਂਗਾ, ਫਲਾਣਾ ਅਜੇ। ਕਈਆਂ ਤੇ ਅਮਰਤਾ ਨੇ ਮੁੜ ਕੇ ਬੁਲਾਇਆ ਹੀ ਨਹੀਂ। ਕਈ ਲੋਕ ਮਤਲਬ ਐਸਾਂ ਦੇ ਸਾਡੇ ਰਾਈਟਰ ਓਪਨਲੀ, ਮੋਹਨ ਸਿੰਘ ਕਿੰਨਾ ਚਿਰ ਭਰਮ ਵਿੱਚ ਆਪਣੇ ਵੱਲੋਂ ਜਿੰਦੇ ਰਹੇ ਕਿ ਅਮਰਤਾ ਮੇਰੇ ਨਾਲ ਕਦੀ, ਕਿਉਂਕਿ ਉਸ ਜ਼ਮਾਨੇ ਦੋਨੋਂ ਇੱਕੋ ਵੇਲੇ, ਹਾਲਾਂਕਿ ਮੋਹਨ ਉਹ ਤੇ ਉਹਨਾਂ ਤੋਂ ਕਾਫੀ ਵੱਡੇ ਸਨ, ਲੇਕਿਨ ਕਿੰਨਾ ਚਿਰ ਭਰਮ ਉਹ ਲੋਕਾਂ ਨੂੰ ਦਿੰਦੇ ਰਹੇ ਕਿ ਅਮਰਤਾ ਮੇਰੇ ਨਾਲ ਕਰਦੀ ਏ। ਉਹਨਾਂ ਨੇ ਕਿਤਾਬਾਂ ਵੀ ਇਹੋ ਜਿਹੀਆਂ ਲਿਖੀਆਂ ਕਿ ਜੰਦਰੇ ਲਿਖੀ ਤੇ ਇਮਰੋਜੀ ਤੋਂ ਉਹਦਾ ਬਣਵਾ ਰਹੇ ਡਿਜ਼ਾਈਨ ਕਿ ਅਮਰਤਾ ਦੇ ਬੱਚੇ ਉਹਦੇ ਜੰਦਰੇ ਨੇ, ਤੂੰ ਇਹ 2 ਬੱਚੇ ਬਣਾ ਦੇ, ਇਸ ਕਰਕੇ ਮੇਰੇ ਵੱਲ ਨਹੀਂ ਆਉਂਦੀ। ਉਹਨਾਂ ਨੇ ਇਮਰੋਜ਼ ਹੱਸਣ ਲੱਗ ਪਏ, ਸਭ ਤੋਂ ਵੱਡਾ ਜੰਦਰਾ ਤੇ ਅਮਰਤਾ ਆਪ ਏ। ਹਾਂ, ਹਾਂ, ਤੇ ਐਸਾਂ ਦੀ ਮਤਲਬ ਆਉਂਦੇ ਔਰ ਕਰਦੇ ਕਿ ਮੈਨੂੰ ਯਾਦ ਹੈ ਅਸੀਂ ਬੱਚਿਆਂ ਨੂੰ ਕੋਰਸ ਵਿੱਚ ਪੜ੍ਹਾਉਂਦੇ ਹਾਂ ਮੋਹਨ ਸਿੰਘ ਦੀ ਕਵਿਤਾ ਜਾਇਦਾਦ। ਬੂਹੇ ਤੇ ਖੜੀ ਸੀ ਉਹ ਸੈਲ ਪੱਥਰ ਵਾਂਗ, ਮਤਲਬ ਸੋਹਣੀ ਜਾਇਦਾਦ ਕੋਲ ਉਹਦਾ ਮਤਲਬ ਇਹ ਹੁੰਦਾ ਨਾ ਸਾਡਾ ਜਿਹੜਾ ਮਾਲਕ ਪਤੀ ਦੇ ਬਾਰੇ ਕਿਹਾ ਜਾਂਦਾ ਕਿਸ ਕਰਕੇ ਉਹ ਨਹੀਂ ਆਉਂਦੀ, ਕਿ ਕਿਉਂਕਿ ਜਿਹੜਾ ਸਮਾਜ ਦਾ ਸਾਡੇ ਉਹ ਸਮਝ ਹੀ ਨਹੀਂ ਸਕਦੇ ਸੀ ਕਿ ਦੇਖੋ ਇਹ ਬਰਦਾਸ਼ਤ ਹੀ ਨਹੀਂ ਹੁੰਦਾ ਮਰਦਾਂ ਕਿ ਜੇ ਅਸੀਂ ਕਿਸੇ ਔਰਤ ਨੂੰ ਪਸੰਦ ਕਰਨੇ ਆ ਤੇ ਉਹ ਸਾਨੂੰ ਨਾ ਪਸੰਦ ਕਰੇ। ਰਿਜੈਕਸ਼ਨ ਨਹੀਂ ਮਤਲਬ ਬਰਦਾਸ਼ਤ ਹੁੰਦੀ ਕਿ ਉਹਦੀ ਵੀ ਤੇ ਇੱਕ ਇੱਛਾ ਹੋ ਸਕਦੀ ਹੈ, ਉਸਦਾ ਤੁਹਾਨੂੰ ਨਾ ਪਸੰਦ ਕਰਦੀ ਹੋਏ ਜਾਂ ਉਸਦਾ ਤੁਹਾਡੇ ਲਈ ਉਹ ਭਾਵ ਹੀ ਨਾ ਹੋਣ। ਔਰ ਇਹ ਜ਼ਾਹਿਰ ਹੋਇਆ ਇੰਨੇ ਸਾਲਾਂ ਬਾਅਦ ਜਦੋਂ ਮਨ 'ਚ ਅਮਰਤਾ ਦੇ ਆਏ। ਲੋਕ ਤੇ ਕਹਿੰਦੇ ਰਹੇ ਨਾ ਕਿ ਇਹ ਨਹੀਂ ਕਰਦੀ, ਜਦੋਂ ਇਮਰੋਜ਼ ਆਏ ਤੇ ਉਹਨੇ ਨਹੀਂ ਪਰਵਾਹ ਕੀਤੀ, ਕਿਉਂਕਿ ਉਹਦੇ ਮਨ ਨੂੰ ਹੋਇਆ ਕਿ ਇਸ ਬੰਦੇ ਨਾਲ ਮੈਂ ਪੂਰੀ ਉਮਰ ਕੱਟ ਸਕਾਂ। ਔਰ ਦੇਖੋ ਵਕਤ ਗਵਾਵੇ ਬਿਨਾਂ ਕਿਸੇ ਕਾਨੂੰਨੀ ਰਿਸ਼ਤੇ ਦੇ
46-47 ਸਾਲ ਨਾਲ, ਤੇ ਉਹਨਾਂ ਦੀ ਜਾਣ ਤੋਂ ਬਾਅਦ ਵੀ ਇਮਰੋਜ਼ ਜੀ ਨੂੰ ਉਹਨਾਂ ਦੇ ਘਰ ਦੇ ਨਾਲ ਰਹਿ ਰਹੇ ਨੇ, ਤੇ ਹਲੇ ਵੀ ਅਮਰਤਾ ਨੂੰ ਉਹ ਸੀ ਨਹੀਂ ਕਹਿੰਦੇ ਹੈ, ਕਹਿੰਦੇ ਨੇ। ਮੈਂ ਪਿਛਲੇ ਸਾਲ ਮੁੰਬਈ ਉਹਨਾਂ ਕੋਲ 8 ਦਿਨ ਰਹੀ, ਤੇ ਉਹ ਗੱਲ ਤੇ ਕਰਨ ਅਮਰਤਾ ਕਹਿੰਦੀ ਏ ਉਹਨਾਂ ਨੇ ਇੱਕ ਦੋ ਪੇਪਰ ਵਿੱਚ ਮੋਹਨ ਜੀ ਦਾ ਆਰਟੀਕਲ ਛਪਿਆ, ਨੁਪਮਾ ਦੱਤ ਦਾ ਛਪਿਆ, ਉਹਨੇ ਵਿੱਚ ਸੀ ਲਿਖ ਦਿੱਤਾ। ਮੇਰੇ ਸਾਹਮਣੇ ਇਮਰੋਜ਼ ਜੀ ਨੇ ਪੰਜਾਬੀ ਟ੍ਰਿਬਿਊਨ ਲਿਆਏ, ਸੀ ਤੇ ਕ੍ਰਾਸ ਮਾਰ ਕੇ ਕਹਿ ਦਿੱਤਾ ਹੈ। ਤੇ ਮਤਲਬ ਉਹ ਕਹਿੰਦੇ ਨਾ ਹੈ, ਹਲੇ ਨਹੀਂ ਹੋ ਗਈ। ਉਹ ਮੈਂ ਹੱਸ ਰਿਹਾ ਬੋਲਿਆ ਦਾ ਮਤਲਬ ਮੇਰੇ ਨਾਲ ਹੈ, ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਨਾਲੇ ਵੀ। ਤੇ ਇਹ ਰਿਸ਼ਤਾ ਇੱਕ ਐਸਾ ਅਨੋਖਾ ਰਿਸ਼ਤਾ ਹੈ ਜਿਹੜਾ ਹਲੇ ਵੀ ਲੋਕਾਂ ਕੋਲ ਇਹ ਸੋਚ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਉਹ ਲੈਵਲ ਨਹੀਂ, ਉਹ ਸਟੇਜ ਨਹੀਂ ਹੈ, ਤੂੰ ਬਰਦਾਸ਼ਤ ਹੀ ਨਹੀਂ ਹਲੇ ਵੀ ਕਰ ਪਾਉਂਦੇ। ਹਲੇ ਵੀ ਤਰ੍ਹਾਂ ਦੀ ਫਾਵਾਂ ਉੱਡਦੀਆਂ ਹੈ ਕਿ ਅਮਰਤਾ ਨੂੰ ਗਾਲਾਂ ਕੱਢੀਆਂ ਜਾਂਦੀਆਂ, ਕਿ ਆਪਣੇ ਵੱਲੋਂ ਜੋ ਜਿਸ ਤਰ੍ਹਾਂ ਦਾ ਉਹਨਾਂ ਦਾ ਆਪਣੀ ਸੋਚ ਹੈ ਕਿ ਉਹ ਇਮਰੋਲੀ ਕੁਛ ਨਹੀਂ ਕਰਕੇ ਕੀ ਕਰਦੇ ਇਹਨਾਂ ਨੂੰ ਕੱਢ ਦਿੱਤਾ ਹੈ, ਉਹ ਪਤਾ ਨਹੀਂ ਕਿੱਥੇ ਚਲੇ ਗਏ। ਮੈਨੂੰ ਯਾਦ ਹੈ ਮੈਨੂੰ ਪਾਕਿਸਤਾਨ ਤੋਂ ਅਹਿਮਦ ਸਲੀਮ ਦਾ ਫੋਨ ਆਇਆ, ਇੱਕ ਦਿੱਲੀ ਵੀ ਆਏ, ਹਾਂ ਦਿੱਲੀ ਵੀ ਆਏ, ਤਾਂ ਵੀ ਮੈਨੂੰ ਮਿਲੇ ਤੇ ਕਹਿੰਦੇ ਨੇ ਅਮਰਤਾ, ਮੈਂ ਫਿਰ ਉਹਨਾਂ ਨੂੰ ਮਿਲਵਾਇਆ ਵੀ ਇਮਰੋਜ਼ ਜੀ ਨਾਲ। ਇਮਰੋਜ਼ ਜੀ ਕਿੱਥੇ ਨੇ? ਮੈਂ ਕਿਹਾ ਉੱਥੇ ਹੀ ਨੇ ਜਿੱਥੇ ਸਾਰੀ ਫੈਮਿਲੀ। ਕਹਿੰਦੇ ਪਾਕਿਸਤਾਨ ਵਿੱਚ ਇੱਕ ਨਾਵਲ ਵੀ ਲਿਖਿਆ ਗਿਆ ਗਾਲਾਂ ਕੱਢਦੇ ਕਿ ਇਹਨੇ ਇਮਰੋਜ਼ ਦਾ ਕੁਛ ਨਹੀਂ ਕੀਤਾ। ਇੰਜੀ ਮੈਂ ਜਲੰਧਰ ਗਈ, ਨਵਾਂ ਜ਼ਮਾਨਾ ਵਾਲਾ ਬਲਬੀਰ ਪਰਵਾਨਾ ਮੇਰੇ ਅੱਛੇ ਦੋਸਤੀ ਹੈ, ਤੇ ਮੈਂ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਗਈ। ਕਾਫੀ ਪੁਰਾਣੀ ਗੱਲ ਹੈ, ਬਿਟੀਆ ਮੇਰੀ ਛੋਟੀ ਜਿਹੀ ਸੀ। ਤੇ ਜਦੋਂ ਅਸੀਂ ਗਏ ਤੇ ਉੱਥੇ ਇੱਕ ਹੋਰ ਉਹਨਾਂ ਦਾ ਕੋਈ ਦੋਸਤ ਸੀ, ਮੈਂ ਨਾਮ ਭੁੱਲ ਗਿਆ, ਉਹ ਦੇਖ ਕੇ ਮੈਂ ਜਦ ਪਰਵਾਨਾ ਜੀ ਨੇ ਮੇਰਾ ਕਰਾਇਆ ਇੰਟਰੋਡਕਸ਼ਨ ਅਮੀਆਂ ਕੋਲ, ਤੇ ਉਹ ਚੌਂਕ ਕੇ ਕਹਿੰਦਾ ਮੈਨੂੰ ਦੱਸੋ ਇਮਰੋਜ਼ ਜੀ ਕਿੱਥੇ ਨੇ? ਮੈਂ ਕਿਹਾ ਆਪਣੇ ਘਰ। ਕਹਿੰਦੇ ਨਹੀਂ ਉੱਥੇ। ਮੈਂ ਕਿਹਾ ਨਹੀਂ ਜੀ ਉੱਥੇ ਨੇ। ਪਰ ਲੋਕਾਂ ਦੇ ਅੰਦਰ ਇਹ ਹਜਮ ਨਹੀਂ ਹੋ ਪਾ ਰਿਹਾ ਕਿ ਰਿਸ਼ਤਾ ਇੰਨਾ ਲੌਂਗ ਬਿਨਾਂ ਕਿਸੇ ਰਿਸ਼ਤੇ ਦੇ, ਬਿਨਾਂ ਕਿਸੇ ਕਾਨੂੰਨੀ ਉਹਦੇ ਚੱਲ ਰਿਹਾ। ਇਹ ਤੇ ਸਾਡੇ ਕਈ ਸੁਣਨ ਵਾਲਿਆਂ ਦਾ ਇਹ ਇੰਟਰਸਟ ਹੋਏਗਾ ਉਹਨਾਂ ਦੇ ਪਰਿਵਾਰ ਬਾਰੇ, ਜੇ ਥੋੜਾ ਜਿਹਾ ਤੁਸੀਂ ਜਾਣਕਾਰੀ ਦੇ ਸਕੋ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਹੈ, ਤੇ ਅੱਜ-ਕੱਲ ਅਮਰਤਾ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਬਹੁਤਾ ਜ਼ਿਆਦਾ ਕਿਤੇ ਖਬਰਾਂ ਦੇ ਵਿੱਚ, ਕਿਤੇ ਸੁਰਖੀਆਂ ਦੇ ਵਿੱਚ ਨਹੀਂ ਰਿਹਾ। ਲੋਕ ਚਾਹੁੰਦੇ ਨੇ ਪਰ ਪਰਿਵਾਰ ਹੀ ਨਹੀਂ ਚਾਹੁੰਦਾ। ਬੜੇ ਲੋਕ ਮੈਨੂੰ ਵਿੱਚ ਕਹਿਣਗੇ ਇਮਰੋਜ਼ ਸ਼ੁਰੂ ਚ ਮਿਲਵਾ ਦਿੱਤਾ, ਬਾਅਦ ਚੋਂ ਕੁਛ ਐਸਾ ਹੋਇਆ ਇਮਰੋਜ਼ ਜੀ ਐਕਚੁਅਲੀ ਬਾਹਰ ਜ਼ਿਆਦਾ ਅਮਰਤਾ ਦੇ ਨਾਲ ਹੀ ਲਿਖਣੇ, ਤੇ ਬੜੀ ਸਿੱਧੇ ਸਾਦੇ ਇਨਸਾਨ ਨੇ, ਉਹਨਾਂ ਨੂੰ ਛਲ ਕੱਪੜ ਨਹੀਂ ਆਉਂਦਾ। ਤੇ ਕਈ ਵਾਰ ਇੱਕ ਦੋ ਲੋਕਾਂ ਨੇ ਧੋਖਾ ਜਿਹਾ ਕੁਛ ਐਸਾ ਗੱਲ ਕਰ ਲਈ, ਤੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਕਿ ਇਮਰੋਜ਼ ਜੀ ਐਸਾ ਹੋਣ ਕਿ ਕੋਈ ਉਹਨਾਂ ਦਾ ਫਾਇਦਾ ਚੁੱਕ ਲਵੇ। ਤੇ ਐਸਾ ਹੈ, ਤੇ ਪਰਿਵਾਰ ਉਂਝ ਕਰਦਾ ਹੈ, ਅਮਰਤਾ ਦਾ ਬਰਥਡੇ ਵੀ ਸੈਲੀਬ੍ਰੇਟ ਕਰ, ਸਭ ਕੁਛ ਕਰਦੇ ਨੇ। ਅਮਰਤਾ ਜੀ ਦੀ ਉਹਨਾਂ ਦਾ ਪੋਤਾ ਜਿਹੜਾ ਹੈਗਾ ਅਮਾਨ, ਉਹਨੇ PDF ਸੰਭਾਲ ਲਿਆ, ਸਾਰਾ ਇਹਦਾ ਤਿਆਰ ਕਰ ਰਿਹਾ ਨਾਗਮਣੀ ਦੇ। ਉਹਨੇ ਪੂਰੀ ਲਾਇਬ੍ਰੇਰੀ ਖਾਸ ਜਗ੍ਹਾ ਸਥਾਪਿਤ ਵੀ ਕੀਤੀ ਹੈ ਇਹ ਨਹੀਂ। ਔਰ ਮੈਂ ਪਿੱਛੇ ਜਦ ਗਈ ਹਾਂ ਬੰਬੇ, ਤੇ ਅਮਰਤਾ ਜੀ ਦੀ ਪੋਤੀ ਸ਼ਿਲਪੀ ਦੇ ਹਸਬੈਂਡ ਮੈਨੂੰ ਦਿਖਾਉਣ ਲੱਗੇ ਕਿ ਸ਼ਿਲਪੀ ਨੇ ਇੱਕ ਮਤਲਬ ਉਹਨਾਂ ਦੀ ਯਾਦਾਂ ਦਾ ਇੱਕ ਹਾਫਜਾ, ਉਹਦਾ ਜਿਹੜੀ ਖਾਸ ਛੋਟੀ ਜਿਹੀ ਅਲਮਾਰੀ, ਉਹਦੇ 'ਚ ਮੈਨੂੰ ਅਮਰਤਾ ਦਾ ਪੈਨ ਦਿਖਾਇਆ ਜਿਹਦੇ ਨਾਲ ਲਿਖਦੀ ਸੀ। ਉਹਦੇ 'ਚ ਮਤਲਬ ਹੋਰ ਚੀਜ਼ਾਂ ਜਿਹੜੀ ਐਨਕ ਉਹਨਾਂ ਦੀ ਸਾਂਭੀ, ਕਈ ਚੀਜ਼ਾਂ ਉਹਨਾਂ ਦੀ ਉਹਨੇ ਅਮਰਤਾ ਜੀ ਦੀ ਬੜਾ ਪਿਆਰ ਕਰਦੇ ਨੇ। ਲੇਕਿਨ ਉਹ ਇਸ ਸਾਰੇ ਖਬਰਾਂ ਦੇ ਸਿਲਸਿਲੇ ਤੋਂ ਥੋੜਾ ਮੀਡੀਆ ਤੋਂ ਪਰੇ ਰਹਿੰਦੇ ਨੇ, ਤੇ ਉਹ ਇਹ ਜ਼ਿਆਦਾ ਪਸੰਦ ਵੀ ਨਹੀਂ ਕਰ ਰਹੇ ਕਿ ਕੋਈ ਉਹਨਾਂ ਨੂੰ ਇੰਨਾ, ਕਿਉਂਕਿ ਅਮਰਤਾ ਜੀ ਦੇ ਜਿੰਦੇ ਜੀ ਅਮਰਤਾ ਜੀ ਤੇ ਬੋਲ ਸਨ। ਉਹਨਾਂ ਨੂੰ ਕਿੰਨਾ ਲੋਕਾਂ ਨੇ ਕੀਤਾ, ਤਾਂ ਵੀ ਉਹ ਘਬਰਾਉਂਦੇ ਨਹੀਂ ਸੀ, ਤਾਂ ਵੀ ਉਹ ਨਿੱਤ ਨਵੇਂ ਲੋਕਾਂ ਨੂੰ ਮਿਲਦੇ ਸੀ। ਪਰ ਇਹ ਮਤਲਬ ਕਹਿੰਦੇ ਨੇ ਅਸੀਂ ਇਹਨਾਂ ਚੀਜ਼ਾਂ 'ਚ ਨਹੀਂ ਵੜੇ ਹੋਏ, ਤੇ ਕੋਈ ਗਲਤ ਬਣਾ ਲੇ, ਕੋਈ ਗਲਤ ਤਰ੍ਹਾਂ ਦਾ ਕਰ ਲੇ, ਤੇ ਇਸ ਤਰ੍ਹਾਂ ਉਹ ਥੋੜਾ ਜਿਹਾ ਪਰੇ ਰਹਿੰਦੇ ਨੇ। ਸੋ ਪਰਿਵਾਰ ਦੇ ਨਾਲ ਕਮਿਊਨੀਕੇਸ਼ਨ ਉਹਨਾਂ ਦੀ ਵਧੀਆ ਸੀ। ਵਧੀਆ ਸੀ ਬਹੁਤ। ਇਮਰੋਜ਼ ਜੀ ਨੂੰ ਉਹਨਾਂ ਨੇ ਫੁੱਲਾਂ ਵਾਂਗ ਰੱਖਿਆ, ਲੋਕੀ ਜੋ ਮਰਜ਼ੀ ਕਹਿਣ। ਦੇਖੋ ਬਿਨਾਂ ਕਿਸੇ ਰਿਸ਼ਤੇ ਦੇ ਉਹਨਾਂ ਦੀ ਨੂੰ ਇੰਨਾ ਚਿਰ ਇਸ ਲਈ ਰਹੀ ਕਿ ਦਿੱਲੀ, ਸਾਰੀ ਫੈਮਿਲੀ ਮੁੰਬਈ ਸ਼ਿਫਟ ਹੋ ਗਈ ਸੀ, ਲੇਕਿਨ ਇਮਰੋਜ਼ ਜੀ ਦਿੱਲੀ ਸਨ, ਤੇ ਉਹ ਦਿੱਲੀ ਨਾਲ ਰਹਿੰਦੀ ਰਹੀ ਕਿ ਇਮਰੋਜ਼ ਜੀ ਨੂੰ ਮੇਰੀ ਲੋੜ ਹੈ। ਤੇ ਇਸ ਲਈ ਉਧਰ ਨਹੀਂ ਕਿ ਪਿੱਛੋਂ ਉਹਨਾਂ ਦੇ ਹਸਬੈਂਡ ਦਾ ਮਰਡਰ ਵੀ ਹੋ ਗਿਆ ਮੁੰਬਈ, ਜਿਸ ਕਰਕੇ ਮਤਲਬ ਫਿਰ ਉਹ ਮਤਲਬ ਕ੍ਰਾਈਮ ਪੈਟਰੋਲ ਵਾਲਿਆਂ ਨੇ ਉਹਦੇ ਤੇ ਬੜਾ ਅੱਛਾ ਸੀਰੀਅਲ ਇੱਕ ਵੀ ਬਣਾਇਆ, ਜਿਹਦੇ 'ਚ ਸਿੱਧ ਕੀਤਾ ਕਿਸਾ ਉਹਦੇ ਕਰੈਕਟਰ ਦੇ ਨਾਮ ਬਦਲੇ ਹੋਏ, ਲੇਕਿਨ ਉਹਦੇ 'ਚ ਕਲੀਅਰ ਅਲਕਾ ਕਹਿੰਦੀ ਹੈ ਕਿ ਮੇਰੇ ਮਦਰ ਇਨ ਲਾ ਦੇ ਦੋਸਤ ਨੇ, ਜਿਨ੍ਹਾਂ ਕਰਕੇ ਉਹ ਕਹਿੰਦੇ ਵੀ ਤੂੰ ਆਪਣੇ ਹਸਬੈਂਡ ਨਾਲ ਕਿਉਂ ਨਹੀਂ ਰਹਿੰਦੀ, ਤੁਹਾਡੇ ਰਿਲੇਸ਼ਨ ਨਹੀਂ ਬਰਾਬਰ। ਕਹਿੰਦੀ ਨਹੀਂ ਬਹੁਤ ਵਧੀਆ ਨੇ, ਲੇਕਿਨ ਇਸ ਉਮਰ 'ਚ ਮੈਂ ਆਪਣੀ ਮਦਰ ਇਨ ਲਾ ਦੇ ਦੋਸਤ ਨੂੰ ਇਕੱਲਾ ਨਹੀਂ ਛੱਡ ਸਕਦੀ। ਤੇ ਇਹ ਇੱਕ ਇਨਸਾਨੀ, ਇਹ ਇੱਕ ਮਾਨਵੀ ਅੰਸ਼ ਜਿਹੜਾ ਉਹਨਾਂ 'ਚ ਹੈਗਾ ਨਾ। ਮੈਂ ਦੇਖਣੀ ਹਾਂ ਸਾਨੂੰ ਮਾਲ ਵਿੱਚ ਘੁਮਾਉਣ ਲੈ ਜਾ ਰਹੀ ਪੋਤੀ, ਤੇ ਉਹ ਕਹੇ ਬਾਬਾ ਜੀ ਨਾਲ ਚੱਲਣਗੇ, ਬਾਬਾ ਜੀ ਕਹਿੰਦੇ ਮਰਨ ਸਾਰੇ, ਤੇ ਅਲਕਾ ਕਹਿਣ ਲੱਗੀ ਨਹੀਂ ਇੰਨਾ ਉਹ ਚੱਲ ਫਿਰ ਨਹੀਂ ਸਕਣਗੇ, ਤੁਸੀਂ ਨੇ ਇੰਜੋਏ ਕਰ।
ਕਹਿੰਦੇ ਨਹੀਂ ਉਹਨਾਂ ਦੀ ਕਈ ਚੀਜ਼ਾਂ ਲੈਣੀਆਂ, ਕੱਪੜੇ ਲੈਣੇ ਨੇ। ਉਹ ਕਹਿੰਦੀ ਤੁਸੀਂ ਨਾਪ ਲਓ। ਕਹਿੰਦੀ ਨਹੀਂ ਬਾਬਾ ਜੀ ਨੂੰ ਥੋੜਾ ਦਿਖਾਵਾਂਗੇ। ਤੇ ਉਹ ਲੈ ਕੇ ਗਏ, ਥੋੜਾ ਦੇਰ ਉਹਨੂੰ ਦਿਖਾਇਆ, ਰੈਸਟੋਰੈਂਟ ਖਾਣਾ ਖਿਲਾਇਆ। ਫਿਰ ਅਲਕਾ ਨੇ ਕਿਹਾ ਹੁਣ ਮੈਂ ਨਹੀਂ ਘੁੰਮਦੀ, ਉਹ ਥੱਕ ਗਏ ਹੋਣਗੇ, ਮੈਂ ਛੱਡਾਂ। ਮਤਲਬ ਇੰਨੀ ਅੰਡਰਸਟੈਂਡਿੰਗ ਹੈ। ਉਹਨਾਂ ਦਾ ਬਰਥਡੇ ਕਿੱਥੇ ਵੀ ਹੋਣ, ਹੁਣ ਮਾਨ ਲੰਦਨ ਨੇ, ਉੱਥੋਂ ਫੁੱਲਾਂ ਦੇ ਬੁੱਕੇ ਸਾਰਾ ਮਤਲਬ ਬੜੇ ਅੱਛੇ ਢੰਗ ਨਾਲ ਕਰਦੇ ਨੇ। ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ, ਉਹ ਕਰਨਾ, ਸਾਰਾ ਉਸ ਤਰ੍ਹਾਂ ਹੀ ਚੱਲ ਰਿਹਾ। ਉਹਨਾਂ ਦੇ ਮਤਲਬ ਬੇਟੇ ਦਾ ਤੇ ਹੋ ਗਿਆ ਸੀ, ਬਹੂ ਵੇ, ਉਹਦੇ ਦੋ ਬੱਚੇ ਨੇ, ਦੋਨੋਂ ਵਿਆਹੇ ਹੋਏ ਨੇ। ਬੇਟੀ ਬਾਹਰ ਰਹਿੰਦੀ ਹੈ। ਤੇ ਹੁਣ ਉਹ ਆਪਣੀ ਮਤਲਬ ਅਮਰਤਾ ਜੀ ਦੀ ਪੋਤੀ ਸ਼ਿਲਪੀ ਦੀ ਫੈਮਿਲੀ ਨਾਲ ਰਹਿੰਦੇ ਨੇ, ਕਿਉਂਕਿ 1-2 ਵਾਰੀ ਦਿੱਲੀ ਰਹਿੰਦੇ। ਇਮਰੋਜ਼ ਜੀ ਬਿਮਾਰ ਹੋ ਗਈ, ਉਮਰ ਦਾ ਤਕਾਜ਼ਾ, ਕਾਫੀ ਉਮਰ ਹੋ ਗਈ ਉਹਨਾਂ ਦੀ। 26 ਜਨਵਰੀ 1926 ਦਾ ਬਰਥ ਹੈ, 95 ਸਾਲ। ਹਾਂ, ਤੇ ਉਹ ਫਿਰ ਕੀ ਕਹਿੰਦੇ ਨੇ, ਉਹ ਉਸ ਵੇਲੇ ਬੜੀ ਹਲਕਾ ਸਿੰਪਲ ਜੀ ਔਰਤ ਹੈ, ਉਹਨੂੰ ਹੱਥ ਪੈਰ ਪੈ ਗਏ ਕਿ ਮੈਂ ਕੀ ਕਰਾਂ। ਤੇ ਫਿਰ ਅਮਾਨ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ, ਉਹ ਲੈ ਗਿਆ। ਕਹਿੰਦੇ ਇੱਥੇ ਫੈਮਿਲੀ ਹੈਗੀ ਹੈ, ਮੇਰਾ ਜਵਾਈ ਹੈ, ਕੱਲ ਨੂੰ ਕੁਛ ਤਕਲੀਫ ਹੁੰਦੀ ਹੈ ਤੇ ਹੈਲਪ ਕਰਦੇ ਨੇ। ਉੱਪਰ ਨੀਚੇ ਰਹਿੰਦੇ, ਨੀਚੇ ਉਹ ਸ਼ਿਲਪੀ ਦੀ ਫੈਮਿਲੀ ਰਹਿੰਦੀ ਹੈ, ਉਸ ਤੋਂ ਉੱਤੇ ਅਲਕਾ ਤੇ ਇਮਰੋਜੀ ਨਾਲ ਰਹਿੰਦੇ ਨੇ, ਖਾਣਾ ਇਕੱਠੇ ਖਾਂਦੇ ਨੇ ਸਭ। ਮੈਂ ਅਮੀਆ ਜੀ ਦੇਖ ਰਹੀ ਹਾਂ ਕਿ ਜਿਸ ਤਰ੍ਹਾਂ ਦਾ ਪ੍ਰਭਾਵ ਅਮਰਤਾ ਦਾ ਰਿਹਾ ਹੈ, ਅਮਰਤਾ ਹੁਣਾਂ ਦੀਆਂ ਲੇਖਣੀਆਂ ਦੀ ਜਾਂ ਆਪਾਂ ਗੱਲ ਕਰਦੇ ਹਾਂ, ਜਿਹਨੇ ਵੀ ਪੜ੍ਹੀਆਂ, ਸਪੈਸ਼ਲੀ ਮੈਂ ਖਾਸ ਕਰਕੇ ਹੁਣ ਔਰਤਾਂ ਦੇ ਐਂਗਲ ਤੋਂ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀਆਂ ਫੈਨ ਨੇ। ਇਹ ਕਿਹੜੇ ਸਮੇਂ ਦੀ ਗੱਲ ਆ, ਹੁਣ ਤਾਂ ਉਹਨਾਂ ਦੀ ਡੈਥ ਹੋਇਆ ਨੂੰ ਵੀ ਇੰਨਾ ਸਮਾਂ ਹੋ ਗਿਆ। ਜਿਸ ਵੇਲੇ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਮੈਨੂੰ ਪਤਾ ਲੱਗਾ ਕਿ 16 ਕੁ ਸਾਲ ਦੀ ਉਮਰ ਦੇ ਵਿੱਚ ਸ਼ਾਇਦ ਉਹਨਾਂ ਦੀ ਪਹਿਲੀ ਕਿਤਾਬ ਆ ਵੀ ਚੁੱਕੀ ਸੀ ਤੇ ਸੈਂਕੜੇ ਕਿਤਾਬਾਂ ਉਹਨਾਂ ਨੇ ਲਿਖ ਲਈਆਂ। ਉਸ ਵੇਲੇ ਜ਼ਮਾਨਾ ਕਿਹੋ ਜਿਹਾ ਸੀ, ਇਹ ਆਪਾਂ ਸਾਰੇ ਹੀ ਜਾਣਦੇ ਹਾਂ ਕਿ 4 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਇੰਗੇਜਮੈਂਟ ਹੋ ਗਈ, 16 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ, ਬੱਚੇ ਹੋ ਗਏ। ਜਿਵੇਂ-ਜਿਵੇਂ ਉਹ ਜਿਹੜੀ ਸੁਰਤ ਆ ਉਹ ਸੰਭਲਦੀ ਗਈ, ਆਪਣੇ ਬਾਰੇ ਹੋਰ ਜ਼ਿਆਦਾ ਅਵੇਅਰ ਹੁੰਦੇ ਗਏ। ਖਾਲੀਪਣ ਮਹਿਸੂਸ ਕਰਦੇ ਸੀ ਕਿਉਂਕਿ ਮਾਂ ਦੀ ਵੀ ਮੌਤ ਜਦੋਂ ਹੋਈ ਆ, ਉਦੋਂ ਅਮਰਤਾ ਹੁਣਾਂ ਦੀ ਉਮਰ ਬਹੁਤ ਥੋੜ੍ਹੀ ਸੀ। ਇੱਕ ਥਾਂ ਤੇ ਉਹ ਲਿਖ ਰਹੇ ਆ, ਕਹਿੰਦੇ ਕਿ ਮੈਂ ਇੱਕ ਅਜਿਹੀ ਕਿਤਾਬ ਹਾਂ ਜਿਹਦੇ ਵਰਕੇ ਖਾਲੀ ਨੇ। ਉਹ ਇਕੱਲੇਪਣ ਦਾ ਉਹਦਾ ਜ਼ਿਕਰ ਕਰਦੇ ਸੀ। ਪਰ ਉਹਨਾਂ ਨੇ ਆਪਣਾ ਇਹ ਸਾਰਾ ਕੁਝ ਫਿਰ ਵੀ ਕਾਗਜ਼ ਦੇ ਜਿਹੜੇ ਕਾਗਜ਼ ਦੇ ਉੱਤੇ ਉਤਾਰ ਕੇ ਰੱਖ ਦਿੱਤਾ। ਮੈਂ ਹਜੇ 15 ਕੁ ਦਿਨ ਪਹਿਲਾਂ ਦੀ ਗੱਲ ਆ, ਇੱਕ ਫੇਸਬੁੱਕ ਦੇ ਉੱਤੇ ਪੋਸਟ ਦੇਖ ਰਹੀ ਹਾਂ ਵੀ ਆਪਾਂ ਇੱਕ ਗੱਲ ਕਰਦੇ ਹਾਂ ਕਿ ਸਾਡੀ ਗਰੋਥ ਹੋ ਗਈ ਆ, ਸਾਡੀ ਮੈਂਟੈਲਿਟੀ ਚੇਂਜ ਹੋ ਗਈ ਹੈ, ਬਦਲਾਅ ਆ ਗਿਆ। 15 ਕੁ ਦਿਨ ਪਹਿਲਾਂ ਦੀ ਇੱਕ ਪੋਸਟ ਆ ਜਿਹਦੇ ਉੱਤੇ ਲਿਖਿਆ ਹੋਇਆ ਕਿ ਉਹ ਤੁਸੀਂ ਲੇਖਕਾਂ ਦਾ ਨਾਮ ਦੱਸੋ ਜਿਹਨੇ ਪੰਜਾਬੀ ਪਾਠਕਾਂ ਨੂੰ ਜਾਂ ਪੰਜਾਬੀ ਖਾਸ ਕਰਕੇ ਔਰਤਾਂ ਨੂੰ ਵੱਧ ਤੋਂ ਵੱਧ ਸਿਗਰਟ ਪੀਣ ਦੇ ਲਈ ਪ੍ਰੇਰਿਤ ਕੀਤਾ। ਤੇ ਮੈਂ ਬੜੀ ਹੈਰਾਨ ਹੋਈ ਇਸ ਗੱਲ ਤੋਂ ਕਿ ਅੱਜ ਵੀ ਅਸੀਂ ਕਿਸ ਐਂਗਲ ਤੋਂ, ਕਿਹੜੇ ਨਜ਼ਰੀਏ ਤੋਂ ਦੇਖਦੇ ਹਾਂ। ਨਾ ਤਾਂ ਇੱਕ ਪਰਸਨ ਨੂੰ ਅਸੀਂ ਪਰਸਨ ਦੇ ਤੌਰ ਤੇ ਦੇਖਦੇ ਹਾਂ, ਨਾ ਉਹਨੂੰ ਇੰਡੀਵਿਜੂਅਲ ਦੇ ਤੌਰ ਤੇ ਦੇਖ ਰਹੇ ਹਾਂ। ਜੇ ਉਹਨੂੰ ਸੁਸਾਇਟੀ ਦੇ ਮੈਂਬਰ ਦੇ ਤੌਰ ਤੇ ਵੀ ਦੇਖ ਰਹੇ ਹਾਂ, ਤਾਂ ਦੇਖਣ ਦਾ ਪਰਸਪੈਕਟਿਵ ਵੀ ਅਸੀਂ ਇੰਨਾ ਕੁ ਟਾਈਟ ਰੱਖਿਆ ਹੋਇਆ। ਕੀ ਕਹਿਣਾ ਚਾਹੁੰਦੇ ਹੋ ਕਿ ਪ੍ਰਭਾਵ ਕਿਹੋ ਜਿਹਾ ਅਮਰਤਾ ਨੇ ਛੱਡਿਆ ਸੱਚੀ-ਮੁੱਚੀ ਔਰਤਾਂ ਦੇ ਉੱਤੇ? ਤੁਸੀਂ ਖੁਦ ਇੱਕ ਔਰਤ ਹੋ। ਮੈਂ ਬੇਚੰਤ ਕੌਰ ਹੁਣਾਂ ਦਾ ਮੈਂ ਪੜ੍ਹਿਆ, ਦਲੀਪ ਕੌਰ ਟਿਵਾਣਾ ਹੁਣਾਂ ਨੇ ਜਿਹੜੀਆਂ ਗੱਲਾਂ ਉਹਨਾਂ ਬਾਰੇ ਕੀਤੀਆਂ, ਉਹ ਵੀ ਮੈਂ ਪੜ੍ਹੀਆਂ। ਮੌਕਾ ਮਿਲਿਆ ਥੋੜ੍ਹਾ ਬਹੁਤ ਪੜ੍ਹਨ ਦਾ। ਪਰ ਤੁਸੀਂ ਕਿਉਂਕਿ ਨੇੜੇ ਵਿਚਰਦੇ ਰਹੇ ਹੋ, ਮੈਂ ਕਿਉਂਕਿ ਤੁਸੀਂ ਪੜ੍ਹਾਉਂਦੇ ਰਹੇ ਹੋ, ਤੁਹਾਡਾ ਸਰਕਲ ਉਹਨਾਂ ਲੋਕਾਂ ਦਾ ਹੈ। ਕੁੱਲ ਮਿਲਾ ਕੇ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੇ ਤੁਸੀਂ ਦੱਸੋ ਕਿ ਵਾਕਈ ਜੇ ਅਮਰਤਾ ਨੇ ਇੰਪੈਕਟ ਪਾਇਆ ਹੈ ਔਰਤਾਂ ਤੇ ਐਂਡ ਸੋਸਾਇਟੀ ਤੇ ਓਵਰਆਲ ਐਜ਼ ਅ ਰਾਈਟਰ, ਕਿਹੋ ਜਿਹਾ ਇੰਪੈਕਟ ਛੱਡ ਕੇ ਗਏ ਨੇ, ਕੀ ਲੈਗੇਸੀ ਹੈ ਉਹਨਾਂ ਦੀ? ਇਹ ਤੇ ਕੁਛ ਇੱਕ ਪਤਾ ਨਹੀਂ ਖਾਸ ਕਿਸਮ ਦੀ ਸਾਜ਼ਿਸ਼ ਜਿਵੇਂ ਕਹਿੰਦੇ ਨਾ ਹੋ ਰਹੀ ਹੈ। ਪਤਾ ਨਹੀਂ ਕਿਉਂ ਉਹ ਐਕਸੈਪਟ ਹੀ ਨਹੀਂ ਕਰਨਾ ਚਾਹ ਰਹੇ। ਕਿੰਨੀ ਸਾਰੀ ਗੱਲਾਂ, ਕਿੰਨੀ ਵਾਰ ਤੇ ਕਈ ਮੈਗਜ਼ੀਨ ਵਿੱਚ ਮੈਂ ਦੇ ਚੁੱਕੀ ਹਾਂ, ਇੰਟਰਵਿਊਜ਼ ਦੇ ਸਕਦੀ ਹਾਂ। ਹੁਣ ਇੱਕ ਗੱਲ ਤੇ ਇਹ ਹੀ ਫੈਲਾਈ ਜਾਂਦੀ ਹੈ ਕਿ ਅਮਰਤਾ ਨੇ ਪੰਜਾਬ ਪ੍ਰੋਬਲਮ ਤੇ ਨਹੀਂ ਲਿਖਿਆ, ਅਮਰਤਾ ਨੇ 84 ਰਾਈਟਸ ਤੇ ਨਹੀਂ ਲਿਖਿਆ। ਹਾਲਾਂਕਿ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਲਿਖ ਸਕੇ। ਹੁਣ ਜਲਿਆਂਵਾਲੇ ਬਾਗ ਤੇ ਭਾਈ ਵੀਰ ਸਿੰਘ ਉੱਥੇ ਰਹਿੰਦੇ ਸੀ, ਨਹੀਂ ਲਿਖ ਸਕੇ। ਉਹਨਾਂ ਨੇ ਕਿੰਨੇ ਕਿਹਾ, ਕਦੀ ਇਹ ਸਵਾਲ ਉੱਠਿਆ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਸੀ, ਸਾਡੇ ਧਰਮ ਦਾ ਵੀ ਨਹੀਂ ਸੀ। ਇਹ ਕੋਈ ਜ਼ਰੂਰੀ ਨਹੀਂ, ਪਰ ਅਮਰਤਾ ਨੇ ਖੂਬ ਲਿਖਿਆ ਹੈ। 84 ਰਾਈਟਸ ਤੇ ਵੀ ਉਹਨੇ 4-5 ਕਵਿਤਾਵਾਂ ਹੈਗੀਆਂ ਕਿ ਅੱਜ ਕੱਲ੍ਹ ਹਾਂਡੀਆਂ 'ਚ ਸਾਲਨ ਨਹੀਂ ਖੋਫ ਰਿੱਝਦਾ ਤੇ ਦੋਸਤੋ ਕੁਹਾੜੀਆਂ ਦਾ ਮੌਸਮ ਬਦਲ ਜਾਏ ਸਾਰਾ, ਇਹ ਸਾਰੇ ਇਸ ਤਰ੍ਹਾਂ ਦੀ ਹੈਗੀਆਂ। ਔਰ ਪੰਜਾਬ ਪ੍ਰੋਬਲਮ ਤੇ ਉਹਨਾਂ ਦੀ ਬੜੀ ਖੂਬਸੂਰਤ ਕਿਸਨੇ ਗਾਈ ਵੀ ਗਜ਼ਲ, ਰੱਬ ਖੈਰ ਕਰੇ ਮੇਰੇ ਵਿਹੜੇ ਦੀ, ਜਿਸ ਥਾਂ ਰਾਂਝਣ ਡੇਰਾ ਕੀਤਾ ਉੱਥੇ ਧਮਕ ਸੁਣੀਂਦੀ ਖੇੜੇ ਦੀ। ਸੋ
ਪਤਾ ਨਹੀਂ ਕਿਉਂ ਇਹਨਾਂ ਸਭ ਨੂੰ ਇਗਨੋਰ ਕਰਕੇ ਮੁੜ ਕੇ ਲੋਕੀ ਕਿੱਥੇ ਵੀ ਸਵਾਲ ਜੀ ਦੇਖੋ ਜੀ ਪੰਜਾਬੀ ਦੇ ਹੋ ਕੇ ਨਾ ਪੰਜਾਬ ਪ੍ਰੋਬਲਮ ਤੇ ਇੰਜੀ ਜਿਹੜਾ ਸਿਗਰਟ ਦੀ ਗੱਲ ਏ ਅਮਰਤਾ ਜੀ ਅਖੀਰਲੇ ਦਿਨਾਂ 'ਚ ਇਹ ਬੜੇ ਉਦਾਸ ਸਨ। ਇੱਕ ਕਿਤਾਬ ਆਈ ਸੀ ਸਾਡੇ ਦੋਸਤਾਂ ਵੱਲੋਂ ਆਈ ਸੀ, ਹਾਲਾਂਕਿ ਮੇਰਾ ਵੀ ਇਹਦੇ 'ਚ ਆਰਟੀਕਲ ਸੀ, ਸਹਿ ਸੁਭਾਏ ਕਿਸੇ ਨੇ ਲਿਖਿਆ ਸੀ ਕਿ ਅਮਰਤਾ ਬਾਗੀ ਤਬੀਅਤ ਦੀ ਏ ਸਿਗਰਟ ਵਗੈਰਾ ਐਸਾ, ਲੇਕਿਨ ਅਮਰਤਾ ਨੂੰ ਉਹ ਨੈਗੇਟਿਵ ਲੱਗਿਆ, ਉਹਨੂੰ ਬਰਦਾਸ਼ਤ ਨਹੀਂ ਕੀਤਾ। ਕਹਿੰਦੀ ਅੰਮੀਆਂ ਸਿਗਰਟ ਮੈਂ ਪੀਂਦੀ ਹਾਂ, ਧੂੰਆਂ ਲੋਕਾਂ ਦੇ ਸੰਗਾਂ ਚੜਦਾ ਹੈ। ਕਹਿੰਦੇ ਅਸੀਂ ਦਿਖਾਵਾ ਸੀ ਓਲਾ ਨਹੀਂ ਰੱਖਿਆ। ਲੋਕੀ ਕੀ ਮਰਦ ਕਰਦੇ ਨੇ ਬਾਹਰ 10 ਔਰਤਾਂ ਨਾਲ ਰੱਖ ਕੇ ਘਰ ਰਾਲ ਪੁੰਦੇ ਘਰ ਸ਼ਰੀਫ ਬਣ ਕੇ ਆ ਜਾਂਦੇ ਨੇ। ਸਾਡੀ ਸੋਚ ਨਹੀਂ ਸੀ, ਅਸੀਂ ਇਹ ਨਹੀਂ ਕੀਤਾ, ਅਸੀਂ ਜੋ ਜੀਣਾ ਸੀ ਖੁੱਲ ਕੇ ਜੀਵਿਆ ਤੇ ਇਸ ਚੀਜ਼ ਦਾ ਸਗੋਂ ਆਈਡੀਅਲ ਵੀ ਬਣੇ ਨੇ। ਪਰ ਇੱਕ ਔਰਤ ਆਈ ਸੀ ਸਪੈਸ਼ਲ, ਕਹਿੰਦੀ ਮੈਂ ਉਸ ਔਰਤ ਨੂੰ ਵੇਖਣਾ ਚਾਹੁੰਦੀ ਹਾਂ। ਉਹਨੇ ਕੋਈ ਕਿਤਾਬ ਦੀ ਗੱਲ ਨਹੀਂ ਕੀਤੀ, ਬਸ ਇਹ ਗੱਲ ਕੀਤੀ ਜਿਹਨੇ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਵੀ, ਆਪਣੇ ਢੰਗ ਨਾਲ ਜ਼ਿੰਦਗੀ ਜੀਵੀ ਔਰ ਲੋਕਾਂ ਤੋਂ ਮਨਵਾਇਆ। ਸ਼ੁਰੂ 'ਚ ਲੋਕਾਂ ਨੇ ਬੜੇ ਘਟੀਆ ਵੀ ਇਲਜ਼ਾਮ ਜਦੋਂ ਇਮਰੋਜ਼ ਨਾਲ ਜੀਣਾ ਸ਼ੁਰੂ ਕੀਤਾ, ਦਿੱਲੀ ਦੀ ਹਵਾਵਾਂ ਜ਼ਹਿਰੀਲੀਆਂ ਹੋ ਗਈਆਂ, ਮੁੰਬਈ ਜਾ ਕੇ ਰਹੇ, ਫਿਰ ਅੰਦਰੇਟੇ ਸ਼ੋਭਾ ਸਿੰਘ ਆਰਟਿਸਟ ਦੇ ਉੱਥੇ ਰਹੇ, ਉੱਥੇ ਉਹਨਾਂ ਨੇ ਖਾਣਾ ਬਣਾਉਣਾ ਸਿੱਖਿਆ। ਤੇ ਸਾਡੇ ਇੱਕ ਰਾਈਟਰ ਰਹੇ ਔਰ ਵਕੀਲ ਵੀ ਸੀ, ਉਹਨੇ ਬੜੀ ਹਲਕੀ ਜੀ ਨਜ਼ਮ ਲਿਖੀ, ਭੱਜ ਗਈ ਭੱਜ ਗਈ ਭੱਜ ਗਈ। ਔਰ ਲੇਕਿਨ ਦਿਮਾਗ ਇੱਥੋਂ ਹੀ ਹੋਵੇ, ਸੰਤੋਖ ਸਿੰਘ ਧੀਰ ਤੇ ਸਾਡੇ ਇੰਨੇ ਸੋ ਕਾਲਡ ਇੰਨੇ ਅੱਛੇ ਰਾਈਟਰ ਹੈ, ਦਵਿੰਦਰ ਸਤਿਆਰਥੀ ਕਿੱਥੇ ਕਹਿੰਦੇ ਨੇ ਖੜੇ ਹੋ ਕੇ ਗੱਲਾਂ ਕਰ ਰਹੇ, ਦੱਸੋ ਇਹ ਮਲੂਕੜਾ ਜਾਂ ਮੁੰਡੂ ਜਾਂ ਇਮਰੋਜ਼ ਮਿਲਿਆ, ਮਰ ਚੁੰਦੀ ਕੋਈ ਤਨ ਚੁੰਦੀ ਜਾਂ ਮੈਂ ਚੁੰਦੀ। ਮਤਲਬ ਉਹਨਾਂ ਨੂੰ ਐਂਡ ਤੱਕ ਇਹ ਲੱਗਦਾ ਹੈ ਕਿ ਇੰਨੇ ਸਾਰੇ ਲੋਕਾਂ ਨੂੰ ਸਾਨੂੰ ਛੱਡ ਕੇ ਮਤਲਬ ਉਹ ਰਿਜੈਕਸ਼ਨ ਜਿਹੜੀ ਹੈ ਜਾਂ ਇਹ ਕਰਨਾ ਕਿ ਆਪਣੇ ਆਪ ਨੂੰ ਉੱਚੇ ਸਮਝਦਾ ਆਪਣੀ ਹੋਮੀ, ਉਹ ਨਹੀਂ ਹੁੰਦੀ। ਜਾਂ ਪਹੁੰਚ ਤੋਂ ਗੱਲ ਦੂਰ ਸੀ ਉਹਨਾਂ ਦੀ ਪਹੁੰਚ ਤੋਂ ਪਹੁੰਚ ਦੂਰ ਸੀ, ਉਹਨਾਂ ਦੀ ਪਹੁੰਚ ਤੋਂ ਦੂਰ ਸੀ। ਜਾਂ ਉਹ ਸੋਚਦੇ ਸੀ ਜੇ ਅਸੀਂ ਪਸੰਦ ਕੀਤਾ ਤਾਂ ਅਗਲੀ ਵੀ। ਮਰਦ ਇਹ ਚਾਹੁੰਦਾ ਹੈ ਕਿ ਜੇ ਮੈਂ ਕਿਸੇ ਔਰਤ ਨੂੰ ਪਸੰਦ ਕੀਤਾ ਤੇ ਉਹ ਮੈਨੂੰ ਨਾ ਤੇ ਕਰੇ ਨਾ। ਔਰ ਅਮਰਤਾ ਵਰਗੀ ਸੋਹਣੀ, ਅਮਰਤਾ ਵਰਗੀ ਉਹ ਮਤਲਬ ਉਸ ਜ਼ਮਾਨੇ 'ਚ ਖਾਸ ਕਰਕੇ ਤੇ ਸਿਗਰਟ ਵਾਲੀ ਗੱਲ ਜਿਹੜੀ ਗੱਲ ਕਰਦੇ ਨੇ ਕਿ ਉਸ ਤੋਂ ਪਹਿਲੇ ਨਹੀਂ ਪੀਂਦੇ ਸੀ ਲੋਕ, ਚੋਰੀ ਛਿਪੀ ਪੀਂਦੇ ਨੇ। ਸਿਰ ਤੇ ਪਗੜੀ ਰੱਖ ਕੇ ਰਜਿੰਦਰ ਸਿੰਘ ਬੇਦੀ ਸਿਗਰਟ ਪੀਂਦੇ ਰਹੇ, ਕੌਣ ਨਹੀਂ ਪੀਂਦਾ, ਹੁਣ ਵੀ ਕਿੰਨੇ ਨੇ, ਕਿੰਨੀਆਂ ਮੈਂ ਔਰਤਾਂ ਨੂੰ ਦੇਖਿਆ। ਪਰ ਅਮਰਤਾ ਨਾਲ ਉਹ ਠੱਪਾ ਲਾਤਾ ਕਿ ਇਹਨੇ ਵਾਲ ਕਟਾਏ ਨੇ, ਇਹਨੇ ਸਿਗਰਟ ਪੀਂਦੀ ਹੈ ਤੇ ਉਹ ਕੀਤਾ ਨਹੀਂ। ਮਤਲਬ ਉਹਦੇ ਅੰਦਰ ਦੀ ਉਹ ਸੋਚਿਆ ਹੀ ਨਹੀਂ ਕਿ ਜਦ ਕਿਸੇ ਨੂੰ ਸ਼ਿੱਦਤ ਨਾਲ ਪਿਆਰ ਕਰੋ। ਉਹ ਜਿਹੜਾ ਸਾਰਾ ਉਹਨਾਂ ਨੇ ਹਾਸੇ ਦਿੱਤੇ ਸਾਰੇ ਲੁਧਿਆਣੇ ਦੇ। ਅੱਜ ਮੈਂ ਤੁਹਾਨੂੰ ਦੱਸਦੀ ਹਾਂ, ਮੈਨੂੰ ਸਿਗਰਟ ਦਾ ਧੂੰਆਂ ਬਰਦਾਸ਼ਤ ਨਹੀਂ ਹੁੰਦਾ, ਗਲੇ ਫਸ ਜਾਂਦਾ, ਪਰ ਪਤਾ ਨਹੀਂ ਕੀ ਸੀ ਉਹੀ ਜਿਹਨੂੰ ਪਿਆਰ ਕੋ। ਅਮਰਤਾ ਜੀ ਸਹਿਜੇ ਕਈ ਵਾਰ ਮੈਨੂੰ ਕਹਿ ਦਿੰਦੇ ਸੀ, ਉਹਨਾਂ ਦੇ ਡੋਰ ਸਾਹਮਣੇ ਪੈਂਦਾ ਸੀ, ਇਹਦੇ 'ਚ ਜਰਾ ਮੈਂ ਸਿਗਰਟ ਦਾ ਕੇਸ ਫੜਾਈ ਜਾਂ ਕਰੀ, ਤੇ ਮੈਨੂੰ ਕਦੀ ਨਹੀਂ ਆਇਆ। ਜਦ ਕਿ ਬੇਸਿਕਲੀ ਮਤਲਬ ਸਿੱਖ ਫੈਮਿਲੀ 'ਚੋਂ ਕਿ ਮੈਨੂੰ ਵੈਸੇ ਵੀ ਨਹੀਂ ਬਰਦਾਸ਼ਤ ਹੁੰਦੀ ਉਹਦੀ ਸਮੈਲ, ਪਰ ਅਮਰਤਾ ਜੀ ਮੇਰੇ ਸਾਹਮਣੇ ਪੀਂਦੇ ਹੁੰਦੇ ਸੀ, ਮੈਨੂੰ ਕਦੀ ਲੱਗੇ ਨਹੀਂ, ਕਿਉਂਕਿ ਮੈਂ ਮੇਰੇ ਧਿਆਨ ਵਿੱਚ ਹੀ ਨਹੀਂ ਆਉਂਦਾ ਸੀ। ਮੇਰੇ ਧਿਆਨ ਵਿੱਚ ਸਿਰਫ ਅਮਰਤਾ ਆਉਂਦੀ ਸੀ। ਇਹ ਜਿਨ੍ਹਾਂ ਦੇ ਧਿਆਨ ਵਿੱਚ ਹੀ ਉਹ ਗੱਲਾਂ ਆਉਂਦੀਆਂ ਕਿ ਅਸੀਂ ਇੱਥੋਂ ਦੀ ਉਹਨੂੰ ਨੁਕਤਾਚੀ ਨਹੀਂ ਕਰਨੀ, ਇੱਥੋਂ ਮੈਂ ਇਹਦੀ ਨਗੋਚੀ ਕਰਨੀ ਹੈ, ਇੱਥੋਂ ਮੈਂ ਇਹਦੀ ਆਲੋਚਨਾ ਕਰਨੀ, ਉਹਨਾਂ ਨੂੰ ਹੀ ਸਿਗਰਟ ਦਿਖਦੀ ਹੈ, ਉਹਨਾਂ ਨੂੰ ਅਮਰਤਾ ਦਿਖਦੀ ਨਹੀਂ। ਸ਼ਾਇਰ ਗੁਲਜ਼ਾਰ ਨੇ, ਉਹਨਾਂ ਨੇ ਅਮਰਤਾ ਹੋਣਾ ਬਾਰੇ ਕੀ ਕਿਹਾ ਸੀ, ਉਹ ਮੈਂ ਸੁਣਨਾ ਚਾਹੁੰਦੀ ਹਾਂ ਤੇ ਸੁਣਨ ਵਾਲਿਆਂ ਨੂੰ ਵੀ ਸੁਣਾਉਣਾ ਚਾਹੁੰਦੀ ਹਾਂ। ਅਮੀਆ ਜੀ ਆਓ ਸੁਣਦੇ ਹਾਂ। चंद मुलाकातें याद हैं अमृता जी से और इमरोज से भी। उन्हें सोच में तो अक्सर देखा था, थॉटफुल नजर आती थी, लेकिन उदास कभी नहीं देखा। हमेशा भरी हुई, दूध से भरे कटोरे की तरह छलकती हुई। लेकिन शायर अपनी उदासी चेहरे पे कहां लेपता है, वो तो अपनी नज़्मों में भर देता है, जैसे पानी में मुट्ठी भर रेत उड़ेल दे, वहीं कहीं तह में बैठ जाती है वो उदासी। नज़्म की सतह पर भी नजर नहीं आती, नज़्म खड़ौची पर पड़ी रहती है, रिश्ते खड़े की तरह। ਅਮੀਆ ਜੀ, ਜਿੱਥੇ ਆਪਾਂ ਨਫ਼ਰਤ ਦੀ ਗੱਲ ਕਰ ਰਹੇ ਸੀ ਜਾਂ ਕੁਝ ਇਹੋ ਜਿਹੇ ਸਵਾਲ ਜਿਹੜੇ ਅਟਪਟੇ ਸਵਾਲ ਲੱਗਦੇ ਆ, ਅਮਰਤਾ ਪ੍ਰੀਤਮ ਦੀ ਉਹਨਾਂ ਦੇ ਉੱਤੇ ਲੱਗਦੇ ਰਹੇ ਆ, ਉਹ ਸਵਾਲ ਉਹਨਾਂ ਨੂੰ ਕੀਤੇ ਜਾਂਦੇ ਰਹੇ ਆ, ਜਾਂ ਈਵਨ ਹੁਣ ਤੱਕ ਵੀ ਕਈ ਲੋਕ ਕਰਦੇ ਆ, ਜਿਵੇਂ ਮੈਂ ਇੱਕ ਰੀਸੈਂਟ ਐਗਜ਼ਾਮਪਲ ਵੀ ਤੁਹਾਨੂੰ ਦੇ ਕੇ ਹਟੀ ਹਾਂ। ਪਰ ਮੈਂ ਇਹ ਵੀ ਦੇਖਦੀ ਹਾਂ, ਜੇ ਤੁਸੀਂ ਕਿਹਾ ਕਿ ਅਮਰਤਾ ਜੀ ਡਿਸਟਰਬ ਹੋ ਜਾਂਦੇ ਸੀ ਕਈ ਵਾਰੀ। ਇੱਕ ਪਾਸੇ ਇੰਨਾ ਪਿਆਰ ਕਰਨ ਵਾਲੇ ਲੋਕ, ਦੂਸਰੇ ਪਾਸੇ ਇੰਨੀ ਖਾਰ ਖਾਣ ਵਾਲੇ ਲੋਕ। ਇੱਕ ਉਹਨਾਂ ਦਾ ਮੈਸੇਜ ਹੈ ਜਿਹੜਾ ਸੁਣਨ ਵਾਲਿਆਂ ਦੇ ਲਈ ਮੈਂ ਪਲੇ ਕਰਦੀ ਹਾਂ, ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ। मुझे याद आता है एक बार पाकिस्तान से एक दोस्त आए मिलने, तो उन्होंने थोड़े से केले मेरे आगे रख दिए। मैं हैरान हुई, ये क्या? कहने लगी ये मेरी तरफ से नहीं है, मैं आ रहा था तो एक केले बेचने वाला भागता हुआ आया, मुझे कहने लगा तुम दिल्ली जा रहे हो? मैंने कहा हाँ।
कहता है तुम अमृता से मिलोगे? इन्होंने कहा जाहिर है जरूर मिलूंगा। कहते जिसने बारिश शाह नज्म कही थी? उन्होंने कहा हाँ मिलूंगा। कहते ये केले उसे दे देना, मैं यही दे सकता हूँ, मैं समझूंगा कि मेरा आधा हज हो गया। इस प्यार का मैं क्या। ਕਿੰਨੇ ਇਮੋਸ਼ਨਲ ਹੋ ਗਏ ਜਦੋਂ ਇਹ ਗੱਲ ਕਰ ਰਹੇ ਸੀ ਕਿ ਇਸ ਪਿਆਰ ਕਾ ਮੈਂ ਕਿਆ ਕਰੂੰ। ਉਹ ਪਿਆਰ ਹਾਲੇ ਤੱਕ ਬਰਕਰਾਰ ਹੈਗਾ। ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ, ਪਿਆਰੇ ਨੇ ਜਾਂ ਪੜ੍ਹਨ ਵਾਲੇ ਨੇ, ਆਉਂਦੀਆਂ ਪੀੜ੍ਹੀਆਂ ਵੀ ਪੜ੍ਹਦੀਆਂ ਰਹਿਣਗੀਆਂ। ਸਮਾਂ ਆਪਣੇ ਕੋਲ ਥੋੜ੍ਹਾ ਹੈ, ਪਰ ਮੈਂ ਚਾਹੁੰਦੀ ਹਾਂ ਕਿ ਕੁਝ ਸਮਾਂ ਆਪਾਂ ਉਹਨਾਂ ਦੇ ਅੰਤਲੇ ਸਮੇਂ ਬਾਰੇ ਵੀ ਗੱਲਾਂ ਬਾਤਾਂ ਕਰੀਏ। ਇੱਕ ਤੁਸੀਂ ਉਹਨਾਂ ਦੀ ਕਵਿਤਾ ਦਾ ਜ਼ਿਕਰ ਕੀਤਾ ਕਿ ਤੈਨੂੰ ਮੈਂ ਫਿਰ ਮਿਲਾਂਗੀ। ਤੁਸੀਂ ਕਿਹਾ ਕਿ ਉਹ ਵੀ ਅਖੀਰਲੇ ਦਿਨਾਂ ਦੇ ਵਿੱਚ ਲਿਖੀ। ਥੋੜ੍ਹਾ ਜਿਹਾ ਇਹ ਜੇ ਸੁਣਨ ਵਾਲਿਆਂ ਦੇ ਨਾਲ ਗੱਲ ਸਾਂਝੀ ਕਰ ਸਕੋ ਕਿ ਉਹਨਾਂ ਦਾ ਅਖੀਰਲਾ ਸਮਾਂ ਕਿਹੋ ਜਿਹਾ ਸੀ? ਕਿੰਨਾ ਕੁ ਲਿਖਿਆ ਕਰਦੇ ਸੀ, ਜਾਂ ਜੇ ਉਹ ਗੱਲਾਂ ਹੀ ਕਰਦੇ ਹੁੰਦੇ ਸੀ ਤਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ? ਕਦੇ ਉਹਨਾਂ ਨੇ ਕਿਸੇ ਤਰ੍ਹਾਂ ਦੇ ਪਛਤਾਵੇ ਦੀ ਗੱਲ ਕੀਤੀ ਹੋਵੇ, ਕਿਸੇ ਤਰ੍ਹਾਂ ਦੇ ਆਪਣੇ ਸੁਪਨੇ ਦੀ ਗੱਲ ਕੀਤੀ ਹੋਵੇ? ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਪੁਨਰ ਜਨਮ ਦੇ ਵਿੱਚ ਵੀ ਯਕੀਨ ਸੀ ਕਿ ਮੈਂ ਮੁੜ ਕੇ ਫੇਰ ਆਵਾਂਗੀ ਤਾਂ ਮੈਂ ਕੀ ਕਰਾਂਗੀ? ਕੁਝ ਇਹੋ ਜਿਹੀਆਂ ਗੱਲਾਂ ਜੇ ਤੁਹਾਨੂੰ ਯਾਦ ਨੇ ਤਾਂ। ਹਾਂਜੀ। ਅੰਮ੍ਰਿਤਾ ਜੀ ਦੇ ਅੰਤਲਾ ਸਮਾਂ ਮੈਂ ਕਹਿੰਦੀ ਹਾਂ ਬਹੁਤ ਵਧੀਆ ਨਹੀਂ ਰਿਹਾ। ਹਾਲਾਂਕਿ ਇਮਰੋਜੀ ਅਲਕਾ ਨੇ ਰੱਜ ਕੇ ਸੇਵਾ ਕੀਤੀ, ਪਰ ਉਹ ਆਸਤਾ ਆਸਤਾ ਬਿਸਤਰ ਦੇ ਨਾਲ ਜੁੜਦੇ ਗਏ। ਈਵਨ ਬੋਡੀ ਵੀ ਬੱਚੇ ਦੀ ਤਰ੍ਹਾਂ ਹੋ ਗਈ ਸੀ। ਆਸਤਾ ਆਸਤਾ ਉਹਨਾਂ ਨੇ ਗੱਲ ਕਰਨੀ ਘੱਟ ਕਰ ਦਿੱਤੀ, ਖਾਣਾ ਘੱਟ ਕਰ ਦਿੱਤਾ। ਜਿਹੜੀ ਔਰਤ ਇੰਨੀ ਖੁਦ ਮੁਖਤਿਆਰ ਸੀ, ਉਹ ਪਰ ਮੁਖਤਿਆਰ ਹੁੰਦੀ ਗਈ। ਸਾਡੇ ਕਦੀ ਕਿਸੇ ਤੋਂ ਉਠਾਉਣ ਵੇਲੇ, ਕਦੀ ਮਾਲਿਸ਼ ਲਈ, ਕਦੀ ਮਸਾਜ ਲਈ, ਮਤਲਬ ਉਹਨਾਂ ਨੂੰ ਕਿਸੇ ਚੀਜ਼ ਦਾ ਅਫਸੋਸ ਨਹੀਂ ਸੀ, ਪਰ ਉਹ ਹਸਰਤ ਨਾਲ ਯਾਦ ਕਰਦੇ ਸੀ ਕਿਵੇਂ ਉਹ ਪੂਰੀ ਦੁਨੀਆ ਘੁੰਮੇ, ਪੂਰੇ ਕਿਸ ਤਰ੍ਹਾਂ ਪਾਰਲੀਮੈਂਟ 'ਚ ਜਾਂਦੇ ਸੀ, ਰੋਜ਼ ਉਡੀਕ ਕਰਦੇ ਸੀ ਕਿਸ ਤਰ੍ਹਾਂ ਤੇ ਕਿਵੇਂ ਉਹ ਇੱਕ ਬਿਸਤਰ ਤੇ ਸਿਮਟ ਕੇ ਰਹਿ ਗਏ। ਅਖੀਰਲੇ ਦਿਨਾਂ ਤੇ ਨਿਰਾਸ਼ਾ ਦਾ ਉਹ ਆਲਮ ਸੀ ਕਿ ਥੱਕ ਗਏ ਸੀ ਬਿਮਾਰੀ ਤੋਂ। ਕਦੀ ਮੈਨੂੰ ਕਹਿ ਦੇਣਾ ਤੂੰ ਮੈਨੂੰ ਜ਼ਹਿਰ ਲਿਆ ਦੇ, ਕਦੀ ਕਹਿਣ ਮੈਨੂੰ ਅਗਨੀ ਨਹੀਂ ਦਿੰਦੇ। ਮੈਨੂੰ ਇੱਕ ਦਿਨ ਕਹਿਣ ਲੱਗੇ ਅੰਮੀਆਂ ਮੈਨੂੰ ਇੰਝ, ਤੇ ਅਲਕਾ ਕਹਿਣ ਲੱਗੀ ਤੁਹਾਡੀ ਵਰਗੀ ਮਾਂ ਕਿੱਥੋਂ ਲੈ ਗਈ ਜੀ ਗੱਲਾਂ ਨਾ ਕਰੋ। ਅਲਕਾ ਬਹੁਤ ਪਿਆਰ ਕਰਦੀ ਉਹਨਾਂ ਨੂੰ, ਤੇ ਅੰਮ੍ਰਿਤਾ ਜੀ ਨੇ ਉਹਨੂੰ ਬੇਪਨਾਹ ਉਹ ਦਿੱਤਾ ਹੈ, ਪਿਆਰ ਵੀ, ਹੱਕ ਵੀ ਸਾਰੇ। ਤੇ ਅਖੀਰਲੇ ਦਿਨਾਂ 'ਚ ਬਹੁਤ ਆਸਾ ਇੰਝ ਹੋ ਗਿਆ, ਇੱਕ ਵਾਰ ਤੇ ਉਹ ਮੇਰਾ ਨਾਂ ਭੁੱਲ ਗਏ। ਮੈਨੂੰ ਬੜਾ ਦੁੱਖ ਹੋਇਆ, ਮੈਂ ਚਲੀ ਗਈ ਤੇ ਇੱਕ ਰਾਤ ਮੈਂ ਰਹੀ ਤੇ ਉਹਨਾਂ ਨੂੰ ਮੇਰਾ ਨਾਮ ਇੰਨਾ ਯਾਦ ਕਿ ਬਦਲ ਕੇ, ਜਿਵੇਂ ਕਦੀ ਅੰਮੀਆਂ, ਕਦੀ ਐਮ, ਕਦੀ ਅੰਮੂ ਕਰਕੇ ਕਰਨ। ਮੈਂ ਉਹ 10 ਵਾਰੀ ਮੇਰਾ ਨਾਮ ਬਦਲਿਆ ਤੇ ਮੈਂ ਉਹਦੇ ਤੇ ਆਵਾਜ਼ਾਂ ਦੇ ਘੇਰੇ ਕਵਿਤਾ ਵੀ ਲਿਖੀ ਸੀ। ਤੇ ਲੇਕਿਨ ਇੱਕ ਦਿਨ ਅਚਾਨਕ ਮੈਨੂੰ ਅਲਕਾ ਦਾ ਫੋਨ ਆਇਆ, ਅੰਮੀਆਂ ਜੀ ਕਲਾਸ ਛੱਡ ਦਿਓ, ਮੈਂ ਕਾਲਜ ਕਲਾਸ ਲੈ ਰਹੀ ਸੀ, ਕਾਲਜ ਛੱਡ ਦਿਓ। ਤੇ ਹਾਲਾਂਕਿ ਮੇਰਾ ਕਾਲਜ 26 ਕਿਲੋਮੀਟਰ ਦੂਰ ਹੈ। ਅੱਜ ਅੰਮ੍ਰਿਤਾ ਜੀ ਅੱਛੇ ਮੂਡ ਨੇ, ਤੁਹਾਨੂੰ ਬਾਰ-ਬਾਰ ਯਾਦ ਕਰ ਰਹੇ ਨੇ। ਉਹਨਾਂ ਦੀ ਇੱਕ ਹੋਰ ਨੌਕਰਾਣੀ ਸੀ, ਉਹਦਾ ਨਾਮ ਕਾਲੀ ਪਾਇਆ ਸੀ, ਉਹ ਮੈਨੂੰ ਫੋਨ ਕਰਦੇ ਨੇ ਕਿਸ ਤੋਂ ਕਰਾਉਂਦੇ। ਤੇ ਉਹ ਬੜਾ ਅੱਛਾ ਲੱਗਦਾ ਸੀ ਮੈਨੂੰ ਜੋ ਯਾਦ ਕਰਦੇ ਸੀ। ਪਰ ਇੱਕ ਅਜੀਬ ਜਿਹੀ ਗੱਲ ਹੋਈ ਸੀ, ਲਿਖਣ ਤੋਂ ਬਿਲਕੁਲ ਹਟ ਗਏ ਸੀ। ਅੱਛਾ, ਲਿਖਣ ਦਾ ਲਿਖਣਾ ਬੰਦ ਇੰਟਰਸਟ ਕਰਤਾ ਸੀ? ਬਿਲਕੁਲ। ਹੁਣ 2002 ਵਿੱਚ, ਅਪ੍ਰੈਲ 2002 ਚ ਤੇ ਉਹਨਾਂ ਦਾ ਨਾਗਮਣੀ ਆਖਰੀ ਅੰਕ ਨਿਕਲਿਆ, ਔਰ ਬੜਾ ਸਿੰਪਲ। ਉਹਨਾਂ ਨੇ ਕੋਈ ਉਹ ਨਹੀਂ ਕੀਤਾ, ਨਹੀਂ ਤਾਂ ਲੋਕ ਇੰਨੀ ਵੱਡੀ ਵੱਡੀ ਗੱਲਾਂ ਕਰਦੇ ਸਫਾਈ ਦੇ। ਉਹਨਾਂ ਨੇ ਸਿਰਫ ਛੋਟਾ ਜਿਹਾ ਸੰਪਾਦਕੀ ਨੋਟ ਹੀ ਲਿਖਿਆ, ਕਾਮੇ। ਕਦੇ ਉਹਨਾਂ ਨੇ ਆਪਣੇ ਆਪ ਨੂੰ ਸੰਪਾਦਨ ਨਹੀਂ ਲਿਖਿਆ। ਅੰਮ੍ਰਿਤਾ ਇਮਰੋਜ਼ ਕਾਮੇ ਲਿਖਦੇ ਸੀ, ਲਿਬਰਲ ਕਹਿੰਦੇ ਸੀ, ਕਾਮੇ ਅਲਵਿਦਾ ਕਹਿੰਦੇ ਹਨ। ਤੇ ਇੱਕ ਛੋਟੀ ਜਿਹੀ ਕਿਸੇ ਸਪੇਸ 'ਚ ਬੱਚੇ ਲਿਖਿਆ ਕਿ ਮੇਰੀ ਹੁਣ ਤਨ ਦੀ ਸਿਹਤ ਮੇਰੇ ਮਨ ਦਾ ਸਾਥ ਨਹੀਂ ਦੇ ਰਹੀ, ਤੇ ਅੰਕ ਆਖਰੀ ਹੋਵੇਗਾ। ਤੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਜਿਹੜੀ ਮੈਂ ਤੈਨੂੰ ਫੇਰ ਮਿਲਾਂਗੀ, ਇੱਕ ਦੋ ਲਿਖੇ, ਲੇਕਿਨ ਆਸਾ ਉਹ ਵੀ ਉੱਠਣਾ ਬੈਠੇ ਰਹਿ ਗਏ। ਸਗੋਂ ਮੈਂ ਉਹਨਾਂ ਤੇ ਅੱਖਰਾਂ ਦੀ ਜਾਇ ਸੰਪਾਦਿਤ ਕਰੀ ਸੀ ਬੈਠੀ, ਕਿਉਂਕਿ ਉਹਨਾਂ ਕੋਲ ਬੈਠੀ ਰਹਿੰਦੀ ਸੀ। ਨਾਗਮਣੀ ਦੇ ਪੁਰਾਣੇ ਅੰਕ ਫਰੋਲਾਂ, ਇੱਧਰ ਉੱਧਰ ਦੀ ਮੈਗਜ਼ੀਨ ਵਿੱਚ ਜਿਹੜੀ ਉਹਨਾਂ ਤੇ ਕਵਿਤਾਵਾਂ ਆਈਆਂ, ਉਹ ਮੈਂ ਕਰ ਰਹੀ ਸੀ। ਕਈ ਵਾਰੀ ਉਹ ਖਿੱਚ ਜਾਂਦੇ ਸਨ, ਇਹ ਕੀ ਕਰਦੀ ਰਹਿੰਦੀ, 24 ਘੰਟੇ ਪੜ੍ਹਦੀ ਰਹਿ, ਮਤਲਬ ਜਿਹੜੀ ਇੰਨੀ ਇੰਟਰਸਟ ਸੀ, ਇਹ ਕੀ ਲੈ ਕੇ ਬੈਠੀ ਰਹਿੰਦੀ ਹੈ। ਇੰਨੀ ਕਿਤਾਬਾਂ ਤੋਂ ਉਪਰਾਮ ਹੋ ਗਏ ਸੀ ਕਿ ਇਮਰੋਜ਼ ਜੀ ਤੇ ਅੰਮ੍ਰਿਤਾ ਜੀ ਦੇ ਸੌਣ ਕਮਰੇ ਦੀ ਬੜੀ ਵਿੱਥੇ ਵਿੱਚ ਇੱਕ ਲੰਬੀ ਲੌਬੀ ਆਉਂਦੀ ਹੈ, ਤੇ ਇਮਰੋਜ਼ ਜੀ ਆਪਣਾ ਕੰਮ ਛੱਡ ਕੇ ਬਾਰ-ਬਾਰ ਅੰਮ੍ਰਿਤਾ ਜੀ ਕੋਲ ਆਉਂਦੇ ਸੀ। ਥੋੜੀ ਦੇਰ ਦੀ ਸਹੂਲਤ ਲਈ ਕੀਤਾ ਕਿ ਇਮਰੋਜ਼ ਜੀ ਦੇ ਕਮਰੇ ਦੇ ਨਾਲ ਹੀ ਲਾਇਬ੍ਰੇਰੀ ਉਹਨਾਂ ਦੀ ਪੈਂਦੀ ਸੀ, ਤੇ ਅੰਮ੍ਰਿਤਾ ਜੀ ਨੂੰ ਉਧਰ ਸ਼ਿਫਟ ਕਰ ਦਿੱਤਾ। ਪਰ ਅੰਮ੍ਰਿਤਾ ਜੀ ਨੂੰ ਉਹ ਕਿਤਾਬਾਂ ਇੰਨਾ ਓਪਰਾ ਸੰਸਾਰ ਲੱਗੇ, ਜਿਹਨੇ ਪੂਰੀ ਉਮਰ ਦੁਨੀਆ ਭਰ ਦੀ ਕਿਤਾਬਾਂ ਪੜ੍ਹੀ ਸੀ। ਇਹ ਮੈਨੂੰ ਕਿੱਥੇ ਲਿਆਇਓ, ਮੈਨੂੰ ਮੇਰੇ ਘਰ ਛੱਡੋ। ਮੇਰੇ 10-15 ਦਿਨ ਰੱਖਿਆ, ਮੁਸ਼ਕਿਲ ਹੋ ਗਿਆ, ਉਹਨਾਂ ਨੂੰ ਵਾਪਸ ਉਹਨਾਂ ਦੇ ਘਰ ਛੱਡਣਾ ਪਿਆ। ਸੁਪਨੇ ਬੜੇ ਉਹਨਾਂ ਨੂੰ ਆਉਂਦੇ ਸੀ, ਬੜੇ ਅਲੱਗ ਤਰ੍ਹਾਂ ਦੇ। ਇੱਕ ਦਿਨ ਮੈਨੂੰ ਕਹਿੰਦੇ ਮੈਨੂੰ ਸੁਪਨੇ ਆਇਆ ਯਮਦੂਤ ਦੇ 2 ਮੈਂ ਲੈਣ ਆਏ, ਪਰ ਉਹ ਐਸਾਂ ਦੇ ਨਹੀਂ, ਬੜੇ ਸੋਹਣੇ ਹੈਗੇ ਨੇ, ਬੱਚੇ ਦੇ ਫਰਿਸ਼ਤੇ। ਇੱਕ ਦਿਨ ਮੈਂ ਗਈ ਤੇ ਬੜੇ ਰੋਣਾ ਆਕੇ ਜਿਹੇ ਹੋਏ, ਤੇ ਅੰਮੀਆਂ ਇਹ ਨਾ ਮੈਨੂੰ ਰਾਤੀ ਸੁਪਨਾ ਆਇਆ ਮੇਰਾ ਬੱਚਾ ਹੋਇਆ,
ਤੇ ਅਲਕਾ ਅੱਛਾ। ਮੈਨੂੰ ਹਾਂ ਇਹ ਮੈਨੂੰ ਦਿੰਦੀ ਨਹੀਂ, ਅਲਕਾ ਵੱਲ ਇਸ਼ਾਰਾ ਕਰਕੇ। ਅਲਕਾ ਕਹਿਣ ਲੱਗੀ ਅੰਮਾ ਜੀ ਇੰਨੀ ਤੂੰ ਚੁੱਪ ਰਹਿ, ਮੈਂ ਅਲਕਾ ਨਾਲ ਗੱਲ ਕਰੀ, ਮੈਨੂੰ ਅਲਕਾ ਕਹਿਣ ਲੱਗੇ ਤੇ ਇਹ ਮੈਨੂੰ ਦਿੰਦੀ ਨਹੀਂ। ਤੇ ਇਮਰੋਜ਼ ਕੋਲ ਬੈਠੀ ਇੰਨੇ ਪਿਆਰ ਨਾਲ ਕਹਿ ਮਾਜਾ ਇਸ ਜਨਮ ਨੂੰ ਛੱਡ ਦੇ, ਅਗਲੇ ਜਨਮ ਅਸੀਂ ਢੇਰ ਸਾਰੇ ਬੱਚੇ ਕਰਾਂਗੇ। ਉਹ ਪਤਾ ਨਹੀਂ ਕਿਹੜਾ ਅੰਦਰ ਪ੍ਰਭਾਵ ਸੀ ਜਿਹੜੀ ਸੁਪਨੇ 'ਚ ਇੱਕ ਸਿਰਜਣਾ ਦਾ ਸੀ, ਪਲ ਕੀ ਸੀ ਉਹ ਬੱਚਾ ਜਿਹੜਾ ਸੁਪਨੇ 'ਚ ਆਇਆ, ਕਹਿੰਦੇ ਨੇ ਲੁਕੋ ਕੇ ਰੱਖਿਆ। ਉਹ ਕਦੀ ਕਹਦੇ ਸੋ ਰਹੇ ਕਿ ਉਹਨਾਂ ਦੇ ਵਕਨ ਬੱਚੇ ਹੋ ਜਾਂਦੇ ਸੀ। ਇੱਕ ਵਾਰੀ ਤੇ ਇਮਰੋਜ਼ ਜੀ ਕੋਲ ਆਏ ਤੇ ਅਮਰਤਾ ਜੀ ਪਛਾਣ ਨਹੀਂ ਰਹੇ, ਕਹਿੰਦੇ ਤੂੰ ਕੌਣ ਹੈ? ਇਮਰੋਜ਼ ਜੀ ਨੇ ਬੱਚਿਆਂ ਦੀ ਤਰ੍ਹਾਂ ਇੰਝ ਹੱਥ ਕਰਕੇ ਕਿਹਾ ਝਾਤ ਮੈਂ ਇਮਰੋਜ਼। ਤੇ ਇਹ ਮਤਲਬ ਪੂਰੀ ਸ਼ਿੱਦਤ ਨਾਲ ਅਟੈਂਡ ਕਰਨੇ। ਮੈਨੂੰ ਯਾਦ ਹੈ ਸੁਰਿੰਦਰ ਸ਼ਰਮਾ ਕਿਸ ਦਾ ਫੋਨ ਆਣਾ, ਤੁਸੀਂ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਹੋ, ਵੀ ਜਰਾ ਜੇ ਵੀ ਅਮਰਤਾ ਇੱਧਰ ਇਮਰੋਜ਼ ਜੀ ਨੇ ਇੱਧਰ ਉੱਧਰ ਦੇਖਦੇ ਨਾ ਆਵਾਜ਼ਾਂ ਮਾਰਦੇ ਸੀ, ਇਮਾ ਇਮਾ ਮੈਨੂੰ ਛੱਡ ਕੇ ਨਾ ਜਾਏ, ਇੰਨੇ ਇਨਸਿਕਿਉਰ ਹੋ ਗਏ। ਤੇ ਇਮਰੋਜ਼ ਜੀ ਨੇ ਬੜੇ ਸਹਿਜ ਕਿਹਾ ਕਿ ਉਹਨਾਂ ਨੂੰ ਸਾਡਾ ਕੋਲ ਬੈਠਣਾ ਅੱਛਾ ਲੱਗਦਾ ਤੇ ਸਾਨੂੰ ਉਹਨਾਂ ਦੇ ਕੋਲ ਬੈਠਣਾ। ਸੋ ਇਹ ਐਂਡ ਤੱਕ ਰਿਹਾ। ਲੇਕਿਨ ਜਦੋਂ ਡੈਥ ਹੋਈ ਮੈਂ ਰੋਜ਼ ਜਾਂਦੀ ਸੀ, ਕਦੇ ਵੀ ਛੱਡ ਜਾਵਾਂ ਤੇ ਮੈਨੂੰ ਗਿਲਾ ਕਰਦੇ ਸੀ ਨਾ ਅੱਗੇ ਨਾ ਪਾਇਆ ਕਰ, ਮੈਂ ਹੁਣ ਜ਼ਿਆਦਾ ਦੇਰ ਨਹੀਂ ਰਹਿਣਾ। ਉਹ ਅੱਛਾ। ਕਿੱਥੇ ਰਹਿ ਗਈ ਰੋ ਰੋਜ਼ ਆਉਣ ਵਾਲੀ ਕੁੜੀ ਜਿਹੜੀ ਮੈਨੂੰ ਪ੍ਰੋਮਿਸ ਕਰਦੀ ਸੀ, ਪ੍ਰੋਮਿਸ ਲੈਂਦੇ ਸੀ ਮੇਰੇ ਕੋਲ। ਤੇ ਜਿਸ ਦਿਨ ਡੈਥ ਹੋਈ ਮੈਂ ਵਿਗਿਆਨ ਭਵਨ 'ਚ ਕੋਈ ਸੈਮੀਨਾਰ ਅਟੈਂਡ ਕਰ ਰਹੀ ਸੀ, ਅਹਿਮਦ ਸਲੀਮ ਵੀ ਆਏ ਹੋਏ ਸਨ। ਤੇ ਅਚਾਨਕ ਬਾਰ-ਬਾਰ ਮੇਰਾ ਮੋਬਾਈਲ ਵੱਜਿਆ। ਮੋਬਾਈਲ ਨਵਾਂ ਸੀ, ਮੈਨੂੰ ਬੰਦ ਉਹ ਨਾ ਕਰਨਾ ਹੈ। ਮੈਂ ਅੱਗੇ ਵਾਲੇ ਬੋਲਣ ਲੱਗ ਪਏ, ਮੈਂ ਸਵਿਚ ਆਫ ਕਰਤਾ। ਲੇਕਿਨ ਮੇਰੇ ਅੰਦਰ ਇੱਕ ਖਲਬਲੀ ਜੀ ਮਚ ਗਈ। ਮੈਂ ਵਾਸ਼ਰੂਮ ਗਈ ਤੇ ਮੈਂ ਖੋਲਿਆ ਤੇ ਇਮਰੋਜ਼ ਜੀ ਦਾ ਫੋਨ ਸੀ। ਮੈਂ ਅੱਛਾ। ਇਮਰੋਜ਼ ਜੀ ਕਹਿੰਦੇ ਅਮੀਆ ਛੇਤੀ ਨਾਲ ਆ ਜਾ, ਅਮਰਤਾ ਸਿੰਘ ਕਰ ਰਹੀ ਹੈ। ਤੇ ਮੈਂ ਉਦੋਂ ਗੱਡੀ ਵੀ ਨਹੀਂ ਸੀ, ਮੈਂ ਆਟੋ ਕਰਕੇ, ਪਰ ਮੈਂ ਜਾਣ ਤੋਂ ਪਹਿਲੇ ਕਿਉਂਕਿ ਅਹਿਮਦ ਸਲੀਮ ਮੇਰੇ ਨਾਲ ਜਾਣਾ ਚਾਹੁੰਦਾ ਸੀ ਅਮਰਤਾ ਨੂੰ ਮਿਲਣ, ਤੇ ਮੈਂ ਹੌਲੀ ਜਿਹੀ ਉਹਦੇ ਕੰਨ 'ਚ ਕਿਹਾ ਵੀ ਅਹਿਮਦ ਜੀ ਮੈਂ ਜਾ ਰਹੀ ਹਾਂ, ਲੱਗਦਾ ਅਮਰਤਾ ਦਾ ਅੱਜ। ਉਹ ਉੱਥੇ ਡੋਰ ਪੋਰ ਨਾ ਉੱਥੋਂ ਸਟੇਜ ਤੋਂ ਉੱਠ ਸਕੇ ਨਾ ਕੁਛ, ਉਹ ਕੁਛ ਲੋਕਾਂ ਨੇ ਸੁਣਿਆ ਤੇ ਗੱਲ ਪਹੁੰਚ ਗਈ। ਲੇਕਿਨ ਅਮਰਤਾ ਜੀ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਡੈਥ ਵੇਲੇ ਜ਼ਿਆਦਾ ਲੋਕ ਹੋਣ, ਕੋਈ ਦਿਖਾਵਾ ਨਹੀਂ, ਕਹਿੰਦੇ ਪੂਰੀ ਉਮਰ ਮੇਰੇ ਖਿਲਾਫ ਰਹਿਣ, ਕੋਈ ਭੋਗ ਕੋਈ ਰਸਮ ਮੈਂ ਨਹੀਂ ਚਾਹੁੰਦੀ। ਤੇ ਉਹਨਾਂ ਦੀ ਉਸ ਇੱਛਾ ਨੂੰ ਧਿਆਨ ਰੱਖ ਕੇ ਇਮਰੋਜ਼ ਜੀ ਨੇ ਇੱਕ ਮੈਨੂੰ ਫੋਨ ਕੀਤਾ, ਮੇਰੇ ਤੋਂ ਬਾਅਦ ਇੱਕ ਅਸਮਾ ਸਲੀਮ ਨੂੰ ਕੀਤਾ, ਇੱਕ ਉਹਨਾਂ ਦੇ ਪ੍ਰਕਾਸ਼ਕ ਚੰਦ ਸਨ, ਚਰਨਜੀਤ ਚੰਦ, ਤੇ ਘਰ ਦੇ ਮੈਂਬਰ ਤੇ ਨਾਲ ਹੀ ਜੋੜਵਾਂ ਪ੍ਰਕਾਸ਼ਕ ਪਾਪਾ ਪ੍ਰੀਤਮ ਸਿੰਘ ਦਾ ਸੀ, ਉਹਨਾਂ ਦੀ ਬੇਟੀ ਰੇਨੂਕਾ। ਤੇ ਰੇਨੂਕਾ ਅਜੀਤ ਕੌਰ ਦੀ ਬੇਟੀ ਦੀ ਦੋਸਤ ਸੀ। ਤੇ ਉਹ 4 ਸਾਲ ਅਜੀਤ ਕੌਰ ਨੇ ਫੋਨ ਕੀਤਾ ਤੇ ਉਹਨੇ ਕਿਹਾ ਕਿ ਨਾਲ ਦੇ ਕਰਕੇ ਕੋਈ ਡੈਥ ਹੋਈ, ਉਹ ਸਮਝ ਗਈ ਤੇ ਉਹ ਆ ਗਏ। ਬਸ ਅਸੀਂ ਇੰਨੇ ਲੋਕ ਸਾਂ। ਤੇ ਅਸੀਂ ਜਦੋਂ ਇੱਕ ਅਖਬਾਰ, ਮੇਰੇ ਖਿਆਲ ਅਜੀਤ ਅਖਬਾਰ ਵਾਲਿਆਂ ਨੂੰ ਪਤਾ ਕਿੱਥੋਂ ਸੂਹ ਮਿਲ ਗਈ ਸੀ। ਤੇ ਹਾਲਾਂਕਿ ਕੋਈ ਨਹੀਂ ਚਾਹੁੰਦੇ ਸੀ, ਇਮਰੋਜ਼ ਜੀ ਨੇ ਫੋਟੋ ਵੀ ਨਹੀਂ ਲੈਣ ਦਿੱਤੀ, ਕੋਈ ਨਹੀਂ। ਤੇ ਦੀਵਾਲੀ ਦਾ ਦਿਨ ਅਸੀਂ ਉੱਥੇ ਸੰਸਕਾਰ ਲਈ ਗ੍ਰੀਨ ਪਾਰਕ ਗਏ। ਉੱਥੇ ਸੁਣ ਕੇ ਕਿਉਂਕਿ ਅਹਿਮਦ ਸਲੀਮ ਵਗੈਰਾ ਤੋਂ ਤਾਂ ਵੀ 10-15 ਟੋਟਲ 20-25 ਲੋਕ ਸੀ ਅਸੀਂ ਸੰਸਕਾਰ ਵੇਲੇ। ਈਵਨ ਅਰਥੀ ਨੂੰ ਮੁੱਢਾ ਦੇਣ ਵੇਲੇ ਵੀ ਸੋ ਬਾਹਰ ਉਹਨਾਂ ਦੀ ਇੱਛਾ ਸੀ ਇਹ ਕਿ ਲੋਕ ਨਾ ਹੋਣ ਉਹਨਾਂ ਦੇ ਅਰਾਊਂਡ। ਉਹਨਾਂ ਨੇ ਭੋਗ ਵੀ ਮਨਾ ਕੀਤਾ ਸੀ। ਲੋਕੀ ਆ ਕੇ ਇਮਰੋਜ਼ ਨੂੰ ਕਹਿੰਦੇ ਕਿ ਨਹੀਂ ਜਦੋਂ ਅਸੀਂ ਹੋਏਗਾ ਅਸੀਂ ਮਿਲ ਕੇ ਬੈਠ ਕੇ ਯਾਦ ਕਰ ਲਾਂਗੇ। ਮੈਨੂੰ ਫੋਨ ਕਰ ਦਿੰਦੇ ਸੀ, ਆ ਜਾ ਬੜੇ ਦਿਨ ਹੋ ਗਏ ਤੂੰ ਨਹੀਂ ਆਈ, ਛੱਤ ਤੇ ਬੈਠਾਂਗੇ ਜਿੱਥੇ ਅਮਰਤਾ ਧੁੱਪ ਸੇਕਦੀ ਸੀ, ਕਾਫੀ ਪੀਂਦੇ ਸੀ ਤੇ ਅਮਰਤਾ ਨੂੰ ਯਾਦ ਕਰਦੇ ਸੀ। ਸੋ ਕੋਈ ਭੋਗ ਵਗੈਰਾ ਕੁਛ ਨਹੀਂ ਹੋਇਆ ਇਹੋ ਜਿਹਾ? ਕੁਛ ਨਹੀਂ ਹੋਇਆ। ਹਾਂ, ਹਾਂ। ਅਮਰਤਾ ਜੀ ਤਕਰੀਬਨ 12 ਸਾਲ ਆਲ ਇੰਡੀਆ ਰੇਡੀਓ ਦਿੱਲੀ 'ਚ ਕੰਮ ਕਰਦੇ ਰਹੇ। ਉਹ ਵੀ ਕਹਿੰਦੇ ਕਿ ਬਹੁਤ ਥੋੜ੍ਹੇ ਵੇਜਿਸ, ਜਦੋਂ ₹5 ਦਿਹਾੜੀ ਹੁੰਦੀ ਸੀ, 12 ਸਾਲ ਉਹਨਾਂ ਨੇ ਇਹ ਕੰਮ ਕੀਤਾ। ਉਸ ਵੇਲੇ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹੁਣ ਜਦੋਂ ਕਿ ਔਰਤਾਂ, ਬਹੁਤ ਸਾਰੀਆਂ ਔਰਤਾਂ ਨੇ, ਵੱਡੀ ਗਿਣਤੀ ਦੇ ਵਿੱਚ ਮੀਡੀਆ 'ਚ ਵੀ ਕੰਮ ਕਰ ਰਹੀਆਂ ਨੇ, ਤੁਹਾਡੇ ਵਰਗੀਆਂ ਔਰਤਾਂ ਪੜ੍ਹਦੀਆਂ ਨੇ, ਪੜ੍ਹਾਉਂਦੀਆਂ ਨੇ, ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਹੈ, ਉਹ ਕਰਦੀਆਂ ਨੇ ਬੈਠ ਕੇ। ਆਪਾਂ ਦੋਵੇਂ ਵੀ ਇਸ ਵੇਲੇ ਉਹੀ ਸਿਲਸਿਲਾ ਜਿਹੜਾ ਉਹਨੂੰ ਅਗਾਂਹ ਤੋਰ ਰਹੀਆਂ ਹੈਗੀਆਂ। ਜੇ ਕਿਤੇ ਅੱਜ ਅਮਰਤਾ ਜਨਮ ਲਵੇ, ਤੁਹਾਨੂੰ ਕੀ ਲੱਗਦਾ ਕਿ ਅਮਰਤਾ ਨੂੰ ਲੋਕ ਕਿਸ ਢੰਗ ਦੇ ਨਾਲ ਲੈਣਗੇ? ਪਤਾ ਨਹੀਂ, ਬਹੁਤ ਅੱਗੇ ਚਲੇ ਗਏ, ਬਹੁਤ ਫੈਨ ਦਿਨੋਂ ਦਿਨ ਵੱਧਦੇ ਜਾ ਰਹੇ ਨੇ, ਉਹਨਾਂ ਦਾ ਹੋਰ ਜ਼ਿਆਦਾ ਘੇਰਾ ਹੋ ਰਿਹਾ। ਪਰ ਫਿਰ ਵੀ ਪਤਾ ਨਹੀਂ ਸਾਡੇ ਇਹ ਜਿਹੜੇ ਪੈਟ੍ਰਿਓਟਿਕ ਸਿਸਟਮ ਕਿਸ ਤਰ੍ਹਾਂ ਲੈਂਦਾ। ਹਾਲਾਂਕਿ ਅਮਰਤਾ ਨੇ ਤੇ ਬੜਾ ਕਿਹਾ ਸੀ, ਕਹਿੰਦੀ ਜੇ ਅਗਲਾ ਕੋਈ ਜਨਮ ਹੁੰਦਾ ਹੈ ਤੇ ਮੈਂ ਉਸ ਜਨਮ ਵਿੱਚ ਵੀ ਔਰਤ ਹੋਣਾ ਚਾਹਾਂਗੀ ਤੇ ਹੱਥ 'ਚ ਕਲਮ ਫੜਨਾ ਚਾਹਾਂਗੀ। ਮਤਲਬ ਉਦੋਂ ਵੀ ਮੇਰੇ ਹੱਥ 'ਚ ਕਲਮ ਹੋਏ। ਤੇ ਮਤਲਬ ਉਹਨੇ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਮਰਦ ਹੋਣਾ ਨਹੀਂ ਪਸੰਦ ਕੀਤਾ। ਕਹਿੰਦੀ ਮੈਂ ਔਰਤ ਹੀ ਜਾਣਾ ਚਾਹਾਂਗੀ, ਬਸ਼ਰਤੇ ਮੈਂ ਇਸੇ ਤਰ੍ਹਾਂ ਲੇਖਕ ਹੋਵਾਂ। ਅਮੀਆ ਜੀ, ਤੁਸੀਂ ਸਮਾਂ ਕੱਢਿਆ, ਇਹ ਗੱਲਾਂ ਬਾਤਾਂ ਕੀਤੀਆਂ, ਮੈਂ ਬਹੁਤ-ਬਹੁਤ ਤੁਹਾਡੀ ਸ਼ੁਕਰਗੁਜ਼ਾਰ ਹਾਂ। ਅਖੀਰ 'ਚ ਜੇ ਕੁਝ ਇਹੋ ਜਿਹੀ ਗੱਲਬਾਤ ਜਿਹੜੀ ਤੁਹਾਨੂੰ ਲੱਗਦਾ ਕਿ ਮੈਂ ਨਾ ਪੁੱਛ ਸਕੀ ਹੋਵਾਂ, ਤੁਹਾਨੂੰ ਲੱਗਦਾ ਕਿ ਲਾਜ਼ਮੀ ਤੌਰ ਤੇ ਸੁਣਨ ਵਾਲਿਆਂ ਦੇ ਨਾਲ ਕੀਤੀ ਜਾਣੀ ਚਾਹੀਦੀ ਸੀ, ਜ਼ਰੂਰ ਕਰੋ। ਬਸ ਇਹੀ ਹੈ ਕਿ ਮੈਂ ਸੋਚਦੀ ਹਾਂ ਅਮਰਤਾ ਦਾ ਹਲੇ ਵੀ ਉਹਦੇ ਸਾਹਿਤ ਦਾ ਮੁਲਾਂਕਣ ਹੋਣਾ ਪੂਰੀ ਤਰ੍ਹਾਂ ਰਹਿੰਦਾ ਹੈ। ਹਲੇ ਵੀ ਕੁਛ ਨਾ ਕੁਛ
ਮੈਨੂੰ ਵੀ ਲੱਗਦਾ ਹੈ ਕਿ ਅੰਮ੍ਰਿਤਾ ਨੇ ਕਿਹਾ ਸੀ ਵੀ ਇਹ ਮੌਤ ਜਿਹੜੀ ਹੈਗੀ ਨਾ ਜ਼ਿੰਦਗੀ ਦੀ ਭੂਮਿਕਾ ਲਿਖਾਉਣ ਆਉਂਦੀ ਹੈ, ਤੇ ਮੈਂ ਸੋਚਦੀ ਹਾਂ ਉਹਨਾਂ ਦੀ ਤੇ ਵੀ ਹਲੇ ਇਹ ਸਿਰਫ ਭੂਮਿਕਾ ਹੋਈ ਹੈ, ਸਾਨੂੰ ਪੂਰੀ ਕਿਤਾਬ ਉਹਨੇ ਤੇ ਲਿਖਣੀ ਹੈ, ਉਹਦੇ ਬਾਰੇ ਉਹਦਾ ਸਹੀ ਮੁਲਾਂਕਣ ਕਰਨ ਦੀ ਲੋੜ ਹੈਗੀ ਹੈ, ਜਿਹਦੇ 'ਚ ਉਹਦੀ ਲਿਖਤਾਂ ਨੂੰ ਲਿਆ ਜਾਏ, ਉਹਦੇ ਸ਼ਖਸੀਅਤ ਦਾ ਕੋਈ ਉਲਟਾ ਸਿੱਧਾ ਮਤਲਬ ਨਾ ਲਗਾਏ ਜਾਣ, ਐਸਾ ਹੋਏ ਕਿ ਜਿਹੜਾ ਸਹੀ ਢੰਗ ਨਾਲ ਅੰਮ੍ਰਿਤਾ ਨੂੰ ਪਛਾਣ ਸਕੇ, ਅੰਮ੍ਰਿਤਾ ਦੀ ਦੇਣ ਨੂੰ ਪਛਾਣ ਸਕੇ। ਇਹ ਸੋ ਕਾਲ ਜਿਹੜੇ ਕਹਿੰਦੇ ਨੇ ਵੀ ਸ਼ਰੀਫ ਔਰਤਾਂ ਵੀ ਸੱਸ ਕਿੰਨਾ ਕਰਦੀਆਂ, ਨੂੰਹ ਧੀ 'ਚ ਫਰਕ ਕਰਦੀਆਂ ਨੇ, ਪੁੱਤਰ ਧੀ 'ਚ ਫਰਕ ਕਰਦੀਆਂ ਹੈ, ਪਾਠ ਕਰਦੇ ਵੀ ਧਿਆਨ ਰਹਿੰਦਾ ਹੈ ਕਿ ਨੂੰਹ ਕੀ ਕਰ ਰਹੀ। ਅੰਮ੍ਰਿਤਾ ਜੀ ਨੇ ਐਸਾ ਕੁਛ ਨਹੀਂ ਕੀਤਾ ਸੀ। ਅਲਕਾ ਜਰਾ ਜਿਹਾ ਕੰਮ ਕਰੇ ਇੰਨੀ ਤਾਰੀਫ ਕਰਦੇ ਸੀ, ਦੇਖ ਅਮੀਆਂ ਅਲਕਾ ਨੇ ਪੂਰੀ ਤਲੀ, ਮਤਲਬ ਉਹਨਾਂ ਨੇ ਇਹ 'ਚ ਵੀ ਕਦੀ ਫਰਕ ਨਹੀਂ ਕੀਤਾ ਕਿ ਇਹ ਮੇਰੀ ਧੀਏ ਨੂੰ। ਤੇ ਮੈਂ ਤੇ ਖੁਦ ਉਹੀਓ ਜੀ ਹੋਣਾ ਚਾਹਾਂਗੀ, ਬਸ਼ਰਤੇ ਕਿ ਇੱਕ ਸੋ ਕਾਲ ਸ਼ਰੀਫ ਔਰਤ ਕਹਿਲਾਉਂਦੇ, ਮੈਂ ਇਹੋ ਜਿਹੀ ਕਹਿਲਾਉਣਾ ਚਾਹਾਂਗੀ ਜਿਹਦੇ 'ਚ ਇਨਸਾਨੀ ਪੱਖ ਬਹੁਤ ਜ਼ਿਆਦਾ। ਜਿੱਥੇ ਅੰਮ੍ਰਿਤਾ ਜੀ ਦੇ ਨਾਲ ਖਾਰ ਖਾਣ ਦੀਆਂ ਲੋਕਾਂ ਦੀਆਂ ਗੱਲਾਂ, ਪਰ ਉੱਥੇ ਨਾਲ ਇਹ ਵੀ ਆਪਾਂ ਭੁੱਲ ਨਹੀਂ ਸਕਦੇ ਕਿ ਉਹਨਾਂ ਨੂੰ ਮਾਣ ਸਨਮਾਨ ਬਹੁਤ ਮਿਲੇ। ਉਹਨਾਂ ਨੂੰ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ, ਪਦਮ ਸ਼੍ਰੀ ਅਵਾਰਡ ਮਿਲੇ, ਗਿਆਨਪੀਠ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ, ਸ਼ਤਾਬਦੀ ਸਨਮਾਨ ਦਿੱਤਾ ਗਿਆ। ਇਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਹੁਣ ਵੀ ਉਹਨਾਂ ਦਾ ਸਨਮਾਨ ਕਰਦੇ ਨੇ। ਮੈਂ ਤੁਹਾਨੂੰ ਜਾਂਦੇ ਇੱਕ ਉਹਨਾਂ ਦੀ ਜਿਹੜੀ ਰਚਨਾ, ਜਿਹੜੀ ਆਖਰੀ ਦਿਨਾਂ ਦੀ ਰਚਨਾ ਦਾ, ਜਿਹਦਾ ਤੁਸੀਂ ਕਈ ਵਾਰ ਜ਼ਿਕਰ ਕੀਤਾ, ਆਪਾਂ ਗੁਲਜ਼ਾਰ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਬਿਲਕੁਲ ਬਿਲਕੁਲ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖਯੁਲ ਦੀ ਚਿਣਕ ਬਣ ਕੇ ਤੇਰੇ ਕੈਨਵਸ ਤੇ ਉਤਰਾਂਗੀ, ਜਾਂ ਖੌਰੇ ਤੇਰੇ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ। ਮੈਂ ਤੈਨੂੰ ਫੇਰ ਮਿਲਾਂਗੀ, ਜਾਂ ਖੌਰੇ ਸੂਰਜ ਦੀ ਲौ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ। ਜਾਂ ਖੌਰੇ ਇੱਕ ਚਸ਼ਮਾ ਬਣੀ ਹੋਵਾਂਗੀ, ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ, ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲਗਾਂਗੀ। ਮੈਂ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਹਾਂ ਕਿ ਵਕਤ ਜੋ ਵੀ ਕਰੇਗਾ, ਇਹ ਜਨਮ ਮੇਰੇ ਨਾਲ ਤੁਰੇਗਾ। ਇਹ ਜਿਸਮ ਮੁੱਕਦਾ ਏ ਤੇ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਲਾਂ ਦੇ ਹੁੰਦੇ। ਮੈਂ ਉਹਨਾਂ ਕਲਾਂ ਨੂੰ ਚੁਣਾਂਗੀ, ਧਾਗਿਆਂ ਨੂੰ ਵਲਾਂਗੀ, ਤੇ ਤੈਨੂੰ ਫੇਰ ਮਿਲਾਂਗੀ। ਅਮੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਹਾਡਾ ਵੀ ਸ਼ੁਕਰੀਆ, ਸ਼ੁਕਰਾਨਾ। ਅਮੀਆ ਕੰਵਰ ਹੁਣਾਂ ਦੇ ਨਾਲ ਅੱਜ ਇੰਨੀ ਹੀ ਮੁਲਾਕਾਤ, ਤੇ ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ ਅੱਜ ਇਹ ਖਾਸ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਕੋਸ਼ਿਸ਼ ਤੁਹਾਨੂੰ ਪਸੰਦ ਆਈ ਜਾਂ ਨਹੀਂ, ਇਹਦੇ ਬਾਰੇ ਤੁਸੀਂ ਹੀ ਦੱਸ ਸਕਦੇ ਹੋ। ਮੈਨੂੰ ਈਮੇਲ ਕਰ ਸਕਦੇ ਹੋ navjot@sherpunjabradio.ca ਤੇ ਹੁਣ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਧੰਨਵਾਦ।